हर रूह के अंदर बसिया होया बोले सोनिया। हाँ जी हाँ जी। पता नहीं की गल भी ये नारे नूं प्रवानगी नहीं ਜਾਂ ਸਾਡੀ ਲੀਡਰਸ਼ਿਪ ਇਸ ਨਾਰੇ ਨੂੰ ਬੋਲਣ ਤੋਂ ਝਿਜਕਦੀ ਹੈ। ਸਰਕਾਰ ਬੈਕ ਫੁੱਟ ਤੇ ਜਾ ਰਹੀ ਹੈ। ਡਿਕਟੋਰੀਅਲ ਪ੍ਰੋਸੈਸ ਕਰ ਰਹੇ ਆ ਕਿ ਜਿਹੜੀ ਖੀਰ ਆ ਨਾ ਇੱਕ ਪੰਜਾਬੀ ਚ ਕਹਾਵਤ ਆ ਉਹ ਠਾਰ ਕੇ ਖਾਣੀ ਚਾਹੀਦੀ। OMG ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਤੇ ਅੱਜ ਅਸੀਂ ਇੱਕ ਡਿਬੇਟ ਕਰ ਰਹੇ ਹਾਂ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਨੇ ਉਹਨਾਂ ਤੇ ਸਰਕਾਰ ਕਿਵੇਂ ਪੂਰਾ ਉਤਰੇਗੀ ਜਾਂ ਕੀ ਕੁਝ ਹੋ ਸਕਦਾ ਅੱਗੇ, ਕਿਉਂਕਿ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ। ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਸਰਕਾਰ ਪਿਛਾਂਹ ਹਟਦੀ ਨਜ਼ਰ ਆ ਰਹੀ ਹੈ। ਮੇਰੇ ਨਾਲ ਨੇ ਕੁਲਦੀਪ ਸਿੰਘ ਜੀ। ਸਰ ਤੁਹਾਡਾ ਸਵਾਗਤ ਹੈ ਜੀ। ਮੈਂ ਸਵਾਗਤ ਕਰਦਾ ਨਵਦੀਪ ਸਿੰਘ ਜੀ ਦਾ, ਐਡਵੋਕੇਟ ਜੀ ਦਾ। ਸਰ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ, ਜਿਹੜਾ ਤੁਸੀਂ ਮੈਨੂੰ ਆਪਦੇ ਚੈਨਲ ਦੇ ਥਰੂ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਭੋਲਾ ਸਿੰਘ ਗਿਲਪਤੀ ਜੀ ਤੁਹਾਡਾ ਸਵਾਗਤ ਹੈ ਕਿ ਚੈਨਲ ਤੇ ਆਏ ਤੁਸੀਂ। ਬਲਵਿੰਦਰ ਜੀ ਤੁਹਾਨੂੰ ਔਰ ਤੁਹਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਦਾ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਕਿ ਜੋ ਸਰਕਾਰ ਐਲਾਨ ਕਰ ਰਹੀ ਹੈ, ਬਹੁਤ ਵੱਡੇ ਵੱਡੇ ਐਲਾਨ ਹੋ ਰਹੇ ਨੇ, ਕਈਆਂ ਤੇ ਤਾਂ ਸਰਕਾਰ ਬੈਕਫੁੱਟ ਤੇ ਜਾ ਵੀ ਚੁੱਕੀ ਹੈ ਤੇ ਹੁਣ ਲੋਕਾਂ ਨੂੰ ਵੀ ਨੈਚੁਰਲੀ ਆ ਲੋਕ ਦੇਖਣ ਲੱਗੇ ਨੇ ਕਿ ਸਰਕਾਰ ਜੋ ਵਾਅਦੇ ਕਰ ਰਹੀ ਹੈ ਕੀ ਉਹਨਾਂ ਨੂੰ ਪੂਰੇ ਕਰ ਸਕੇਗੀ, ਕਿਉਂਕਿ ਹਰੇਕ ਥਾਂ ਤੇ ਗੋਲ-ਮੋਲ ਜਵਾਬ ਤਾਂ ਦਿੱਤੇ ਜਾ ਰਹੇ ਨੇ ਪਰ ਲੋਕਾਂ ਦੀ ਤਸੱਲੀ ਨਹੀਂ ਹੋ ਰਹੀ ਕਿ ਇਹ ਪੋਸੀਬਲ ਹੋ ਸਕਦਾ ਵੀ ਜਿਹੜੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿ ਜਿਹੜੀ ਸਰਕਾਰ ਬੈਕ ਫੁੱਟ ਤੇ ਜਾ ਰਹੀ ਹੈ ਇਹ ਇੱਕ ਬਿਲਕੁਲ ਜਿਹੜੀ ਵਿਰੋਧੀਆਂ ਦੀ ਬੁਖਲਾਹਟ ਹੈ, ਉਹਨਾਂ ਦੇ ਵਿੱਚ ਬਹੁਤ ਵੱਡੀ ਬੁਖਲਾਹਟ ਆਈ ਹੋਈ ਹੈ। ਕਿਉਂਕਿ ਤੁਸੀਂ ਦੇਖਿਆ ਕਿ ਸਰਕਾਰ ਬਣੀ ਨੂੰ ਹਜੇ ਦਿਨ ਕਿੰਨੇ ਹੋਏ ਹੈ। ਤੁਸੀਂ ਅੱਜ ਤੱਕ ਤੁਸੀਂ ਦੇਖਦੇ ਆਏ ਹੋ ਕਿ ਜਦੋਂ ਸਰਕਾਰਾਂ ਬਣਦੀਆਂ, ਪਹਿਲਾਂ ਅਕਾਲੀ ਦਲ ਔਰ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਇੱਥੇ, ਔਰ ਜਿਹੜੇ ਤੁਸੀਂ ਕਹਿੰਦੇ ਵਾਅਦੇ ਵੱਡੇ ਵੱਡੇ, ਉਹ ਵਾਅਦੇ ਉਦੋਂ ਕਰਦੀਆਂ ਉਹ ਸਰਕਾਰਾਂ ਜਦੋਂ ਜਾਣ ਲੱਗਦੀਆਂ, ਵੋਟਾਂ ਲੈਣੀਆਂ ਹੁੰਦੀਆਂ। ਉਹਨਾਂ ਨੇ ਸਰਕਾਰ ਬਣਾਉਣੀ ਹੁੰਦੀ ਹੈ, ਲੋਕਾਂ ਨੂੰ ਭੁਲੇਖੇ 'ਚ ਰੱਖਣਾ ਹੁੰਦਾ, ਲਾਲਚ ਦੇਣੇ ਹੁੰਦੇ ਆ, ਉਦੋਂ ਵੱਡੇ ਵੱਡੇ ਵਾਅਦੇ ਕਰਕੇ ਤੇ ਵੋਟਾਂ ਲੈ ਕੇ ਤੇ ਲੋਕਾਂ ਨੂੰ ਉਹ ਜਿਹੜਾ ਲੋਕਾਂ ਦਾ ਬਹੁਤ ਵੱਡਾ ਜਿਹੜਾ ਹੈ ਇੱਕ ਝੂਠਾਂ ਦਾ ਪਲੰਦਾ ਸਾਹਮਣੇ ਰੱਖਦੇ ਆ, ਮੈਨੀਫੈਸਟੋ ਜਿਹਨੂੰ ਕਿਹਾ ਜਾਂਦਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅਸੀਂ ਸਰਕਾਰ ਬਣਾਉਣ ਤੋਂ ਬਾਅਦ ਜਿਹੜੇ ਲੋਕਾਂ ਦੇ ਕੰਮ ਕਰਨੇ ਸਟਾਰਟ ਕਰਤੇ, ਨਾ ਕਿ ਅਸੀਂ 5 ਸਾਲ ਸਿਰਫ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਲਾਸਟ ਦੇ ਵਿੱਚ ਆ ਕੇ ਕਰਾਂਗੇ। ਇੱਕ ਇੱਕ ਕੰਮ ਹੋਊਗਾ, ਇੱਕ ਇੱਕ ਗਰੰਟੀ ਜਿਹੜੀ ਦਿੱਤੀ ਜਾਊਗੀ। ਹਜੇ ਤਾਂ ਦੇਖੋ ਜਿਹੜਾ ਵਿਧਾਨ ਸਭਾ ਦਾ ਇਜਲਾਸ ਸੀ ਪਹਿਲਾਂ ਇੱਕ ਵਾਰੀ ਹੋਇਆ, ਫਿਰ ਇੱਕ ਦਿਨ ਦਾ ਸੱਦਿਆ ਗਿਆ, ਜਿਹੜਾ ਸੈਂਟਰ ਸਰਕਾਰ ਨੇ ਨਵੇਂ ਪੰਗੇ ਖੜੇ ਕੀਤੇ, ਕਿਉਂਕਿ ਤਿੰਨੇ ਪਾਰਟੀਆਂ ਜਿਹੜੀ ਕਾਂਗਰਸ ਹੈ, BJP ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਚਲੋ ਵਿਚਾਰਾ ਬਿਲਕੁਲ ਕਿਸੇ ਲਾਈਨ 'ਚ ਨਹੀਂ ਰਹਿ ਗਿਆ। ਇਹਨਾਂ ਦੀ ਬੁਖਲਾਹਟ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਕੌਮੀ ਕਨਵੀਨਰ ਆ ਜਿਹੜੇ, ਉਹਨਾਂ ਨੂੰ ਕਿਵੇਂ ਰੋਕਣਾ ਹੈ। ਇਹਨਾਂ ਨੂੰ ਰਾਤ ਨੂੰ ਸੁੱਤੇ ਪੈ ਨੂੰ ਸੁਪਨੇ ਆਉਂਦੇ ਆ ਕਿ ਪੰਜਾਬ ਵੀ ਜਿੱਤ ਲਿਆ, ਦਿੱਲੀ ਵੀ ਜਿੱਤ ਲਈ, ਹੁਣ ਗੁਜਰਾਤ 'ਚ ਵੜ ਗਏ, ਉਸ ਤੋਂ ਬਾਅਦ ਹਰਿਆਣੇ 'ਚ ਵੜ ਗਏ, ਪੰਜਾਬ ਦੇ ਸਾਰੇ ਕੰਮ ਹੋਣਗੇ, ਪੰਜਾਬ 'ਚ ਇੱਕ ਗਰੰਟੀ ਪੂਰੀ ਕੀਤੀ ਜਾਊਗੀ। ਇਹ ਵਾਅਦਾ ਅਸੀਂ ਵੋਟਾਂ ਲੈਣ ਤੋਂ ਪਹਿਲਾਂ ਵੀ ਕੀਤਾ ਸੀ, ਅੱਜ ਵੀ ਵਾਅਦਾ ਕਰਦੇ ਆ, ਇੱਕ ਇੱਕ ਕੰਮ ਜਿਹੜਾ ਪੂਰਾ ਕਰਾਂਗੇ ਅਸੀਂ। ਕੁਲਦੀਪ ਸਿੰਘ ਜੀ, ਜਿਸ ਤਰ੍ਹਾਂ ਕਿ ਹੁੰਦਾ ਹੈ ਕਿ ਗਰੰਟੀ ਤੇ ਵਾਅਦੇ 'ਚ ਫਰਕ ਹੁੰਦਾ ਹੈ, ਇਹ ਆਪਦੇ ਵੱਡੇ ਲੀਡਰ ਵੀ ਕਹਿ ਚੁੱਕੇ ਨੇ ਕਿ ਗਰੰਟੀ ਤੇ ਵਾਅਦੇ 'ਚ ਵਾਕਈ ਬਹੁਤ ਫਰਕ ਹੁੰਦਾ ਹੈ। ਜਿਸ ਤਰ੍ਹਾਂ ਇਹਨਾਂ ਨੇ ਗਰੰਟੀ ਲਿਖ ਕੇ ਦਿੱਤੀ ਸੀ ਜਾਂ ਹੋਰ ਕਈ ਵਾਅਦੇ ਕੀਤੇ ਨੇ ਗਰੰਟੀਆਂ ਲਿਖ ਕੇ, ਤੁਹਾਨੂੰ ਕੀ ਲੱਗਦਾ ਇਹ ਕਿਵੇਂ ਪੂਰੀਆਂ ਕਰ ਲੈਣਗੇ ਜਿਸ ਤਰ੍ਹਾਂ ਦੇ ਗੱਲ ਕਰ ਰਹੇ ਨੇ? ਦੇਖੋ, ਪਹਿਲੀ ਗੱਲ ਤਾਂ ਇਹਨਾਂ ਨੇ ਇੱਕ ਚੰਗਾ ਇਤਿਹਾਸ ਰਚਿਆ ਕਿ ਜਿਹੜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਅਸਥਾਨ ਤੇ ਜਾ ਕੇ ਇਹਨਾਂ ਨੇ ਸਹੁੰ ਚੁੱਕੀ। ਇਹ ਪਾਰਟੀ ਵਧਾਈ ਦੀ ਪਾਤਰ ਹੈ, ਕਿਉਂਕਿ ਪੰਜਾਬ ਦਾ ਜਿਹੜਾ ਯੂਥ ਹੈ, ਪੰਜਾਬ ਦੀ ਜਿਹੜੀ ਸੋਲ ਹੈ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੈ, ਇਹ ਉਹਦੀ ਆਤਮਾ ਹੈ ਪੰਜਾਬ ਦੀ। ਸੈਕੰਡਲੀ ਇਹਨਾਂ ਤੋਂ ਇੱਕ ਥੋੜੀ ਜੀ ਗਲਤੀ ਹੋ ਰਹੀ ਹੈ ਕਿ ਇਹ ਐਜ਼ ਏ ਨਾ ਡਿਕਟੋਰੀਅਲ ਪ੍ਰੋਸੈਸ ਕਰ ਰਹੇ ਆ। ਜਿਵੇਂ ਪਾਰਟੀ ਦੇ ਕੈਡਰ ਦੇ ਵਿੱਚ ਕੋਈ ਗੱਲ ਕਰਨੀ ਹੁੰਦੀ ਹੈ, ਸੁਬਾਹ ਹੀ ਜਾ ਕੇ ਟੀਚਰਸ ਦੇ ਸਕੂਲ ਮੂਹਰੇ ਖੜ ਜਾਣਾ। ਬੱਸ ਸਿਸਟਮ ਤਾਂ ਸਾਡਾ ਗਲਤ ਹੈ ਨਾ। ਹਾਂਜੀ, ਠੀਕ ਹੈ ਨਾ, ਵੀ ਉਹ ਟੀਚਰ ਹੈ, ਉਹਨੇ ਘਰੋਂ ਕੰਮ ਕਰਨਾ, ਕੋਈ ਬੱਸ ਗਾਂਹ ਪਿਛਾਂ ਹੋ ਗਈ, 5 ਮਿੰਟ ਲੇਟ ਹੋ ਜੀ ਤੁਸੀਂ। ਹਾਂਜੀ ਹਾਂਜੀ। ਉਧਰੋਂ ਹਸਪੀਟਲ 'ਚ ਜਾਂਦੇ ਆ, ਮੈਡਮ ਤੁਸੀਂ ਪਰਚੀ ਨਹੀਂ ਕੱਟੀ, ਇਹਦਾ ਐਕਸਰੇ ਦੀ ਪਰਚੀ ਐਂ ਕਿਵੇਂ ਕਰਤੀ। ਹਾਂਜੀ, ਉਹ ਇਹ ਆਪਦੇ ਕੈਡਰ ਨੂੰ ਇਹ ਸਮਝਾਉਣ ਕਿ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਉਹਦੀ ਕੈਬਨਿਟ ਨੇ ਚਲਾਉਣੀ ਹੈ। ਉਹਨਾਂ ਨੇ ਇੰਸਟਰਕਸ਼ਨਸ ਹਾਈ ਆਫੀਸਰਸ ਨੂੰ ਕਰਨੇ ਆ। ਜਦੋਂ ਉਹ ਆਰਡਰ ਹਾਈ ਆਫੀਸਰਸ ਤੋਂ ਕੋਲੋਂ ਆਉਣਗੇ, ਪ੍ਰਸ਼ਾਸਨ ਜਾਂ ਪ੍ਰਬੰਧਕ ਉਹਨਾਂ ਦੇ ਆਰਡਰ ਮੰਨਣਗੇ, ਨਾ ਕਿ ਕੈਡਰ ਦਾ। ਸਰਕਾਰ ਪ੍ਰਸ਼ਾਸਨਿਕ ਤੌਰ ਤੇ ਚੱਲਦੀ ਹੁੰਦੀ ਹੈ, ਗ੍ਰਾਸ ਰੂਟ ਕੈਡਰ ਤੇ ਨਹੀਂ ਚੱਲਦੀ। ਭੋਲਾ ਜੀ, ਤੁਸੀਂ ਅਕਾਲੀ ਦਲ 'ਚ ਰਹੇ ਹੋ, ਤੁਹਾਨੂੰ ਵੀ ਪਤਾ ਸਰਕਾਰਾਂ ਚੱਲਦੀਆਂ ਰਹੀਆਂ ਨੇ ਤੇ ਨੈਚੁਰਲੀ ਆ ਭੋਲਾ ਜੀ ਦੱਸ ਦੇਣਗੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ, BJP ਦੀ ਸਰਕਾਰ ਸੀ, ਤੇ ਉਦੋਂ ਜਿਹੜੇ ਛੋਟੇ ਛੋਟੇ ਲੀਡਰ ਸੀਗੇ ਉਹ ਵੀ ਚੰਗਾ ਰੋਹ ਮਾਰਦੇ ਸੀ। ਮਤਲਬ ਕਿਹਾ ਜਾਂਦਾ ਸੀਗਾ ਵੀ ਕੋਈ ਫਲਾਣੇ ਅਫਸਰ ਕੋਲੇ ਤਾਂ ਭਾਵੇਂ
ਡੱਕੇ ਤੇ ਨੀਲੀ ਪੱਗ ਬੰਨ੍ਹ ਕੇ ਲੈ ਜਾਓ, ਉਹ ਉਦੋਂ ਵੀ ਕੰਮ ਕਰ ਦੇਣਗੇ। ਤੁਹਾਨੂੰ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੇ ਵਰਕਰ ਵੀ ਉਸੇ ਲਾਈਨ 'ਤੇ ਹੀ ਚੱਲ ਰਹੇ ਨੇ? ਮੈਂ ਨਾ ਥੋੜਾ ਜਿਹਾ ਜੀਦਾ ਸਾਹਿਬ ਦਾ ਤੇ ਭੁੱਲਰ ਸਾਹਿਬ ਨੇ, ਸਰ ਕੁਲਦੀਪ ਸਿੰਘ ਨੇ ਜਿਹੜੀ ਗੱਲ ਕਹੀ ਹੈ, ਮੈਂ ਇਹਨੂੰ ਹੋਰ ਸੰਦਰਭ ਵਿੱਚ ਦੇਖਦਾ। ਜਿਹੜਾ ਲੋਕਾਂ ਨੇ ਬਦਲਾਅ ਕੀਤਾ ਹੈ ਨਾ, ਇਹ ਉਹਨਾਂ ਵਾਅਦਿਆਂ ਦੇ ਖਿਲਾਫ ਕੀਤਾ ਹੈ ਜਿਹੜੇ 70 ਸਾਲਾਂ ਤੋਂ ਲੋਕ ਵਾਅਦੇ ਕਰਦੇ ਆ ਰਹੇ ਸੀ। ਉਹਨਾਂ ਲੋਕਾਂ ਤੋਂ ਅੱਕ ਕੇ ਲੋਕਾਂ ਨੇ ਵਾਅਦੇ ਗਰੰਟੀਆਂ ਜਿਹੜੀਆਂ ਵੋਟਾਂ ਵੇਲੇ ਕਰਦੇ ਨੇ, ਉਹਨਾਂ ਤੋਂ ਅੱਕ ਕੇ ਲੋਕਾਂ ਨੇ ਬਦਲਾਅ ਲਿਆਂਦਾ ਸੀ ਤੇ ਅਸੀਂ ਵੀ ਉਹੀ ਵਾਅਦੇ ਕਰਨ ਲੱਗੇ, ਤਾਂ ਫਿਰ ਬਦਲਾਅ ਕਿਵੇਂ ਹੋਇਆ? ਮੈਂ ਇਹ ਸਮਝਦਾ ਕਿ ਬਦਲਾਅ ਅਸੀਂ ਕਿਹੜੀ ਚੀਜ਼ 'ਚ ਲਿਆਉਣਾ ਹੈ। ਬਦਲਾਅ ਦੇਣਾ ਹੈ ਕਿ ਪੰਜਾਬ ਦਾ ਜਿਹੜਾ ਭ੍ਰਿਸ਼ਟ ਹੋਇਆ ਤੰਤਰ ਹੈ, ਇਸ ਭ੍ਰਿਸ਼ਟਾਚਾਰ ਨੂੰ ਖਤਮ ਕਿੱਦਾਂ ਕਰਨਾ ਹੈ। ਬਦਲਾਅ ਅਸੀਂ ਲੈ ਕੇ ਆਉਣਾ ਹੈ ਕਿ ਜਿਹੜਾ ਨਸ਼ਾ ਸਾਡੇ ਗਲੀ ਗਲੀ ਤੱਕ ਪਹੁੰਚ ਗਿਆ, ਉਸ ਨਸ਼ੇ ਨੂੰ ਕਿਵੇਂ ਖਤਮ ਕਰਨਾ ਹੈ। 1 ਮਹੀਨੇ ਤੱਕ ਸਰਕਾਰ ਨੂੰ ਹੋਇਆ। ਦੇਖੋ, ਸਮੇਂ ਤੋਂ ਪਹਿਲਾਂ ਆਪਾਂ ਜੇ ਨੁਕਤਾਚੀਨੀ ਕਰੀਏ, ਇਹ ਵੀ ਕੋਈ ਅੱਛੀ ਗੱਲ ਨਹੀਂ, ਪਰ ਮੈਂ ਇਹ ਚਾਹੁੰਦਾ ਜਾਂ ਮੈਂ ਇਹ ਸੋਚਦਾ ਕਿ ਸਾਨੂੰ ਇਹ ਵਾਅਦੇ ਗਰੰਟੀਆਂ ਤਾਂ ਹੀ ਰਹਿਣਗੀਆਂ ਜੇ ਅਸੀਂ ਜਿਉਂਦੇ ਰਹੇ। ਜੇ ਅਸੀਂ ਜਿਉਂਦੇ ਨਾ ਰਹੇ ਤੇ ਵਾਅਦੇ ਗਰੰਟੀਆਂ ਕਿੰਨਾ ਲੋਕਾਂ ਵਾਸਤੇ ਆ। ਸੋ ਸਭ ਤੋਂ ਪਹਿਲਾਂ ਜਿਹੜਾ ਸਿਸਟਮ 'ਚ ਸੁਧਾਰ ਹੈ ਉਹ ਕਰਨ ਦੀ ਜ਼ਰੂਰਤ ਹੈ। ਸਿਸਟਮ ਸਾਡਾ ਤਾਣਾ ਬਾਣਾ ਇੰਨਾ ਵਿਗੜਿਆ ਹੋਇਆ ਹੈ ਕਿ ਜਿਹੜੇ ਸਰਦਾਰ ਕੁਲਦੀਪ ਸਿੰਘ ਨੇ ਗੱਲ ਕਹੀ ਕਿ ਜਿਹੜੇ ਵਲੰਟੀਅਰ ਨੇ ਉਹ ਜਾ ਕੇ ਮਤਲਬ ਸਕੂਲਾਂ ਮੂਹਰੇ ਜਾਂ ਹਸਪਤਾਲਾਂ ਮੂਹਰੇ ਚੈੱਕ ਕਰਦੇ ਨੇ। ਇਹ ਲੋੜ ਕਿਉਂ ਪਈ? ਜੇ ਸਿਸਟਮ 'ਚ ਗੜਬੜ ਹੈ, ਲੋਕ ਅੱਕੇ ਹੋਏ ਨੇ ਇਹਨਾਂ ਗੱਲਾਂ ਤੋਂ ਕਿ ਸਾਡੇ ਜਿੱਥੇ ਵੀ ਇਹ ਆਫੀਸਰ ਬੈਠਦੇ ਨੇ ਉੱਥੇ ਕੰਮ ਨਹੀਂ ਹੋ ਰਹੇ ਸਹੀ, ਲੋਕ ਅੱਕ ਕੇ ਸਿੱਧੇ ਚਲੇ ਗਏ। ਤਾਂ ਸਾਨੂੰ ਇਹ ਚਾਹੀਦਾ ਹੈ, ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਭ੍ਰਿਸ਼ਟ ਤੰਤਰ ਹੈ ਇਹਨੂੰ ਮਤਲਬ ਠੀਕ ਕਿਵੇਂ ਕਰਨਾ ਹੈ। ਹੁਣ ਟੋਲ ਫ੍ਰੀ ਨੰਬਰ ਜਾਰੀ ਕਰਤਾ। ਟੋਲ ਫ੍ਰੀ ਤਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਜਾਰੀ ਸੀ, ਅਕਾਲੀ ਸਰਕਾਰ ਵੇਲੇ ਵੀ ਸੀਗਾ, ਕੈਪਟਨ ਵੇਲੇ ਵੀ ਸੀਗਾ। ਅੱਛਾ, ਨਸ਼ੇ ਦਾ ਸਿਸਟਮ ਹੈ। ਕਿਹੜੇ ਪੁਲਿਸ ਅਫਸਰ ਨੂੰ ਨਹੀਂ ਪਤਾ ਨਸ਼ਾ ਕਿੱਥੇ ਵਿਕਦਾ ਹੈ? ਕਿਹੜੇ ਪੁਲਿਸ ਅਫਸਰ ਨੂੰ ਨਹੀਂ ਪਤਾ ਨਸ਼ਾ ਕਿੱਥੋਂ ਆਉਂਦਾ ਹੈ? ਰਾਜਸਥਾਨ ਦੀ ਸਰਹੱਦ ਕਿੰਨੀ ਪਾਕਿਸਤਾਨ ਨਾਲ ਲੱਗਦੀ ਹੈ? ਰਾਜਸਥਾਨ 'ਚ ਦੱਸੋ ਕਿੱਥੇ ਨਸ਼ਾ ਵਿਕਦਾ ਹੈ? ਜੰਮੂ ਕਸ਼ਮੀਰ ਦੇ ਜਿਹੜੀ ਸਰਹੱਦ ਲੱਗਦੀ ਹੈ ਉੱਥੇ ਕੋਈ ਤਾਰ ਵੀ ਨਹੀਂ ਲੱਗੀ। ਜੇ ਪਾਕਿਸਤਾਨ 'ਚ ਨਸ਼ਾ ਹੁੰਦਾ ਜੰਮੂ ਕਸ਼ਮੀਰ 'ਚ ਆਉਣਾ ਚਾਹੀਦਾ। ਤੇ ਪੰਜਾਬ ਦੀ ਜਿੰਨੀ ਸਰਹੱਦ ਲੱਗਦੀ ਉਹਦੇ ਤੇ ਤਾਰ ਲੱਗੀ ਹੋਈ ਹੈ। ਤੇ ਸਾਨੂੰ ਇਹ ਗੱਲਾਂ ਦੀ ਬਜਾਏ ਨਸ਼ਾ ਇੱਥੋਂ ਅਫਸਰ ਬਦਲ ਕੇ ਆਪਾਂ ਗੁਰਦਾਸਪੁਰ ਕਰਤਾ, ਗੁਰਦਾਸਪੁਰ ਵਾਲਾ ਬਦਲ ਕੇ ਇੱਥੋਂ ਕਰਤਾ। ਅਫਸਰ ਬਦਲਣ ਨਾਲ ਨਸ਼ਾ ਤੰਤਰ ਠੀਕ ਨਹੀਂ ਆਉਂਦਾ, ਉਹਨਾਂ ਦਾ ਮੈਂਟਲ ਲੈਵਲ ਬਦਲਣ ਨਾਲ ਨਸ਼ਾ ਤੰਤਰ ਠੀਕ ਹੋਊਗਾ। ਨਹੀਂ ਤਾਂ ਇਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੀ ਕੰਮ ਸਾਬਤ ਹੋਊਗਾ ਮੇਰੇ ਹਿਸਾਬ ਨਾਲ। ਬਾਕੀ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਸਾਹਮਣੇ ਆ ਜਾਣੀਆਂ ਸਾਰੀਆਂ ਗੱਲਾਂ ਵੀ ਕੀ ਨਿਬੜਦਾ ਕੀ ਨਹੀਂ ਨਿਬੜਦਾ। ਪਰ ਲੋਕਾਂ ਨੂੰ ਉਮੀਦਾਂ ਬਹੁਤ ਨੇ। ਲੋਕ ਇਹ ਚਾਹੁੰਦੇ ਨੇ ਕਿ ਅਸੀਂ ਰੋਟੀਆਂ 2 ਘੱਟ ਖਾ ਲਾਂਗੇ, ਭੁੱਖੇ ਸੌਂ ਲਾਂਗੇ, ਪਰ ਸਾਡੇ ਬੱਚੇ ਸੁਰੱਖਿਅਤ ਹੋਣ। ਬੱਚੇ ਵਿਦੇਸ਼ਾਂ 'ਚ ਤਾਂ ਹੀ ਧੱਕੇ ਖਾਣ ਜਾਂਦੇ ਨੇ ਨਾ ਜੇ ਇੱਥੇ ਸੁਰੱਖਿਅਤ ਨਹੀਂ। ਲੋਕ ਇਹ ਚਾਹੁੰਦੇ ਆ ਕਿ ਸਾਨੂੰ ਸ਼ਾਂਤੀ ਦੀ, ਜੇ ਅਸੀਂ ਕਿਸੇ ਦਫ਼ਤਰ ਜਾਈਏ ਸਾਨੂੰ ਇੱਜ਼ਤ ਨਾਲ ਕੰਮ ਹੋਵੇ, ਧੱਕੇ ਨਾ ਵੱਜਣ। ਇਹ ਕੰਮਾਂ ਵਾਸਤੇ ਸਾਨੂੰ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਉਹ ਸਿਸਟਮ ਕਿਵੇਂ ਸੁਧਰੂਗਾ? ਉਹ ਤਾਂ ਤੋਂ ਥੱਲੇ ਨੂੰ ਸੁਧਰੂਗਾ, ਥੱਲੇ ਤੋਂ ਤਾਂ ਨੂੰ ਸੁਧਰਨਾ। ਸੋ ਇਸ ਕਰਕੇ ਸਰਕਾਰ ਨੂੰ ਉੱਪਰੋਂ ਇਹੋ ਜਿਹਾ ਸਿਸਟਮ ਚਲਾਉਣਾ ਚਾਹੀਦਾ ਕਿ ਥੱਲੇ ਤੱਕ ਸੁਧਾਰ ਦਿਸਣ ਲੋਕਾਂ ਨੂੰ ਕਿ ਸੁਧਾਰ ਨਹੀਂ ਜਿਵੇਂ ਮੈਂ ਉਹੀ ਗੱਲ ਕਰਦਾ ਨਾ ਜੀ, ਜੀਤ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਸ਼ਾਇਦ ਥੋੜਾ ਟਾਈਮ ਹੋਇਆ, ਜਿੰਨੇ ਵਾਅਦੇ ਕੀਤੇ ਅਸੀਂ ਵਾਅਦੇ ਪੂਰੇ ਕਰਾਂਗੇ। ਪਰ ਉਸ ਚੀਜ਼ ਨੂੰ ਆਪਾਂ ਦੇਖੀਏ, ਜਿਵੇਂ ਹੁਣ ਇਹਨਾਂ ਦੇ ਵਰਕਰ ਹੈ ਜਾਂ ਲੀਡਰ ਹੈ, ਉਹ ਤੁਹਾਨੂੰ ਨਹੀਂ ਲੱਗਦਾ ਵੀ ਆਪੋ ਧਾਪੀ ਹੋ ਚੁੱਕੇ ਨੇ? ਹੁਣ ਗੋਨਿਆਣੇ ਦੀ ਘਟਨਾ ਹੈਗੀ ਇੱਕ, ਉੱਥੇ ਇੱਕ ਮਸਲਾ ਸਾਹਮਣੇ ਆਇਆ ਸੀਗਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਸੀਗਾ ਉਹ ਆਪੇ ਹੀ ਜਾ ਕੇ ਨਗਰ ਕੌਂਸਲ ਦਾ ਸੰਭਾਲ ਲਈ ਸੀ ਉਹਨੇ, ਠੀਕ ਹੈ। ਜਾਂ ਹੋਰ ਕਈ ਥਾਂ 'ਤੇ ਆਪੇ ਸਾਹਮਣੇ ਆਇਆ, ਜਿਵੇਂ ਆਪਣੇ ਕੁਲਦੀਪ ਸਿੰਘ ਜੀ ਵੀ ਦੱਸ ਰਹੇ ਨੇ ਕਿ ਆਪੇ ਜਾ ਕੇ ਉੱਥੇ ਚੈਕਿੰਗਾਂ ਕਰ ਰਹੇ ਨੇ ਜਾਂ ਹੋਰ ਕਰ ਰਹੇ ਨੇ। ਜੈਜੀਤ ਸਿੰਘ ਜੌਹਲ ਹੈ ਬਠਿੰਡਾ, ਜੋ ਜਿਹਨੂੰ ਕਹਿੰਦੇ ਹੋ, ਉਹਨਾਂ ਨੇ ਵੀ ਦੱਸਿਆ ਸੀਗੇ ਇੱਥੇ PCR ਨੂੰ ਚੈੱਕ ਕਰਦੇ ਫਿਰਦੇ ਨੇ ਨੌਜਵਾਨ। ਮਤਲਬ ਜੇ ਇਹ ਇੰਨੇ ਦਿਨਾਂ 'ਚ ਇਹ ਹਾਲ ਹੈ ਤੇ ਇਹ ਅੱਗੇ ਜਾ ਕੇ ਤਾਂ ਫਿਰ ਮਤਲਬ ਬਹੁਤ ਮਾੜਾ ਹਾਲ ਹੋ ਜਾਣਾ। ਮਤਲਬ ਜਿਹੜਾ ਕਿ ਉਹ ਤਾਕਤ ਦਾ ਨਸ਼ਾ ਜਿਹੜਾ ਹੈਗਾ, ਮਤਲਬ ਰਾਜਸਤਾ ਦਾ ਨਸ਼ਾ, ਇਹ ਜ਼ਿਆਦਾ ਨਹੀਂ ਵੱਧ ਜੂਗਾ ਫਿਰ? ਪਿਛਲੇ 70 ਸਾਲਾਂ ਤੋਂ ਲੋਕ ਦੁਖੀ ਹੋਏ ਪਏ ਨੇ ਤੇ ਇਹ ਜਦੋਂ ਇਹੋ ਜਿਹਾ ਬਦਲਾਅ ਐਡੇ ਵੱਡੀ ਪੱਧਰ ਤੇ ਆਉਂਦਾ ਨਾ, ਤੇ ਇਹ ਜਿਹੀਆਂ ਘਟਨਾਵਾਂ ਸੁਭਾਵਿਕ ਨੇ ਕਿਉਂਕਿ ਲੋਕਾਂ ਦੇ ਅੰਦਰ ਜੋਸ਼ ਹੈਗਾ। ਉਹਨੂੰ ਹੋਸ਼ ਨੂੰ ਹਜੇ ਥੋੜਾ ਸੰਭਲਣ ਤੇ ਸਮਾਂ ਲੱਗੂਗਾ, ਕੋਈ ਐਡੀ ਗੱਲ ਨਹੀਂ। ਬਾਕੀ ਜੀਦਾ ਸਾਹਿਬ ਨੂੰ ਪੁੱਛੋ, ਉਹਨਾਂ ਦਾ ਰਾਜ ਭਾਗ ਹੈ। ਬਲਵਿੰਦਰ ਜੀ ਦੇਖੋ, ਜਿਹੜੀ ਗੱਲ ਕੀਤੀ ਹੈ ਤੁਸੀਂ
ਕਿ ਆਪੋ ਧਾਪੀ ਵਾਲੀ। ਹਾਂਜੀ ਅਜਿਹਾ ਕੁਝ ਨਹੀਂ ਹੋਇਆ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਛੋਟੀ, ਇਹ ਤੁਸੀਂ ਦੇਖੋਗੇ ਦੋ ਕਿਤੇ ਇਨਸਾਨ ਖੜੇ ਹੁੰਦੇ ਆ। ਹਾਂਜੀ ਹਾਂਜੀ ਇੱਕ ਬੰਦਾ ਉਹਦੇ ਉੱਪਰ ਉਹ ਗਾਲਾਂ ਵੀ ਕੱਢੀ ਜਾਂਦਾ, ਬੰਦਾ ਚੰਗਾ ਵੀ ਬੋਲੀ ਜਾਂਦਾ, ਉਹਦੀ ਲਾਈਫ ਉਸੇ ਕੰਮ 'ਚ ਹੀ ਖਤਮ ਹੋ ਜਾਂਦੀ ਹੈ, ਤਾਂ ਲੋਕ ਉਹਦਾ ਬੁਰਾ ਨਹੀਂ ਮੰਨਦੇਗੇ। ਇੱਕ ਭਲਾ ਇਨਸਾਨ ਜੇ ਕੋਈ ਥੋੜਾ ਮੋਟਾ, ਮੈਂ ਇੱਕ ਭਲਾ ਇਨਸਾਨ ਖੜਾ ਤਾਂ ਲੋਕਾਂ ਦਾ ਬੜਾ ਧਿਆਨ ਹੁੰਦਾ ਉਹਦੇ 'ਚ, ਹਾਂਜੀ। ਕੋਈ ਗਲਤ ਗੱਲ ਤਾਂ ਨਹੀਂ ਬੋਲਦਾਗਾ। ਇਸ ਕਰਕੇ ਕੋਈ ਜਾਣੇ ਅਣਜਾਣੇ ਦੇ ਵਿੱਚ ਸਾਡਾ ਕੋਈ ਵਰਕਰ ਕਿਤੇ ਚਲਾ ਗਿਆ ਹੋਵੇ, ਪਰ ਮੇਰੇ ਜਿਹੜਾ ਨੋਟਿਸ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਆਏਗੀ। ਤੁਸੀਂ ਬਠਿੰਡਾ ਸ਼ਹਿਰ ਦੀ ਗੱਲ ਕਰ ਲਓ ਜਾਂ ਕਿਤੇ ਹੋਰ ਕਰ ਲਓ, ਜੇ ਕਿਤੇ ਕੋਈ ਸਾਡਾ ਵਰਕਰ ਜਾਣੇ ਚਲਾ ਗਿਆ ਤਾਂ ਉਹਦੇ ਨਾਲ ਮੇਰਾ ਖਿਆਲ ਕੋਈ ਏਡੀ ਗੱਲ ਨਹੀਂ। ਹਾਂ, ਮਾਨ ਸਾਹਿਬ ਨੇ ਸੇਮ ਡੇ ਜਿਹੜਾ ਇੰਸਟਰਕਸ਼ਨ ਦਿੱਤੀਆਂ ਵੀ ਭਾਈ ਆਪਾਂ ਇਦਾਂ ਦਾ ਅਜੇ ਕੁਝ ਨਹੀਂ ਕਰਨਾ, ਕਿਉਂਕਿ ਹਜੇ ਤਾਂ ਸਰਕਾਰ ਚੱਲਣੀ ਹੈ ਨਾ। ਹਾਂਜੀ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਕਿ ਉੱਤੋਂ ਇੰਸਟਰਕਸ਼ਨ ਆਉਂਦੀਆਂ ਜੀ, ਉਹਨਾਂ ਨੂੰ ਜਿਹੜਾ ਹੈ ਫਾਲੋ ਕਰਨਾ ਹੁੰਦਾ ਹੈ। ਹਾਂਜੀ। ਇੱਕ ਆਮ ਆਦਮੀ ਪਾਰਟੀ ਦੀ ਜਿਹੀ ਪਾਰਟੀ ਹੈ ਜਿਹਦੇ ਵਿੱਚ ਸੰਗਠਨ ਔਰ ਲੀਡਰ ਹਾਂਜੀ ਬਰਾਬਰ ਦੇ ਭਾਗੀਦਾਰ ਬਣ ਕੇ ਕੰਮ ਕਰਦੇ ਹੈਗੇ। ਇਹ ਬਾਦਲਕਿਆਂ ਵਾਲੀ ਪਾਰਟੀ ਨਹੀਂ ਵੀ ਉਸੇ ਪਰਿਵਾਰ ਦੇ ਐਮਐਲਏ ਤੇ ਉਸੇ ਪਰਿਵਾਰ ਦੇ ਪ੍ਰਧਾਨ ਆ ਜੀ, ਤੇ ਉਸੇ ਪਰਿਵਾਰ ਦੇ ਆ ਸਾਰਾ ਕੁਝ ਇੱਕ ਬਣਦਾ ਸਾਰਾ ਕੁਝ, ਜਿਹਨੂੰ ਕਾਂਗਰਸ ਹੈ। ਇਹ ਆਮ ਆਦਮੀ ਪਾਰਟੀ ਦੇ ਵਿੱਚ ਦੇਖੋਗੇ ਤੁਸੀਂ ਸਾਰਿਆਂ ਨੂੰ ਜਿਹੜੀਆਂ ਵੰਡ ਕੇ ਡਿਊਟੀ ਦਿੱਤੀਆਂ ਜਾਣਗੀਆਂ। ਕਿਹਦਾ ਕੀ ਕੰਮ ਹੈ, ਕਿਹਨੇ ਕੀ ਕਰਨਾ, ਬਿਲਕੁਲ ਉਹਨੂੰ ਸਪੈਸੀਫਾਈ ਕੀਤਾ ਜਾਊਗਾ। ਅੱਜ ਹਜੇ ਤਾਂ 1 ਮਹੀਨਾ ਹੋਇਆ ਹੈ। ਦੇਖੋ ਤੁਸੀਂ ਜਦੋਂ ਮਾਨ ਸਾਹਿਬ ਨੇ ਉੱਤੋਂ ਬੈਠ ਕੇ ਕਿਹਾ ਕਿ ਜਦੋਂ ਕਰਪਸ਼ਨ ਕਰਦਾ ਫੜਿਆ ਗਿਆ ਤਾਂ ਅਸੀਂ ਕਦੇ ਨਹੀਂ ਬਖਸ਼ਾਂਗੇ, ਹਾਂਜੀ। ਸਾਡੇ ਸੀਐਮ ਸਾਹਿਬ ਨੇ, ਤਾਂ ਤੁਸੀਂ ਜਿਹੜੀ ਚੰਗੀ ਗੱਲ ਨੂੰ ਵੀ ਜਿਹੜੀ ਪੋਜ਼ਿਟਿਵਿਟੀ ਵੀ ਲਿਆਉਣੀ ਚਾਹੀਦੀ ਹੈ। ਦੇਖੋ ਉਹੀ ਤਹਿਸੀਲਾਂ ਰਜਿਸਟਰੀਆਂ 2-2 ਘੰਟਿਆਂ 'ਚ ਹੋ ਕੇ ਲੋਕ ਕਿੰਨੇ ਸੌਖੇ ਪਹਿਲਾਂ ਲਾਈਨਾਂ 'ਚ ਲਾ ਕੇ ਰਾਤ ਦੇ 8 ਵਜੇ ਤੱਕ ਰਜਿਸਟਰੀਆਂ ਹੁੰਦੀਆਂ ਸੀਗੀਆਂ। ਉਹੀ ਸਾਰਾ ਕੁਝ ਬੜਾ ਸਮੂਥਲੀ ਚੱਲੀ ਜਾਂਦਾ ਹੈ। ਹਜੇ ਤਾਂ ਬੜੀਆਂ ਡਿਊਟੀਆਂ ਪਈਆਂ ਜਿਹੜੀਆਂ ਸੰਭਾਲਣ ਵਾਲੀਆਂ, ਜਿਹੜੇ ਸਾਰੇ ਜੋ ਅਸੀਂ ਲੱਗ ਗਏ ਇਹਨਾਂ ਕੰਮਾਂ ਦੇ ਵਿੱਚ, ਤਾਂ ਤੁਸੀਂ ਦੇਖੋਗੇ ਇੱਕ ਡਿਊਟੀ ਪੂਰੀ ਕੀਤੀ ਜਾਊਗੀ। ਔਰ ਜਿਹੜੇ ਲੋਕਾਂ ਨੇ ਜਿਹੜੇ ਉਹਨਾਂ ਨੇ ਸਾਨੂੰ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਹੈ, ਉਹਨਾਂ ਨੇ ਜੋ ਬੜੇ ਵੱਡੇ ਉਹਨਾਂ ਦੇ ਸੁਪਨੇ ਹੈ, ਉਹਨਾਂ ਨੂੰ ਹਰ ਇੱਕ ਸੁਪਨੇ ਨੂੰ ਪੂਰਾ ਕੀਤਾ ਜਾਊਗਾ। ਆਮ ਆਦਮੀ ਪਾਰਟੀ ਦਾ ਕੇਡਰ, ਆਮ ਆਦਮੀ ਪਾਰਟੀ ਦੇ ਲੀਡਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਬੜੇ ਸਿਆਣੇ ਤੇ ਪੜ੍ਹੇ ਲਿਖੇ ਆ। ਅਜਿਹਾ ਕੋਈ ਲਾਂਭਾ ਨਹੀਂ ਆਉਣ ਦਿੱਤਾ ਜਾਊਗਾ। ਹਾਂ, ਇਹ ਬਖਲਾ ਕੇ ਜੋ ਮਰਜ਼ੀ ਕਰੀ ਜਾਣ, ਪਰ ਅੱਜ ਤੱਕ ਜੋ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਚੱਲਿਆ ਸਿਸਟਮ, ਉਹ ਮੈਂ ਸਾਡੇ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਵਧਾਈ ਦੇ ਪਾਤਰ ਹੈ ਕਿ ਇੰਨੇ ਘੱਟ ਸਮੇਂ ਦੇ ਵਿੱਚ ਹੀ ਇੰਨਾ ਜਿਹੜਾ ਸਿਸਟਮ ਬਦਲਣਾ ਸ਼ੁਰੂ ਹੋ ਗਿਆ। ਤਾਂ ਲੋਕ ਬੜੇ ਖੁਸ਼ ਆ, ਉਤਸ਼ਾਹਿਤ ਹੈ, ਔਰ ਲੋਕਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਇੱਕ ਗਾਰੰਟੀ ਜਿਹੜੀ ਹੈ, ਇੱਕ ਗੱਲ ਜਿਹੜਾ ਪੂਰਾ ਕੀਤਾ ਜਾਊਗਾ। ਲੋਕਾਂ ਨੂੰ ਆ ਪਾਰਟੀ ਤੇ ਬਹੁਤ ਵੱਡਾ ਵਿਸ਼ਵਾਸ ਹੈ। ਆਫੀਸਰ ਸਾਹਿਬਾਨ, ਐਸਐਸਪੀ, ਐਸਐਚਓ ਸਾਹਿਬਾਨ, ਜਿਨ੍ਹਾਂ ਨੇ ਸਾਰੇ ਤੇਜ਼ ਤੰਤਰ ਨੂੰ ਦੇਖਣਾ। ਹਾਂਜੀ ਜੇ ਜਲੰਧਰ ਵਾਲਾ ਬਦਲ ਕੇ ਬਠਿੰਡੇ ਲਾਤਾ, ਬਠਿੰਡੇ ਵਾਲਾ ਬਦਲ ਕੇ ਲੁਧਿਆਣੇ ਲਾਤਾ, ਲੁਧਿਆਣੇ ਵਾਲਾ ਰੋਪੜ ਲਾਤਾ, ਬਿਲਕੁਲ। ਕੀ ਉਹਨਾਂ ਦਾ ਪਿਛਲੇ 15 ਸਾਲਾਂ ਤੋਂ ਜੋ ਕੰਮ ਕਰਨ ਦਾ ਤਰੀਕਾ ਹੈ ਉਹ ਬਦਲਿਆ ਜਾ ਸਕੂਗਾ? ਉਹਨਾਂ ਦਾ ਜਿਹੜਾ ਮੁਰਜਮ ਨੂੰ ਦੇਖਣ ਦਾ ਤੇ ਮਦਈ ਨੂੰ ਦੇਖਣ ਦਾ ਨਜ਼ਰੀਆ ਹੈ ਉਹ ਬਦਲਿਆ ਜਾ ਸਕੂਗਾ? ਕੀ ਆਫੀਸਰ, ਇਮਾਨਦਾਰ ਆਫੀਸਰ ਜਿਹੜੇ ਪਿਛਲੇ 20 ਸਾਲਾਂ ਤੋਂ 15 ਸਾਲਾਂ ਤੋਂ ਦਫ਼ਤਰਾਂ 'ਚ ਹੀ ਬੈਠੇ ਹੈ, ਹਾਂਜੀ, ਕੀ ਇਮਾਨਦਾਰ ਸਰਕਾਰ ਨੂੰ ਉਹ ਅਫਸਰ ਨਹੀਂ ਦਿਸੇ? ਇਹੀ ਅਫਸਰ ਕਿਉਂ ਅਦਲਾ ਬਦਲੀ? ਉਹੀ ਮਤਲਬ ਸਿਰਫ ਜਿਵੇਂ ਜਿਹੜੇ ਕਾਂਗਰਸ ਵੇਲੇ ਲੱਗੇ ਸੀ, ਅਕਾਲੀ ਆ ਕੇ ਬਦਲ ਕੇ ਉਹਨਾਂ ਨੂੰ ਉਧਰ ਕਰ ਦਿੰਦੇ ਸੀ, ਉਧਰ ਜੋ ਕਾਂਗਰਸੀ ਆ ਜਾਂਦੇ ਸੀ ਉਧਰ ਕਰ ਦਿੰਦੇ ਸੀ। ਹਾਂਜੀ, ਤਾਂ ਉਹੀ ਸਿਸਟਮ ਹੁਣ ਵਾਲੀ ਸਰਕਾਰ ਨੇ ਅਪਣਾ ਲਿਆ। ਤਾਂ ਦੇਖੋ, ਜੇ ਕਰਪਸ਼ਨ 100 ਸੀ ਤਾਂ ਉਹ 50 ਕਰ ਲੈਣਗੇ, ਪਰ ਕਰਪਸ਼ਨ ਤਾਂ ਕਰਪਸ਼ਨ ਹੀ ਹੈ ਨਾ। ਡਿਪਟੀ ਸਾਹਿਬ, ਮੈਂ ਤੁਹਾਡਾ ਜਵਾਬ ਬੜੇ ਸ਼ਾਰਟ ਤਰੀਕੇ 'ਚ ਦਊਂਗਾ ਕਿ ਜਿਸ ਪਰਿਵਾਰ ਦਾ ਮੁਖੀਆ ਇਮਾਨਦਾਰ ਹੈ, ਜਿਸ ਪਰਿਵਾਰ ਦਾ ਮੁਖੀਆ ਬੜਾ ਸਟ੍ਰਿਕਟ ਹੈ, ਉਹ ਪਰਿਵਾਰ ਹਮੇਸ਼ਾ ਬੜਾ ਵਧੀਆ ਸ਼ਾਂਤਮਈ ਤਰੀਕੇ ਨਾਲ ਚੱਲਿਆ ਕਰਦੇ। ਉਸ ਪਰਿਵਾਰ ਦੇ ਬੱਚੇ ਬੜੇ ਵਧੀਆ, ਉੱਥੇ ਇੱਕ ਲੋਕਾਂ ਦੇ ਵਿੱਚ ਉਹਨਾਂ ਦੀ ਛਵੀ ਹੁੰਦੀ ਹੈ। ਸਾਡਾ ਜਿਹੜਾ ਮੁਖੀਆ ਹੈ, ਜਿਹੜੇ ਸਾਡੇ ਪਰਿਵਾਰ ਦਾ, ਸਾਡੀ ਆਮ ਆਦਮੀ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, ਇੱਕ ਓਨੈਸਟ, ਕਹਿਣੀ ਦੇ ਕਰਨੀ ਦੇ ਪਰਪੱਕ, ਔਰ ਸਾਡੇ ਜਿਹੜੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਜਦੋਂ ਉਹਨਾਂ ਦਾ ਨਾਮ ਆਉਂਦਾ ਹੈ, ਦੇਖੋ ਸਾਰਾ ਪੁਲਿਸ ਤੰਤਰ ਮਾੜਾ ਨਹੀਂ ਆਪਾਂ ਕਹਿ ਸਕਦੇ, ਸਾਰਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਚੰਗੇ ਮਾੜੇ ਲੋਕ, ਇੱਕ ਪਰਿਵਾਰ 'ਚ 4 ਭਾਈ ਹੈ, 3 ਭਾਈ ਚੰਗੇ ਹੁੰਦੇ ਆ, ਇੱਕ ਥੋੜਾ ਜਿਹਾ ਕਿਸੇ ਦੀਆਂ ਆਦਤਾਂ ਖਰਾਬ ਹੋ ਜਾਂਦੀਆਂ, ਪਰ ਜੇ ਮੁਖੀਆ ਚੰਗਾ ਤਾਂ ਪਰਿਵਾਰ ਸੁਧਰ ਜਾਂਦਾ। ਮੈਂ ਤੁਹਾਨੂੰ ਫੇਰ ਵਾਰ ਉਹ ਗੱਲ ਕਰਦਾ ਕਿ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਜਿਹੜੇ ਇਮਾਨਦਾਰ ਆਫੀਸਰ ਆ, ਇਮਾਨਦਾਰ ਪੁਲਿਸ ਆ ਜਾਂ ਇਮਾਨਦਾਰ ਹੋਰ ਮਹਿਕਮੇ ਆ, ਉਹਨਾਂ 'ਚ ਬੜੀ ਖੁਸ਼ੀ ਪਾਈ ਜਾ ਰਹੀ ਹੈ। ਉਹ ਤਾਂ ਸਾਨੂੰ ਰੋਕ ਕੇ ਗੱਲਾਂ ਕਹਿੰਦੇ ਆ ਕਿ ਅਸੀਂ ਤਾਂ ਇਹ ਦਿਨ ਬੜੇ ਪਹਿਲਾਂ ਦੇਖਣੇ ਚਾਹੁੰਦੇ ਸੀ, ਜਿਹੜੇ ਹੁਣ ਆਏ ਹੈਗੇ। ਸਾਡੀ ਇੰਨੀ ਰਿਸਪੈਕਟ ਹੈ, ਅਸੀਂ ਆਪਦੇ ਖੁੱਲੀ ਜਿਹੜੀ ਹੈ ਦਿਮਾਗ ਦੇ ਨਾਲ ਆਪਦੇ ਕੰਮ ਕਰ ਰਹੇ ਆ ਔਰ ਕਰ ਸਕਦੇ ਆ। ਪਹਿਲਾਂ ਕੀ ਹੁੰਦਾ ਸੀ
ਇੱਕ ਐਸਐਚਓ ਨੂੰ ਡਾਇਰੈਕਸ਼ਨ ਹੁੰਦੀ ਸੀ ਵੀ ਇਹਦੇ ਪਰਚਾ ਕੱਟ ਦੇ, ਇਹਨੂੰ ਅੰਦਰ ਟੰਗ ਦੇ, ਇਹਦੇ ਤੇ ਇੰਨੀ ਪਾ ਦੇ ਕੁੱਕੀ, ਇਹਦੇ ਤੇ ਇੰਨਾ ਚਿੱਟਾ ਪਾ ਦੇ। ਇਹ ਗੱਲਾਂ ਬਿਲਕੁਲ ਖਤਮ ਹੋਣਗੀਆਂ ਔਰ ਬੜਾ ਸਟ੍ਰਿਕਟਲੀ ਕਰਪਸ਼ਨ ਔਰ ਨਸ਼ੇ ਦੇ ਖਿਲਾਫ ਜਿਹੜੀ ਆਮ ਆਦਮੀ ਪਾਰਟੀ ਬੜੀ ਸਟ੍ਰਿਕਟ ਹੈ। ਹਜੇ ਵਾਰ-ਵਾਰ ਮੈਂ ਉਹੀ ਗੱਲ ਕਰ ਰਿਹਾ ਕਿ ਬਹੁਤ ਕੁਝ ਹੋਣ ਵਾਲਾ, ਹਜੇ ਤਾਂ ਥੋੜੀਆਂ ਮੋਟੀਆਂ ਜਿਹੜੀਆਂ ਚੇਂਜਸ ਲਿਆਂਦੀਆਂ, ਕਿਉਂਕਿ ਇੱਕ ਜਿਹੜਾ ਮਾਫੀਆ ਕਿਤੇ ਬਣ ਜਾਂਦਾ ਹੈ ਜਾਂ ਕਿਤੇ ਕੋਈ ਚੇਨ ਬਣ ਜਾਂਦੀ ਹੈ, ਜਾਂ ਉਹ ਚੇਨ ਦੇ ਵਿੱਚ ਕੋਈ ਲੀਡਰ ਇਦਾਂ ਦੇ ਬੈਠੇ ਹੁੰਦੇ ਜਿਹੜੇ ਡਾਇਰੈਕਸ਼ਨਸ ਦਿੰਦੇ ਆ, ਉਹ ਉਹਨਾਂ ਥੱਲੇ ਕੰਮ, ਉਹਨਾਂ ਦੇ ਵਾਸਤੇ ਬਦਲੀਆਂ ਕਰਨੀਆਂ ਬਹੁਤ ਜ਼ਰੂਰੀ ਹੈ। ਐਨੈਕਸਸ ਕਈ ਵਾਰੀ ਬਣ ਜਾਂਦੇ ਆ, ਉਹਨੂੰ ਤੋੜਨ ਦੇ ਲਈ ਬਦਲੀਆਂ ਕਰਨੀਆਂ ਹੁੰਦੀਆਂ ਬਣਦੀਆਂ। ਪਰ ਇਮਾਨਦਾਰ ਆਫਿਸਰ ਅੱਗੇ ਆਉਣਗੇ, ਇਮਾਨਦਾਰ ਹੀ ਮੁਲਾਜ਼ਮ ਅੱਗੇ ਆਉਣਗੇ, ਇਮਾਨਦਾਰ ਲੋਕ ਅੱਗੇ ਆਉਣਗੇ। ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਜਿਹਦਾ ਮੈਂ ਮਾਫੀ ਚਾਹੂੰਗਾ, ਜਿੱਦਾਂ ਜੀ ਨੇ ਆਖਿਆ ਕਿ ਅਸੀਂ ਇਮਾਨਦਾਰ ਨੈਕਸਸ ਲਿਆਉ ਰਹੇ ਹਾਂ, ਪਰ ਇੱਕ ਤੁਹਾਡੇ ਬੌਖਲਾਹਟ ਦੇ ਵਿੱਚ ਜਾਂ ਕਾਹਲੇਪਣ ਦੇ ਵਿੱਚ ਜਾਂ ਅਨਐਕਸਪੀਰੀਅੰਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਕੀ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਉਹਨਾਂ ਨੂੰ ਪਿਛਲੀ ਸਰਕਾਰ ਦੇ ਪ੍ਰੋਸੈਸ ਦੇ ਨਾਲ ਮਜੀਠੀਏ ਨੂੰ ਉੱਥੇ ਤਾਂ ਸ਼ਿਫਟ ਕੀਤਾ ਗਿਆ ਸੀ ਕਿ ਉਹ ਬਹੁਤ ਹੀ ਓਨੈਸਟ ਆਫੀਸਰ ਨੇ ਔਨ ਰਿਕਾਰਡ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਾਦਲ ਦਲ ਨੇ ਉਹਨਾਂ ਨੂੰ ਹਰਾਸ਼ ਕੀਤਾ ਸੀ ਡੈਮੋਕ੍ਰੈਟਿਕ ਸੈਟਅਪ ਤੋਂ ਬਾਹਰ ਜਾ ਕੇ ਅਨਜਸਟਿਡਲੀ। ਪਰ ਜਦੋਂ ਉਹਨਾਂ ਨੂੰ ਉੱਥੋਂ ਜਾ ਕੇ ਵੀ ਇਹ ਜੇਲ੍ਹ ਮੰਤਰੀ ਨੇ ਉਸ ਦਾ ਦੌਰਾ ਕੀਤਾ, ਉਹ ਸਭ ਤੋਂ ਵਧੀਆ ਜੇਲ੍ਹ ਪਾਈ ਗਈ, ਉਹਨਾਂ ਦੀ ਹੀ ਬਾਈਟ ਹੈ ਉਸ ਵਿੱਚ। ਪਰ ਕਾਹਲੀ ਦੇ ਵਿੱਚ ਉਹ ਇਹ ਬਿਆਨ ਦੇ ਗਏ ਕਿ ਅਸੀਂ ਇੱਥੇ ਆਫੀਸਰ ਬਦਲਣਾ, ਤੇ ਪਰ ਲਿਆਂਦਾ ਕੌਣ? ਜਿਹੜਾ ਸੁਖਬੀਰ ਬਾਦਲ ਦਾ ਸਭ ਤੋਂ ਨੀਅਰੈਸਟ ਤੇ ਡੀਅਰੈਸਟ ਹੈ। ਇਹ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹੜਾ ਕੋਈ ਸਿਸਟਮ ਹੈ ਕਿ ਜਿਹੜੀ ਖੀਰ ਹੈ ਨਾ, ਇੱਕ ਪੰਜਾਬੀ 'ਚ ਕਹਾਵਤ ਹੈ, ਉਹ ਠਾਰ ਕੇ ਖਾਣੀ ਚਾਹੀਦੀ। ਅੱਜ ਤੋਂ 2 ਮਹੀਨੇ ਪਹਿਲਾਂ ਵੀ ਇਹੀ ਆਫੀਸਰ ਸਾਹਿਬਾਨ ਸਾਰੇ ਜ਼ਿਲ੍ਹਿਆਂ 'ਚ ਅੱਡ-ਅੱਡ ਤਾਇਨਾਤ ਸੀ। ਉਦੋਂ ਆਪਾਂ ਕਹਿੰਦੇ ਸੀ ਕਿ ਇਹ ਸਾਰਾ ਭ੍ਰਿਸ਼ਟ ਤੰਤਰ ਹੈ। ਅੱਜ ਉਹ ਸਾਰੇ ਬਦਲ ਕੇ ਆਪਾਂ ਜ਼ਿਲ੍ਹੇ ਜਦੋਂ ਕੀ ਤੁਸੀਂ ਇਮਾਨਦਾਰੀ ਦਾ ਸਰਟੀਫਿਕੇਟ ਦੇਤਾ ਉਹਨਾਂ ਨੂੰ? ਗਿਲਪਤੀ ਸਾਹਿਬ, ਹੁਣ ਐਸਐਸਪੀ ਕੋਈ ਐ ਤਾਂ ਹੈ ਨਹੀਂ ਵੀ ਅੱਜ ਹੀ ਆਪਾਂ ਫੜ ਕੇ ਨਵੇਂ ਕੋਈ ਅੱਜ ਹੀ ਆਪਾਂ ਨਵੇਂ ਐਸਐਸਪੀ ਕਿਤੇ ਬਿਠਾ ਦਈਏ। ਮੈਂ ਤੁਹਾਨੂੰ ਵਾਰ-ਵਾਰ ਉਹੀ ਗੱਲ ਕਰ ਰਿਹਾ ਕਿ ਐਸਐਸਪੀ ਸਾਰੇ ਨਹੀਂ ਮਾੜੇ, ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾ ਕੇ ਉਹਨਾਂ ਤੋਂ ਗਲਤ ਕੰਮ ਕਰਾਏ ਜਾਂਦੇ ਆ। ਐਸਐਸਪੀ ਖੁਦ ਨਹੀਂ ਕਰਨਾ ਚਾਹੁੰਦੇ ਜਾਂ ਪੁਲਿਸ ਖੁਦ ਨਹੀਂ ਗਲਤ ਕੰਮ ਕਰਨਾ ਚਾਹੁੰਦੀ। ਜਿਹੜੇ ਉੱਪਰ ਕੇਡਰ ਸੀ, ਲੀਡਰਸ਼ਿਪ ਸੀ, ਚਾਹੇ ਉਹ ਅਕਾਲੀ ਦਲ ਦੀ ਰਹੀ ਹੈ ਚਾਹੇ ਕਾਂਗਰਸ ਦੀ ਰਹੀ ਹੈ, ਉਹਨਾਂ ਤੋਂ ਧੱਕੇ ਦੇ ਨਾਲ ਫੋਰਸੀਬਲੀ ਉਹਨਾਂ ਤੋਂ ਗਲਤ ਕੰਮ ਕਰਵਾਉਂਦੀ ਸੀ। ਤੁਸੀਂ ਯਾਦ ਰੱਖਿਓ, ਇਹੀ ਐਸਐਸਪੀ, ਇਹੀ ਆਈਜੀ, ਇਹੀ ਡੀਜੀਪੀ ਸਾਰੇ ਬੜਾ ਇਮਾਨਦਾਰੀ ਨਾਲ ਕੰਮ ਕਰ ਰਹੇ, ਕਿਉਂਕਿ ਇਹਨਾਂ ਕੋਲ ਕੋਈ ਪ੍ਰੈਸ਼ਰ ਹੀ ਨਹੀਂ ਹੋਣਾਗਾ। ਇਹਨਾਂ ਨੂੰ ਪਤਾ ਹੈ ਕਿ ਸਾਡੇ ਜਿਹੜਾ ਉੱਪਰ ਕੋਈ ਪ੍ਰੈਸ਼ਰ ਨਹੀਂ, ਤੇ ਬਿਲਕੁਲ ਫੇਅਰ ਕੰਮ ਕਰਨਗੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਗੇ। ਕੱਲੇ ਆਪਾਂ ਮੁਲਾਜ਼ਮਾਂ ਉੱਪਰ ਕਰੀਏ ਵੀ ਇਹਨਾਂ ਨੂੰ ਬਦਲਤਾ, ਇਹ ਸਾਰੇ ਕੰਮ ਜਿਹੜੀ ਸਰਕਾਰਾਂ ਕਰਾਉਂਦੀਆਂ, ਇੱਕ ਇਮਾਨਦਾਰ ਸਰਕਾਰ ਦੇ ਆਉਂਦੇ ਉਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ, ਪਰ ਉਹੀ ਆਫੀਸਰ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਉਹਨਾਂ ਦਿਨਾਂ ਦੇ ਵਿੱਚ। ਤੁਸੀਂ ਪਰ ਜੀਦਾ ਸਾਹਿਬ ਬਿਲਕੁਲ ਸਹੀ ਗੱਲ ਹੈ ਤੁਹਾਡੀ। ਇਹ ਆਪਾਂ ਮੁਲਾਜ਼ਮਾਂ ਦੀ ਕੋਈ ਨਹੀਂ, ਮੈਂ ਤਾਂ ਇੱਕ ਗੱਲ ਤੁਹਾਨੂੰ ਹੋਰ ਵਾਅਦਾ ਕਰਦਾ ਕਿ ਇੱਕ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜੇ ਰੱਸੇ ਚੱਬਣ ਦੀ ਆਦਤ ਹੋਵੇ ਨਾ ਤੇ ਉਹ ਜਾਂਦੀ ਨਹੀਂ ਹੁੰਦੀ। ਮੇਰੇ ਜੀਦਾ ਸਾਹਿਬ ਦੇ ਕਹਿਣ ਦਾ ਮਤਲਬ ਤਾਂ ਇਹ ਹੋ ਗਿਆ ਕਿ ਜੋ ਲੀਡਰ ਕਰਾਉਂਦੇ ਨੇ ਜਾਂ ਜਿਹੜੀਆਂ ਸਰਕਾਰਾਂ ਕਰਾਉਂਦੇ ਨੇ ਉਹੀ ਹੋ ਜਾਂਦਾ ਹੈ, ਜਦ ਕਿ ਜੇ ਅਫਸਰਾਂ ਦੀ ਕਾਬਲੀਅਤ ਕਿੱਧਰ ਗਈ? ਫਿਰ ਉਹ ਆਈਪੀਐਸ, ਪੀਸੀਐਸ, ਆਈਏਐਸ ਉਹ ਕੀ ਚੀਜ਼ ਹੈ? ਫਿਰ ਉਹ ਤਾਂ ਕੱਲੇ ਸਰਟੀਫਿਕੇਟ ਹੀ ਰਹਿ ਗਏ। ਸਾਡੇ ਜਿਹੜਾ ਪੰਜਾਬ ਦਾ ਕਲਚਰ, ਬਲਵਿੰਦਰ ਜੀ ਤੁਸੀਂ ਭਲੀ ਭਾਂਜ ਨੂੰ ਕੀ ਬਣਾ ਚੁੱਕਿਆ। ਸਾਡੇ ਜਿਹੜੀ ਆਫੀਸਰ ਕੇਡਰ ਆ ਜਾਂ ਲੌਬੀ ਆ ਨਾ, ਉਹਨੂੰ ਉੱਪਰ ਇੰਨਾ ਸਟ੍ਰੈਸ ਦਿੱਤਾ ਜਾਂਦਾ ਨਾ, ਬੋਝ ਪਾਇਆ ਜਾਂਦਾ ਕਿ ਧੱਕੇ ਨਾਲ ਉਹ ਗਲਤ ਕੰਮ ਕਰਾਏ ਜਾਂਦੇ ਆ। ਤੁਹਾਨੂੰ ਭਲੀ ਭਾਂਜ ਨੇ ਕਹਾ, ਤੁਸੀਂ ਸਾਰੇ ਜਾਣੋ ਕਿ ਜਿਹੜਾ ਕੰਮ ਕਰਾਇਆ ਜਾਂਦਾ ਆਪਦੀ ਮਰਜ਼ੀ ਦੇ ਨਾਲ, ਆਜ਼ਾਦ ਮਰਜ਼ੀ ਦੇ ਨਾਲ ਕੋਈ ਵੀ ਅਫਸਰ ਨਹੀਂ ਕੰਮ ਕਰ ਸਕਦਾ ਸੀਗਾ। ਜੋ ਉਹਨੂੰ ਹੁਕਮ ਹੁੰਦੇ ਸੀ, ਜੋ ਆਰਡਰਸ ਹੁੰਦੇ ਸੀ, ਉਹ ਕੰਮ ਉਹਨੂੰ ਕਰਨੇ ਪੈਂਦੇ ਸੀ। ਚਲੋ ਵਧੀਆ ਗੱਲ ਹੈ। ਮੈਂ ਕਹਿੰਦਾ ਜਿੱਦਾਂ ਸਾਹਿਬ ਆਜ਼ਾਦ ਮਰਜ਼ੀ ਨਾਲ ਕੰਮ ਕਰਦੇ ਅਸੀਂ ਫ੍ਰੀ ਛੱਡਾਂਗੇ ਤਾਂ ਬਿਲਕੁਲ ਹੋਨੈਸਟੀ ਨਾਲ ਕੰਮ ਕਰਾਂਗੇ। ਚਲੋ ਬੇਨਤੀ ਹੈ ਪਲੇਟਫਾਰਮ ਤੇ, ਸੌਰੀ ਕੁਲਦੀਪ ਸਿੰਘ ਜੀ, ਮੈਂ ਇੱਕ ਕੁਐਸਚਨ, ਇੱਕ ਬੇਨਤੀ ਹੈ ਤੁਹਾਨੂੰ ਕਿ ਜੋ ਕੰਮ ਗਲਤ ਕਾਂਗਰਸ ਸਮੇਂ ਤੇ ਅਕਾਲੀ ਦਲ ਦੇ ਸਮੇਂ ਕਰਵਾਏ ਗਏ ਲੀਡਰਾਂ ਕੋਲੋਂ, ਤੁਸੀਂ ਉਹਨਾਂ ਨੂੰ ਕਹੋ ਤੁਹਾਨੂੰ ਫ੍ਰੀ ਹੈਂਡ ਛੱਡਿਆ, ਸਾਰੇ ਗਲਤ ਕੰਮਾਂ ਨੂੰ ਨਸ਼ਰ ਕਰੋ ਪਬਲਿਕ ਦੇ ਵਿੱਚ, ਉਹਨਾਂ ਨੂੰ ਪੜਤਾਲ ਕਰਕੇ ਲੋਕਾਂ ਜੇ ਉਹ ਵਾਕਈ ਇਮਾਨਦਾਰ ਨੇ ਤੁਹਾਨੂੰ ਕਰਨਾ ਚਾਹੀਦਾ। ਨਹੀਂ ਗਿਲਪਤੀ ਸਾਹਿਬ, ਇਹ ਨਾ ਆਖਿਓ ਮੈਂ ਜੀਗਾ ਜੀ ਦਾ ਸਮਰਥਨ ਕਰ ਰਿਹਾ, ਕਿਉਂਕਿ ਜਿਹੜਾ ਰਿਪੋਰਟ ਕਾਰਡ ਹੈ ਨਾ ਉਹ 90 ਦਿਨਾਂ ਤੋਂ ਆਉਂਦਾ। ਬਿਲਕੁਲ ਠੀਕ ਹੈ ਨਾ ਜੀ। ਜਿਹੜਾ ਇਹਨਾਂ ਨੇ ਜਦੋਂ ਇਹਨਾਂ ਨੇ ਸਰਦਾਰ ਭਗਤ ਸਿੰਘ ਨਹੀਂ ਸਰਦਾਰ ਭਗਤ ਸਿੰਘ ਦੇ ਪਲੇਸ ਤੇ ਜਾ ਕੇ ਖਟਕੜ ਕਲਾਂ ਸਹੁੰ ਚੁੱਕੀ ਹੈ ਵੀ ਫੇਰ ਆਉਣਾ ਪਊ ਜਾਂ ਉਸ ਵਿਚਾਰਧਾਰਾ ਨੂੰ ਸਰਜੀਤ ਕਰਨਾ, ਉਹਦੇ ਲਈ 90 ਦਿਨਾਂ ਦਾ ਟਾਈਮ ਜ਼ਰੂਰ ਚਾਹੀਦਾ। ਵਿਚਾਰਿਕ ਮਤਭੇਦ ਜ਼ਰੂਰ ਹੋ ਸਕਦੇ ਆ, ਪਰ ਮਨਸਾ ਤੇ ਸ਼ੱਕ ਨਹੀਂ ਹੋਣਾ ਚਾਹੀਦਾ। ਨਹੀਂ, ਆਪਾਂ ਮਨਸ਼ਾ ਤੇ ਸ਼ੱਕ ਤਾਂ ਹਜੇ ਕਰ ਨਹੀਂ ਸਕਦੇ ਕਿਉਂਕਿ ਅਜੇ ਸਮਾਂ ਘੱਟ ਹੋਇਆ। ਹਾਂਜੀ 90 ਦਿਨ ਚਾਹੀਦੇ। ਸਰਦਾਰ ਕੁਲਦੀਪ ਸਿੰਘ ਜੀ, ਭਗਤ ਸਿੰਘ ਦੀ ਸਮਾਧ ਤੇ ਜਾ ਕੇ ਸਹੁੰ ਖਾ ਲੈਣੀ, ਸਮਾਧ ਤੇ ਜਾ ਕੇ ਬਸੰਤੀ ਪੱਗ ਬੰਨ੍ਹ ਲੈਣੀ, ਇਹ ਮਾਣੇ ਨਹੀਂ ਰੱਖਦੀ।
ਮਨ ਇਹ ਰੱਖਦੇ ਕਿ ਤੁਸੀਂ ਉਹਦੀ ਸੋਚ ਨੂੰ ਅਮਲੀ ਜਾਮਾ ਕਿੰਨਾ ਪਹਿਨਾ ਰਹੇ ਹੋ। ਉਹਦੀ ਸਮਾਧ ਤੇ ਸਹੁੰ ਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਪੀਪੀ ਬਣਾਈ ਆ, ਉਦੋਂ ਵੀ ਸਾਰਿਆਂ ਨੇ ਖਾਧੀ ਸੀ। ਦੇਖੋ ਗਿਲਪਤੀ ਆਏਂ ਹੈ ਜੀ, ਉਦੋਂ ਭਗਵੰਤ ਮਾਨ ਵੀ ਨਾਲ ਹੀ ਸੀ ਜੀ। ਉਦੋਂ ਮਾਨ ਸਾਹਿਬ ਵੀ ਨਾਲ ਹੀ ਸੀ। ਇੱਕ ਗੱਲ ਮੈਂ ਬਲਵਿੰਦਰ ਜੀ ਤੁਹਾਡੇ ਚੈਨਲ ਦੇ ਜ਼ਰੀਏ ਅੱਜ ਫੇਰ ਰਿਪੀਟ ਕਰੂੰਗਾ ਕਿ ਸਾਨੂੰ ਸਮਾਂ ਦਿਓ, ਜਦੋਂ ਬਿਲਕੁਲ। 5 ਸਾਲ ਨੂੰ ਦੁਬਾਰਾ ਵੋਟਾਂ ਮੰਗਾਂਗੇ, ਇਹੀ ਕਹਿ ਕੇ ਮੰਗਾਂਗੇ ਵੀ ਜੇ ਕੰਮ ਕੀਤੇ ਵੋਟ ਪਾਓ, ਜਾਂ ਨਹੀਂ ਕੰਮ ਕੀਤੇ ਨਾ ਪਾਓ। ਜੇ ਅਸੀਂ ਓਨੈਸਟੀ ਨਾਲ ਚੱਲੇ ਆਂ, ਲੋਕਾਂ ਦੀ ਭਲਾਈ ਲਈ ਕੰਮ ਕੀਤੇ ਆ, ਚੰਗੇ ਸਕੂਲ ਬਣਾਏ ਆ, ਚੰਗੇ ਹਸਪੀਟਲ ਬਣਾਏ ਆ, ਕਰਪਸ਼ਨ ਖਤਮ ਕੀਤੀ ਹੈ, ਨਸ਼ਾ ਖਤਮ ਕੀਤਾ, ਤਾਂ ਵੋਟ ਪਾਓ, ਨਹੀਂ ਨਾ ਪਾਓ। ਤੁਹਾਨੂੰ ਟਾਈਮ ਦਿਓ। ਅਜੇ ਸਿਰਫ ਕੁਝ ਕੁ ਦਿਨਾਂ ਦੇ ਵਿੱਚ ਹੀ ਆਪਾਂ ਐਡੇ ਪਹਾੜ ਬਣਾਉਣ ਲੱਗ ਗਏ ਵੀ ਇਹ ਤਾਂ ਜੀ ਆਪ ਆਏ ਹੋਗਾ ਜੀ, ਤਾਂ ਨਹੀਂ। ਹਾਈ ਤਾਂ ਸਾਡਾ ਸੰਗਠਨ ਹੀ ਨਹੀਂ ਕਿਤੇ, ਹਾਈ ਤਾਂ ਹੌਲੀ ਚਲੋ ਜਿਹਦਾ ਸਾਹਿਬ ਆਪਾਂ ਅਗਲੇ ਕਰਨੇ ਆ, ਅਜਿਹੇ ਕੰਮ ਕਰਨੇ ਆ ਕਿ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਇਹਨਾਂ ਦੇ ਮੂੰਹ ਅੱਡੇ ਰਹਿ ਜਾਣੇ ਆ ਵੀ ਇਦਾਂ ਵੀ ਪੋਲਿਟਿਕਸ ਹੁੰਦੀ ਆ, ਆਪਾਂ ਜੀ ਸਾਹਿਬ ਅਗਲੀ ਗੱਲ ਤੇ ਆਉਣੇ ਆ। ਮੈਨੂੰ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਜਿਹੜੇ ਇਹਨਾਂ ਨੇ ਮਤਲਬ ਇੱਕ ਵਾਅਦਾ ਕੀਤਾ ਸੀ ਕਿ ਅਸੀਂ 300 ਯੂਨਿਟ ਮੁਫਤ ਬਿਜਲੀ ਦੇਵਾਂਗੇ, ਨਾਲ ਇੱਕ ਜਿਵੇਂ ਥੱਲੇ ਲਿਖਿਆ ਹੁੰਦਾ ਨਾ ਵੀ 90% ਛੂਟ ਤੇ ਥੱਲੇ ਸ਼ਰਤਾਂ ਲਾਗੂ। ਉਹ ਸ਼ਰਤਾਂ ਲਾਗੂ ਸੀ ਕਿ 301 ਯੂਨਿਟ ਹੋ ਗਏ ਤਾਂ ਸਾਰੇ 301 ਦੇ ਪੈਸੇ ਦੇਣੇ ਪੈਣਗੇ। ਉਸ ਤੋਂ ਬਾਅਦ ਚੋਂ ਚੇਂਜ ਹੋ ਗਿਆ ਕਿ ਹੁਣ ਜੀ ਉਹ 300 ਯੂਨਿਟ ਵਾਲਾ ਖਾਕਾ ਛੱਡੋ, ਪ੍ਰੀਪੇਡ ਮੀਟਰ ਆ ਗਏ। ਫਿਰ ਉਹਦੇ ਨਾਲ ਇਹ ਵੀ ਹੋ ਗਿਆ ਕਿ ਜੀ ਹੁਣ ਜਿਹੜੀਆਂ ਪੁਰਾਣੀਆਂ ਮਤਲਬ ਟੈਰਿਫ ਸੀਗਾ ਉਹੀ ਲਾਗੂ ਹੋਊਗਾ। ਉਹ ਕੀ ਕੁਛ ਹੈ, ਉਹ ਕੁਲਦੀਪ ਸਿੰਘ ਜੀ ਥੋੜਾ ਜਿਹਾ ਜ਼ਿਆਦਾ ਕਲੀਅਰ ਕਰ ਦੇਣਗੇ। ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹਣਾ ਹੈ ਕਿ ਭਗਵੰਤ ਸਿੰਘ ਮਾਨ ਨੂੰ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਅਸ਼ਵਨੀ ਜੀ ਨੇ ਵੋਟ ਅੱਡ ਪਾਈ ਹੈ। ਹਾਂਜੀ। ਤੇ ਜਿਹੜੇ ਪ੍ਰੀਪੇਡ ਮੀਟਰ ਹੈ ਨਾ ਜੀ, ਉਹ ਮੋਹਾਲੀ ਨੂੰ ਛੱਡ ਕੇ ਅਸ਼ਵਨੀ ਦੀ ਜਿਹੜੀ ਕਨਸਟੀਚੁਐਂਸੀ ਹੈ, ਨੈਸ਼ਨਲ ਸੈਂਟਰ ਸਰਕਾਰ ਦੀ ਜਿਹੜੀ ਅਭਿਲਾਸ਼ਾ ਵੀ ਉਹ ਪੈਸੇ ਰੋਕਿਆ ਵੀ ਪ੍ਰੀਪੇਡ ਮੀਟਰ ਲਾਓ, ਉਹਨਾਂ ਦੀ ਕਨਸਟੀਚੁਐਂਸੀ ਚੋਂ ਉਹਨਾਂ ਦੀ ਲੋਕਾਂ ਦੀ ਆਮ ਰਾਏ ਲੈ ਕੇ ਉਹਨਾਂ ਤੋਂ ਲਾਗੂ ਕੀਤੇ ਜਾਣ। ਇੱਕ ਹਾਸੇ ਵਾਲਾ ਵਿਸ਼ਾ ਨਹੀਂ, ਇੱਕ ਡੂੰਘਾਈ ਨਾਲ ਵਿਸ਼ਾ ਹੈ, ਇੱਕ ਸੁਝਾਅ ਹੈ। ਕਹਿੰਦੇ ਕਿ ਨਿਆਣਾ ਗੱਲ ਕਰੇ, ਸਿਆਣਾ ਕਿਆਸ ਕਰੇ। ਕਿ ਸੁਲਝੇ ਹੋਏ ਨਿਆਣੇ ਦਾ ਮਤਲਬ ਉਮਰ ਦਰਾਜ਼ ਨਹੀਂ ਹੁੰਦਾ, ਕਿ ਇੱਕ ਆਪਣੀ ਅਵੇਲੇਬਿਲਟੀ ਨੂੰ, ਮਨ ਨੀਵਾਂ ਮੱਤ ਉੱਚੀ ਨੂੰ ਡਿਫਾਈਨ ਕਰਨ ਲਈ ਜਦੋਂ ਇਸ ਗੱਲ ਨਾਲ ਅਸੀਂ ਗੱਲ ਕਰਦੇ ਹਾਂ ਕਿ ਜੇ ਇਹਦੇ ਨਾਲ ਦੋਨੇ ਕੰਮ ਸਾਧੇ ਜਾਣਗੇ ਵੀ ਨਾਲੇ ਤਾਂ ਪੰਜਾਬ ਦੇ ਵਿੱਚ ਜਿਹੜਾ ਸਮਾਰਟ ਮੀਟਰ ਹੈ ਉਹਦੀ ਪਰਿਭਾਸ਼ਾ ਅੰਕਿਤ ਹੋ ਜੂਗੀ, ਤੇ ਨਾਲੇ ਜਿਹੜੀ ਮਤਲਬ ਕਿ ਸੈਂਟਰ ਦੀ ਡਿਮਾਂਡ ਹੈ, ਸਾਨੂੰ ਜਿਹੜੀ ਪੰਜਾਬ ਨੂੰ ਬਿਜਲੀ ਚਾਹੀਦੀ ਹੈ, ਜਾਂ ਉਹਨਾਂ ਨੇ ਕੋਲਾ ਰੋਕਿਆ ਜਾਂ ਇਹਨਾਂ ਤੇ ਖਜਾਹਟ ਦੇ ਵਿੱਚ ਉਹ ਇਨਸਟਰਕਸ਼ਨਸ ਲਾਉਂਦੇ ਆ, ਕੁਝ ਫੰਡਸ ਰੋਕਣ ਦੀ ਵੀ ਗੱਲ ਵੀ ਆਈ। ਹਾਂਜੀ, ਉਹਨਾਂ ਨੂੰ ਕਹੋ ਜੀ ਆਹ ਦੇਖੋ ਅਸੀਂ ਤੁਹਾਡੀ ਮਤਲਬ ਕਿ ਅਸ਼ਵਨੀ ਜੀ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਦਾ ਜਿਹੜੀ ਕਨਸਟੀਚੁਐਂਸੀ ਏਰੀਆ ਉਹਦੇ ਵਿੱਚ ਸਾਰੇ ਸਮਾਰਟ ਮੀਟਰਸ ਲਾਤੇ, ਕਿਉਂਕਿ ਉਹ ਡੋਮੀਨੇਟ ਕਰ ਰਹੇ ਆ ਨਾ ਜੀ। ਹਾਂਜੀ। ਉਹਨਾਂ ਨੇ ਆਖਿਆ ਵੀ ਸੈਂਟਰ ਐਸਾ ਕੁਝ ਨਹੀਂ ਕਰ ਰਿਹਾ, ਤੇ ਜਿਹੜੇ ਸਮਾਰਟ ਮੀਟਰਸ ਹੈ ਜਾਂ ਕਿਸਾਨ ਹੈ ਜਾਂ ਉਹ ਪੱਟ ਰਹੇ ਆ, ਇਹ ਬਹੁਤ ਹੀ ਵਧੀਆ ਵੈਲਿਊਬਿਲਿਟੀ ਪ੍ਰੋਸੈਸ ਹੈ ਕਿ ਜੇ ਉੱਥੋਂ ਸ਼ੁਰੂ ਕੀਤਾ ਜਾਵੇ। ਮਾਨ ਸਾਹਿਬ ਤਾਂ ਇਹਦੇ ਸੰਬੰਧ ਵਿੱਚ ਮੇਰੇ ਖਿਆਲ ਵਿਰੋਧ ਵੀ ਦਰਜ ਕਰਾ ਚੁੱਕੇ ਕਿ ਅਸੀਂ ਇਸ ਤਰ੍ਹਾਂ ਦੇ ਮੀਟਰ ਨਹੀਂ ਲਗਾਵਾਂਗੇ। ਦੇਖੋ ਬਲਵਿੰਦਰ ਜੀ, ਤੁਸੀਂ ਦੇਖਿਆ ਹੋਣਾ ਵੀ ਜਿੱਦੇ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਸੈਂਟਰ ਨੇ ਕੀ ਕੁਛ ਪੰਜਾਬ ਨਾਲ ਵਿਤਕਰਾ ਕਰਨਾ ਸ਼ੁਰੂ ਕਰਤਾ। ਦੇਖੋ ਯਕਦਮ ਹੀ ਕਿੰਨੀਆਂ ਉਹਨਾਂ ਨੇ ਫੰਡਸ ਰੋਕ ਤੇ SYL ਦਾ ਮੁੱਦਾ ਉਠਾਤਾ, ਉਹ ਉਠਾਤਾ। ਇਹ ਸਿਰਫ ਡਰ ਹੈ। ਔਰ ਮੈਂ ਇੱਕ ਗੱਲ ਕਹਿਣਾ ਹੈ ਕਿ ਹੁਣ ਜਿੱਦਾਂ ਗੁਜਰਾਤ ਦੇ ਵਿੱਚ ਵੀ ਮਾਨ ਸਾਹਿਬ ਗਏ ਹੋਏ ਹੈ, ਤਾਂ ਉਧਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਉੱਥੇ ਗਏ ਹੋਏ ਆ, ਆਪਦੀ ਆਈਡੀਓਲੋਜੀ ਨੂੰ ਉੱਥੇ ਵੀ ਲੈ ਕੇ ਜਾ ਰਿਹਾ, ਪੰਜਾਬ ਨੂੰ ਵੀ ਲੈ ਕੇ ਆਏ ਆ। ਇਸ ਸਾਰੀਆਂ ਹਜੇ ਬੜਾ ਉੱਪਰੋਂ ਸਨੱਬ ਕੀਤਾ ਜਾ ਰਿਹਾ, ਬੜਾ ਪ੍ਰੈਸ਼ਰ ਬਣਾਇਆ ਜਾ ਰਿਹਾ। ਇਹਦਾ ਬੜੇ ਵਧੀਆ ਜਿਹੜੇ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰਕੇ ਜਿਹੜਾ ਲੋਕਾਂ ਦੀ ਰਾਏ ਮਤ ਦੇ ਨਾਲ ਜਿਹੜੇ ਕੰਮ ਕੀਤੇ ਜਾਣਗੇ। 300 ਯੂਨਿਟ ਬਿਜਲੀ ਫ੍ਰੀ ਵੀ ਮਿਲੂਗੀ। ਆਉਣ ਵਾਲੇ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਪਾਸ ਹੋਣੀਆਂ। ਜਿਹੜਾ 1000 ਰੁਪਏ ਮਹੀਨਾ ਸਾਡੀਆਂ ਭੈਣਾਂ ਮਾਵਾਂ ਨੂੰ ਮਿਲਣਾ ਉਹ ਵੀ ਸਟਾਰਟ ਕੀਤਾ ਜਾਊਗਾ। ਮੈਂ ਬਾਰ-ਬਾਰ ਕਹਿੰਦਾ ਉਹੀ ਗੱਲ ਚੰਗਾ ਨਹੀਂ ਲੱਗਦਾ ਕਿ ਹਰ ਇੱਕ ਜਿਹੜੀ ਗੱਲ ਬੋਲੀ ਆ ਉਹਦੇ ਤੇ ਫੁੱਲ ਚੜਾਏ ਜਾਣਗੇ, ਉਹਨੂੰ ਇੰਪਲੀਮੈਂਟ ਕੀਤਾ ਜਾਊਗਾ। ਕਿਉਂ ਭੋਲਾ ਜੀ, ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਮਤਲਬ ਐਡਾ ਸੌਖਾ ਜੋ ਐਲਾਨ ਹੋ ਰਿਹਾ ਐਡੇ ਸੌਖੇ ਨਿਬੜ ਜਾਣਗੇ? ਮੈਂ ਜੀਦਾ ਸਾਹਿਬ ਦੀ ਇੱਕ ਗੱਲ ਨਾਲ ਸਹਿਮਤ ਹਾਂ ਕਿ ਐਲਾਨ ਹੋ ਰਹੇ ਨੇ, ਪਰ ਲੇਕਿਨ ਆਪਾਂ ਨੂੰ ਸਮਾਂ ਤਾਂ ਦੇਣਾ ਪੈਣਾ ਨਾ ਸਰ। ਐਲਾਨ ਤਾਂ ਹਾਂ, ਪਰ ਜਿਹੜੀ ਪੰਜਾਬ ਦੀ ਆਰਥਿਕ ਸਥਿਤੀ ਹੈ ਉਹ ਇਹ ਐਲਾਨ ਪੂਰੇ ਕਰਨ ਦੀ ਸਮਰੱਥ ਨਹੀਂ ਹੈਗੀ। ਪਰ ਉਹ ਸਮਰੱਥਾ ਕਿੱਥੋਂ ਜਟਾਉਣੀ ਹੈ, ਇਹ CM ਸਾਹਿਬ ਦਾ, ਉਹਨਾਂ ਦੀ ਕੈਬਨਿਟ ਦਾ, ਉਹਨਾਂ ਦੇ ਆਫੀਸਰ ਸਾਹਿਬਾਨ ਦਾ ਮਤਲਬ ਰਾਈਟ ਹੈ। ਸੋ ਉਹਨਾਂ ਨੇ ਦੇਖਣਾ ਹੈ। ਆਪਾਂ ਥੋੜਾ ਜਿਹਾ ਸਮਾਂ ਹੋਰ, ਆਪਾਂ ਅਗਲੀ ਇੰਟਰਵਿਊ 'ਚ ਹੋਰ ਮਹੀਨਾ 20 ਦਿਨ ਠਹਿਰ ਕੇ ਕਰ ਲਾਂਗੇ, ਠੀਕ ਹੈ ਨਾ। ਤਾਂ ਇੱਕ ਗੱਲ ਹੋਰ ਸੀ ਕਿ ਜਿਸ ਤਰ੍ਹਾਂ ਹੁਣ ਪਿੱਛੇ ਜੇ ਇੱਕ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੇ ਕਹਿੰਦੇ ਕਿ ਪੁਰਾਣੀਆਂ ਪੈਨਸ਼ਨਾਂ MLAs ਦੀਆਂ ਜਾਂ ਹੋਰ ਆ ਪੁਰਾਣੀਆਂ ਪੈਨਸ਼ਨਾਂ ਬੰਦ ਕਰਤੀਆਂ, ਪਰ ਇੱਕ ਮੇਰੀ ਖਿਆਲ
ਰਾਜਾ ਵੜਿੰਗ ਨਾਲ ਹੀ ਗੱਲ ਹੋਈ ਸੀ ਮੇਰੀ ਕਿ ਉਹ ਕਹਿ ਰਹੇ ਸੀ ਕਿ ਇਹੋ ਜਿਹਾ ਕੁਝ ਨਹੀਂ ਹੋਇਆ, ਇਕੱਲਾ ਐਲਾਨ ਹੀ ਹੋਇਆ ਸੀ, ਇਹਦਾ ਨਾ ਤਾਂ ਕੋਈ ਨੋਟੀਫਿਕੇਸ਼ਨ ਹੋਇਆ, ਨਾ ਕੋਈ ਰੋਕੇ ਗਏ ਆ, ਸਾਰਾ ਕੁਝ ਉਵੇਂ ਹੀ ਮਿਲ ਰਿਹਾ ਹੈਗਾ। ਮੈਂ ਤਾਂ ਇਹ ਕਹੂੰਗਾ ਜੀ, ਇਹ ਪੈਨਸ਼ਨ ਬੰਦ ਹੋਣੀ ਚਾਹੀਦੀ ਹੈ। ਜੇ ਅੱਜ EMPLOYE ਭਰਤੀ ਕਰਦੇ ਆ, ਹਾਂਜੀ, ਉਹਦੀ ਪੈਨਸ਼ਨ ਬੰਦ ਹੈ। ਹਾਂਜੀ, ਜਿਹੜਾ ਨਵਾਂ ਭਰਤੀ ਕਰਦੇ ਆ 2014 ਤੋਂ ਸਾਡੀ ਗਵਰਨਮੈਂਟ ਨੇ ਬੰਦ ਕੀਤਾ ਸੀ। ਜੇ EMPLOYE ਜਿਹੜਾ 20 ਸਾਲ 30 ਸਾਲ ਸੇਵਾ ਕਰਕੇ ਉਹ ਪੈਨਸ਼ਨ ਦਾ ਹੱਕਦਾਰ ਨਹੀਂ ਤੇ ਇੱਕ 5 ਸਾਲਾਂ ਬਾਅਦ ਪੈਨਸ਼ਨ ਦਾ ਹੱਕਦਾਰ ਕਿਵੇਂ ਹੋ ਗਿਆ? ਬਿਲਕੁਲ ਠੀਕ ਹੈ। ਦੂਜੀ ਗੱਲ, ਜਦੋਂ ਅਸੀਂ ਲੋਕਾਂ ਕੋਲੇ ਵੋਟਾਂ ਮੰਗਣ ਜਾਂਦੇ ਆ, ਉਦੋਂ ਅਸੀਂ ਕਹਿੰਦੇ ਆ ਕਿ ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਆ, ਹਾਂਜੀ, ਸਾਨੂੰ ਸੇਵਾ ਦਾ ਮੌਕਾ ਦਿਓ। ਹਰ ਲੀਡਰ ਨੇ ਇਹੀ ਗੱਲ ਕਹਿਣੀ ਕਿ ਸਾਨੂੰ ਸੇਵਾ ਦਾ ਮੌਕਾ ਦਿਓ। ਤੇ ਸੇਵਾ ਤਾਂ ਬਿਨਾਂ ਪੈਸੇ ਤੋਂ ਹੁੰਦੀ ਆ। ਆਪਾਂ ਗੁਰੂ ਘਰ ਜਾਂਦੇ ਆ ਸਰਦਾ ਸੇਵਾ ਕਰਨ, ਦੱਸੋ ਉੱਥੇ ਆਪਾਂ ਝਾੜੂ ਮਾਰਦੇ ਆਪਾਂ ਤੋਂ ਕੋਈ ਪੈਸੇ ਲੈਂਦਾ? ਆਪਾਂ ਚੱਕ ਕੇ ਝਾੜੂ ਮਾਰਦੇ ਆ, ਸੇਵਾ ਕਰਿਆ ਉਹਨੇ। ਬਿਲਕੁਲ ਜੀ, ਬਿਲਕੁਲ। ਸੋ ਸੇਵਾ ਕਰਨੀ ਹੈ ਤਾਂ ਫਿਰ ਕਰੋ, ਨਾਲੇ ਪਤਾ ਲੱਗੂ ਵੀ ਸੇਵਾ ਕਿਹੜਾ ਕਰਦਾ ਹੈ ਤੇ ਪੈਸਿਆਂ ਖਾਤਰ ਸੇਵਾ ਕਿਹੜਾ ਕਰਦਾ ਹੈ। ਬਿਲਕੁਲ। ਇਹ ਪੈਨਸ਼ਨਾਂ ਜਮਾ ਬੰਦ ਹੋਣੀਆਂ ਚਾਹੀਦੀਆਂ, ਇਹਦੇ ਵਿੱਚ ਕੋਈ ਪੈਨਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਇਹ ਖਰਚਾ ਭੱਤਾ ਹੈ ਉਹ ਵੀ ਬੰਦੇ ਦੀ ਸਮਰੱਥਾ, ਮੰਨ ਲਓ ਕੋਈ ਰਿਜ਼ਰਵ ਦੇ ਜਾਂ ਕੋਈ ਗਰੀਬ ਸਧਾਰਨ ਵਰਗ ਜਿਹਦੇ ਕੋਲੇ ਸਮਰੱਥ ਸਾਧਨ ਨਹੀਂ, ਉਹਨਾਂ ਨੂੰ ਲਾਓ। ਜਿਹੜੇ ਸਰਦੇ ਪੁੱਜਦੇ ਅਮੀਰ ਘਰਾਣਿਆਂ ਦੇ ਲੋਕ MLA ਬਣੇ ਨੇ, ਨਹੀਂ ਲੈਣੀਆਂ ਚਾਹੀਦੀਆਂ, ਉਹਨਾਂ ਨੂੰ ਛੱਡਣੀਆਂ ਚਾਹੀਦੀਆਂ। ਇਹ ਤਾਂ ਨਾ ਪੈਨਸ਼ਨ ਦੇ ਨਾਂ ਤੇ ਨਾ ਜਦੋਂ ਵੀ ਗੱਲ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਪਹਿਲ ਦੇ ਆਧਾਰ ਤੇ ਲਿੱਤਾ ਜਾਂਦਾ। ਕਿਉਂ ਜੀ ਸਾਹਿਬ ਇਸ ਤਰ੍ਹਾਂ ਹੀ ਆ? ਬਿਲਕੁਲ ਜੀ, ਪ੍ਰਕਾਸ਼ ਸਿੰਘ ਬਾਦਲ ਜੀ ਦੇਖੋ ਕਿੰਨੀਆਂ ਪੈਨਸ਼ਨਾਂ ਲੈ ਰਹੇ ਸੀ। ਇੱਕ ਮੈਂ ਗੱਲ ਤੁਹਾਨੂੰ ਦੱਸਦਾ ਵੀ ਬੜੇ ਤੇਜ਼ ਤਰਾਰ ਲੀਡਰ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਉਹਨੂੰ ਪਤਾ ਲੱਗ ਗਿਆ ਵੀ ਉਹਨੂੰ ਤਾਂ ਬੰਦ ਕਰਨੀ ਤੇ ਪਹਿਲੇ ਹੀ ਦੱਸੋ ਵੀ ਬਾਦਲ ਸਾਹਿਬ ਹੁਣ 100 ਸਾਲ ਦੇ ਹੋ ਗਏ, ਅੱਜ ਬਿਆਨ ਦੇ ਰਹੇ ਆ ਵੀ ਮੇਰੀਆਂ ਪੈਨਸ਼ਨਾਂ ਮੈਨੂੰ ਨਾ ਦਿੱਤੀਆਂ ਜਾਣ, ਜੇ ਉਹਨਾਂ ਲੋਕਾਂ ਦਾ ਭਲਾ ਕੀਤਾ ਜਾਵੇ। ਦੇਖੋ ਉਹਨਾਂ ਦੀ ਮਨਸ਼ਾ ਦੇਖੋ, ਹੁਣ ਕਹਿ ਰਹੇ ਆ। ਪਰ ਮੈਂ ਵੀ ਬੰਦੇ ਦੇ ਹਾਰਨ ਤੋਂ ਬਾਅਦ ਲੱਗਦੀ ਹੈ ਬਾਦਲ ਸਾਹਿਬ ਨੂੰ ਪੈਨਸ਼ਨ ਨਹੀਂ ਪਹਿਲਾਂ ਮਿਲਦੀ ਸੀ। ਜਦੋਂ ਬੰਦੇ ਨੂੰ ਪਤਾ ਲੱਗਦਾ ਵੀ ਇਹ ਕੰਮ ਹੋਣਾ, ਪਹਿਲੇ ਬਿਆਨ ਦੇ ਜਾਣਾ। ਸੋ ਮੈਂ ਤਾਂ ਕਹਿਣਾ ਹੈ ਵੀ ਰਾਜਨੀਤੀ ਨੂੰ ਇੱਕ ਧੰਦਾ ਨਾ ਬਣਾਇਆ ਜਾਵੇ। ਇੱਥੇ ਤਾਂ ਅਸੀਂ ਪੈਨਸ਼ਨਾਂ ਤੱਕ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ, ਤਾਂ ਦੂਜੀਆਂ ਪਾਰਟੀਆਂ ਦਾ ਦੇਖੋ ਕੋਈ ਮਿਨਿਸਟਰ ਬਣ ਜਾਂਦਾ 10-10 ਪੀੜ੍ਹੀਆਂ ਦਾ ਪੈਸਾ ਇਕੱਠਾ ਕਰ ਆਪਦੇ ਕੋਠੇ ਭਰੀ ਫਿਰਦੇ ਸੀ। ਨਹੀਂ ਚਲੋ ਅਸੀਂ ਕਹਿੰਦੇ ਵੀ ਪੈਨਸ਼ਨਾਂ ਤੱਕ ਵੀ ਯਾਰ ਉਹ ਤਾਂ ਜੀਦਾ ਸਾਹਿਬ ਜਿਹੜੀ ਸਾਡੀ ਨੀਡ ਹੈ। ਇੱਕ ਮੈਂ ਹੋਰ ਸੁਝਾਅ ਦੇਣਾ ਚਾਹੂੰਗਾ ਜੀਦਾ ਸਾਹਿਬ, ਜੀਦਾ ਇੱਕ ਮਿੰਟ ਸਰ ਚਾਹੂੰਗਾ ਜੀ, ਹਾਂਜੀ, ਕਿ ਇੰਨੇ ਤਾਂ ਰਿਫਾਰਮ ਕੀਤੇ ਆ, MLA MPs ਜਿਹੜੇ ਐਕਸ ਨੇ ਉਹਨਾਂ ਤੋਂ ਸਿਕਿਉਰਿਟੀ ਵਿਦਡਰਾ ਕਰੋ। ਤੁਹਾਡੀ ਜਿਹੜਾ ਤੁਹਾਡੀ ਪੁਲਿਸ ਆਫ ਪਬਲਿਕ ਦੀ ਸੇਵਾ ਲਈ ਹੈ। ਤੀਸਰੀ ਇੱਕ ਮੈਂ ਨਵੇਕਲਾ ਜਿਹਾ ਸੁਝਾਅ ਦੇਣਾ ਚਾਹਣਾ ਕਿ ਬ੍ਰਿਟਿਸ਼ ਗਵਰਨਮੈਂਟ ਦੇ ਜਿੰਨੇ ਵੀ MLAs ਜਾਂ MPs ਆ ਨਾ, ਉਹਨਾਂ ਨੂੰ ਬੱਸ ਲੈਣ ਜਾਂਦੀ ਹੈ। ਹਾਂਜੀ, ਠੀਕ ਹੈ ਜੀ। ਤੇ ਪੰਜਾਬ ਦੇ ਵਿੱਚ ਇੱਕ ਪਹਿਲ ਕਦਮੀ ਕੀਤੀ ਜਾਵੇ। ਜੇ ਅਸੀਂ ਉਹਨਾਂ ਦਾ ਵੈਸਟਰਨ ਕਲਚਰ ਅਪਣਾ ਸਕਦੇ ਹਾਂ ਤੇ ਕਿਉਂ ਨਹੀਂ ਇੱਕ ਪੰਜਾਬ ਗਵਰਨਮੈਂਟ ਵੱਲੋਂ ਬੱਸ ਬਣਾਈ ਜਾਵੇ ਕਿ 117 ਦੇ 17 ਬੰਦਿਆਂ ਨੂੰ ਉਹਨਾਂ ਦੀ ਸੀਟ ਰਿਜ਼ਰਵ ਕੀਤੀ ਜਾਵੇ ਵੀ ਇਹਨਾਂ ਇਸ ਬੱਸ 'ਚ ਇਹਨੇ ਚੜ੍ਹਨਾ, ਇਸ 'ਚ ਕੈਬਨਿਟ ਚੜ੍ਹਨਾ। ਉਸੇ ਨੂੰ ਜਿਹੜੀ ਇੱਕ ਮਿਨਿਸਟਰ ਨੂੰ ਸਿਕਿਉਰਿਟੀ ਹੁੰਦੀ ਉਹ ਬੱਸ ਨੂੰ ਸਿਕਿਉਰਿਟੀ ਦੇ ਕੇ ਸਾਰੇ ਦੇ ਸਾਰੇ 117 ਦੇ 117 ਇੱਕ ਜਾਂ ਦੋ ਬੱਸਾਂ ਜਾਂ ਤਿੰਨ ਬੱਸਾਂ ਦੇ ਰਾਊਂਡ ਦੇ ਵਿੱਚ ਉਹ ਵਿਧਾਨ ਸਭਾ ਆਉਣ ਸਰ, ਤੇ ਨਾਲੇ ਉਹ ਪੰਚੁਅਲਿਟੀ ਹੋਵੇ। ਸਰ ਮੇਰੇ ਖਿਆਲ ਪੰਜਾਬ 'ਚ ਤਾਂ ਨਹੀਂ ਹੋ ਸਕਦਾ ਇਹ, ਕਿਉਂਕਿ ਇੱਥੇ ਤਾਂ ਲੀਡਰਸ਼ਿਪ ਨੇ ਕਰਨੇ ਹੁੰਦੇ ਆ। ਸਾਡੀ ਸੀਨੀਅਰ ਲੀਡਰਸ਼ਿਪ ਬਹੁਤ ਸਿਆਣੀ ਹੈ, ਬੜੀ ਸਮਝਦਾਰ ਹੈ। ਟਾਈਮ ਟੂ ਟਾਈਮ ਜਿਹੜਾ ਕੰਮ ਲੋਕਾਂ ਦੇ ਰਾਏ ਮਤ ਦੇ ਨਾਲ ਸਭ ਕੀਤੇ ਜਾਣਗੇ। ਇਹ ਮੈਂ ਤੁਹਾਨੂੰ ਕੋਈ ਬਿਆਨ ਦੇ ਦਿਆਂ ਮੈਂ ਇੰਨੇ ਨਹੀਂ ਮੈਂ ਬਿਆਨ ਲਈ ਨਹੀਂ ਕਿਹਾ ਜੀ ਸਰ ਮੈਨੂੰ ਜਿਹੜਾ ਹੈ ਇਹ ਲੋਕਾਂ ਦੇ ਭਲਾਈ ਲਈ ਇੱਕ ਕੰਮ ਕਰਨਗੇ ਔਰ ਜਿੰਨੇ ਖਰਚੇ ਘਟਾ ਸਕੇ, ਜਿੰਨਾ ਬੋਝ ਘਟਾ ਸਕੇ, ਜਿੰਨਾ ਖਜ਼ਾਨਾ ਭਰਨ ਦੇ ਲਈ ਆਮ ਆਦਮੀ ਪਾਰਟੀ ਜਿਹੜੀ ਤਤਪਰ ਹੈ, ਲੀਕੇਜ ਬੰਦ ਕਰਨ ਲਈ ਤਤਪਰ ਹੈ, ਉਹ ਸਾਰਾ ਕੁਝ ਕੀਤਾ ਜਾਊਗਾ। ਆਉਣ ਵਾਲੇ ਸਮਾਂ ਟਾਈਮ ਦਿਓ, ਹਜੇ ਜਿਵੇਂ ਆਪਾਂ ਕਹਿੰਦੇ 90 ਦਿਨ ਤਾਂ ਘੱਟੋ ਘੱਟ ਸਾਨੂੰ ਦਿਓ ਨਾ। 90 ਦਿਨ ਕਿੰਨੇ ਕੰਮ ਕੀਤੇ ਨੇ, ਫਿਰ ਬੈਠ ਕੇ ਆਪਾਂ ਫਿਰ ਐ ਨਾ ਜਿੱਦਾਂ ਸਾਹਿਬ ਉਹ ਤਾਂ ਕੁਲਦੀਪ ਸਿੰਘ ਨਾਲ ਮੈਂ ਵੀ ਸਹਿਮਤ ਨਹੀਂ ਆ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਖਾਸ ਕਰ ਇੰਡੀਆ 'ਚ ਖਾਸ ਕਰ ਪੰਜਾਬ ਦੇ ਵਿੱਚ ਤਾਂ MLA ਜਾਂ ਮੰਤਰੀ ਦੀ ਗੱਲ ਕਰਦੇ ਆ, ਉਹਦਾ ਜਦੋਂ MLA ਦਾ ਕੋਈ PA ਹੁੰਦਾ ਬੱਸ 'ਚ ਤਾਂ ਉਹ ਚੜ੍ਹਨੋਂ ਹਟ ਜਾਂਦਾ ਹੈਗਾ ਤੇ ਉਹ ਤਾਂ ਫਿਰ ਵੀ ਖੁਦ MLA ਨੇ। ਜਿੱਥੇ ਤੱਕ ਜਿੱਦਾਂ ਸਰ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਉਹਨਾਂ ਨੇ ਬਿਆਨ ਦੇਤਾ ਪ੍ਰਕਾਸ਼ ਸਿੰਘ ਬਾਦਲ ਨੇ, ਪਰ ਮੇਰੀ ਜਾਣਕਾਰੀ ਅਨੁਸਾਰ ਇਹ ਹੈ ਕਿ ਉਹਨਾਂ ਨੇ ਤਾਂ ਕਦੇ ਆਪਦੀ ਤਨਖਾਹ ਜਾਂ ਪੈਨਸ਼ਨ ਲੈਤੀ ਹੋਈ ਨਹੀਂ ਕਦੇ। ਮੈਨੂੰ ਇਹ ਬਹੁਤ ਉਹਨਾਂ ਦੇ ਵੱਡੇ ਵਿਰੋਧੀ ਨੇ ਦੱਸਿਆ ਸੀ। ਬਿਲਕੁਲ ਸਹੀ ਹੈ ਜੀ ਗੱਲ। ਤੇ ਉਹ ਵੱਡੇ ਵਿਰੋਧੀ ਆ ਰਾਜਾ ਵੜਿੰਗ, ਉਹਨਾਂ ਨੇ ਮੈਨੂੰ ਕਿਹਾ ਸੀ, ਕਹਿੰਦਾ ਦੇਖੋ ਉਹਨਾਂ ਨੇ ਉਹ ਰਾਜਾ ਵੜਿੰਗ ਦਾ ਕਹਿਣਾ ਸੀ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਏ ਬਾਦਲ ਪਰਿਵਾਰ, ਪਰ ਕਹਿੰਦਾ ਉਹਨਾਂ ਦੀ ਪਿੱਠ ਸੁਣਦੀ ਆ, ਉਹਨਾਂ ਨੇ ਕਦੇ ਪੈਨਸ਼ਨ ਜਾਂ ਤਨਖਾਹ ਕਦੇ ਨਹੀਂ ਲੈਤੀ ਸੀਗੀ ਉਸ ਖਾਤੇ 'ਚੋਂ। ਕਿਉਂਕਿ ਮਤਲਬ ਭਾਵੇਂ ਉਹ ਹੱਸਦੇ ਕਹਿ ਰਹੀ ਸੀ ਪਰ ਉਹ ਗੱਲ ਕਹਿ ਰਹੇ ਸੀ ਕਿ ਇਸ ਤਰ੍ਹਾਂ ਕਦੇ ਹੋਇਆ ਹੀ ਨਹੀਂ। ਜਿਹੜਾ ਤੁਸੀਂ ਕਹਿੰਦੇ ਕੋਈ ਲਾਸਟ ਤੇ ਬਿਆਨ ਦੇਤਾ, ਉਹ ਤਾਂ ਬਿਆਨ ਠੀਕ ਹੈ, ਇੱਕ ਲੀਡਰ ਹੈ, ਰਾਜਨੀਤੀ ਤੌਰ ਤੇ ਦੇਤਾ ਬਿਆਨ। ਬਲਵਿੰਦਰ ਜੀ ਇੰਨੀਆਂ ਤਨਖਾਹਾਂ ਪੈਨਸ਼ਨਾਂ ਤਾਂ ਉਹਨਾਂ ਦੇ ਜਿਹੜੇ ਘਰਾਂ 'ਚ ਨੌਕਰ ਆ ਨਾ ਉਹਨਾਂ ਨੂੰ ਦੇਈ ਜਾਂਦੇ ਆ। ਉਹ
ਉਹਨਾਂ ਕੋਲ ਤਾਂ ਪੰਜਾਬ ਜਿੰਨਾ ਪੰਜਾਬ ਦਾ ਬਾਈਟ ਆ, ਮੈਨੂੰ ਲੱਗਦਾ ਇਕੱਲੇ ਬਾਦਲ ਪਰਿਵਾਰ ਦਾ ਉਹਨਾਂ ਬਾਈਟ ਬਣਨ ਵਾਲਾ ਹੈ। ਉਹਨਾਂ ਨੂੰ ਇੰਨੀਆਂ ਤਨਖਾਹਾਂ ਪੈਨਸ਼ਨਾਂ ਨਾਲ ਕੋਈ ਬਾਹਲੀ ਵੱਡਾ ਫਰਕ ਨਹੀਂ ਪੈਂਦਾਗਾ। ਪਰ ਮੈਂ ਇਹ ਗੱਲ ਨਹੀਂ ਮੰਨਦਾ ਵੀ ਛੱਡਦੇ ਹੋਣਗੇ, ਕਿਉਂਕਿ ਆ ਪਿਛਲੀ ਦਫਾ ਕਿੰਨਾ ਰੌਲਾ ਪਿਆ ਸੀ ਵੀ ਉੱਥੋਂ ਟ੍ਰੀਟਮੈਂਟ ਹੋਇਆ ਜੀ, ਇੰਨੇ ਦੇ ਬਿੱਲ ਭੇਜੇ ਗਏ, ਉਦੋਂ ਟ੍ਰੀਟਮੈਂਟ ਹੋਇਆ, ਕਰੋੜਾਂ ਦੇ ਬਿੱਲ ਪਾਏ ਗਏ, ਉਹ ਸਾਰੀਆਂ ਗੱਲਾਂ ਸੱਚੀਆਂ ਸੀ। ਮੈਂ ਤਾਂ ਸਰ ਉਹੀ ਕਹਿਣਾ ਕਹਿਣ ਦੇ ਨਾਲ ਵੀ ਪੈਨਸ਼ਨ ਨਹੀਂ ਲਈ ਜੀ, ਉਹ ਵੀ ਗੱਲ ਬਣਦੀ ਹੈ। ਬਿਲਕੁਲ, ਉਹ ਜਿੰਨੇ ਵੀ ਹੈਲਥ ਸਿਸਟਮ ਹੈ ਜਾਂ ਉਹ ਸਾਰੀਆਂ ਉਹ ਉਹਨਾਂ ਨੇ ਲਏ ਹੈ, ਲਏ ਆ ਸਾਰਾ ਕੁਝ, ਉਹ ਉਹਨਾਂ ਨੇ ਬਿਲਕੁਲ ਲਿਆ ਹੈ। ਇਹ ਤਾਂ ਆਨ ਦਾ ਕਰੋੜਾਂ ਰੁਪਏ ਦਾ ਇਲਾਜ ਕਰਵਾਇਆ ਸਾਰੇ ਇਹ on record, ਇਹ on ਲੋੜ ਨਹੀਂ ਸੀ, ਉਹਨਾਂ ਨੂੰ ਇਹ ਕੰਮਾਂ ਦੀ ਲੋੜ ਨਹੀਂ ਸੀ। ਉਹਨਾਂ ਕੋਲ ਬਹੁਤ ਪੈਸਾ ਬਹੁਤ ਇਕੱਠਾ ਕੀਤਾ ਹੈ, ਔਰ ਮੇਰਾ ਖਿਆਲ ਤਾਂ ਉਹਨਾਂ ਨੂੰ ਕੋਈ 20-30 ਪੀੜ੍ਹੀਆਂ ਨੂੰ ਪੈਸਾ ਕਮਾਉਣ ਦੀ ਲੋੜ ਨਹੀਂ, ਲੋੜ ਨਹੀਂ ਸੀ ਖਜ਼ਾਨੇ 'ਚ ਬੋਝ ਪਾਉਣ ਦੀ। ਉਹਨਾਂ ਦੀ ਬਿਲਕੁਲ ਇਹ ਜਿਹੜੀ ਮੰਸ਼ ਹੈ ਇਸ ਗੱਲ ਤੇ ਮੈਂ ਉਹਨੂੰ ਬਹੁਤੀ ਚੰਗੀ ਨਹੀਂ ਸਮਝਦਾ। ਚਲੋ ਜੀਦਾ ਸਾਹਿਬ, ਇੱਕ ਮੈਂ ਹੋਰ ਸੁਝਾਅ ਤੁਹਾਨੂੰ ਦੇਣਾ ਚਾਹੁੰਦਾ। ਚਾਹੇ ਪੰਜਾਬ ਦੀ ਮਤਲਬ ਰੂਹ ਹੈ ਜਿਹੜੀ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਗੁਰੂਆਂ ਦਾ ਜਿਹੜਾ ਬੁਲੰਦ ਨਾਰਾ ਹੈ ਉਹ ਹੈ ਬੋਲੇ ਸੋ ਨਿਹਾਲ। ਹਾਂਜੀ, ਇਹ ਇੱਕ ਕਾਂਗਰਸ ਸੀ, ਅਕਾਲੀ ਦਲ ਸੀ, ਕੋਈ ਵੀ ਪਾਰਟੀ ਸੀ, ਤਾਂ ਇੱਕ ਤੁਹਾਡੀ ਪਾਰਟੀ ਹੈ ਜਿਹੜੀ ਜਦੋਂ ਵੀ ਬੋਲਦੀ ਹੈ ਦੋ ਨਾਰੇ ਲਾਉਂਦੀ ਹੈ, ਇਨਕਲਾਬ ਜਿੰਦਾਬਾਦ ਤੇ ਬੰਦੇ ਮਾਤਰਮ। ਤੀਜੇ ਨਾਰੇ ਦਾ ਮਿਸ ਹੈ ਜਿਹੜਾ ਪੰਜਾਬ ਦੇ ਹਰ ਰੂਹ ਦੇ ਅੰਦਰ ਵਸਿਆ ਹੋਇਆ, ਬੋਲੇ ਸੋ ਨਿਹਾਲ। ਹਾਂਜੀ, ਹਾਂਜੀ। ਪਤਾ ਨਹੀਂ ਕੀ ਗੱਲ ਵੀ ਇਹ ਨਾਰੇ ਨੂੰ ਪ੍ਰਵਾਨਗੀ ਨਹੀਂ, ਜਾਂ ਸਾਡੀ ਲੀਡਰਸ਼ਿਪ ਇਸ ਨਾਰੇ ਨੂੰ ਬੋਲਣ ਤੋਂ ਝਿਜਕਦੀ ਹੈ, ਜਾਂ ਇਸ ਗੁਰੂਆਂ ਦੇ ਜਿਹੜੇ ਦਿੱਤੇ ਹੋਏ ਜਕਾਰੇ ਤੋਂ ਡਰਦੀ ਹੈ। ਪਤਾ ਨਹੀਂ ਕੀ ਕਾਰਨ ਹੈ। ਗਲਪਤੀ ਸਾਹਿਬ, ਇਹਦਾ ਮੈਂ ਤੁਹਾਨੂੰ ਜਵਾਬ ਦਿੰਦਾ ਹੈ ਕਿ ਅਸੀਂ ਵੀ ਸਾਡੇ ਗੁਰੂਆਂ ਦੀ ਬੜੀ ਰਿਸਪੈਕਟ ਕਰਦੇ ਹਾਂ। ਸਾਡੇ ਗੁਰੂਆਂ ਨੇ ਸਾਨੂੰ ਬੜੀ ਇੱਕ ਗੁਰਬਾਣੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਲਿਖਿਆ, ਅਸੀਂ ਉਹਨੂੰ ਪੜ੍ਹਦੇ ਹਾਂ, ਗੁਰਬਾਣੀ ਉਚਾਰਨ ਕਰਦੇ ਹਾਂ, ਉਹ ਤੇ ਅਮਲ ਕਰਦੇ ਹਾਂ। ਜਿਹੜੀ ਆਮ ਆਦਮੀ ਪਾਰਟੀ ਹੈ, ਇੱਕ ਸੈਕੂਲਰ ਪਾਰਟੀ ਹੈ। ਅਸੀਂ ਦੇਖੋ, ਇਨਸਾਨ ਇੱਕ ਚੰਗੇ ਕੰਮ ਕਰੇ, ਚੰਗਾ ਰਾਜ ਕਰੇ, ਇਮਾਨਦਾਰੀ ਨਾਲ ਚੱਲੇ, ਤਾਂ ਗੁਰੂਆਂ ਦਾ ਸਤਿਕਾਰ ਸਾਰੇ ਕਰਦੇ। ਜਦੋਂ ਇੱਥੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਆਉਂਦੇ, ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਆ। ਜਿਹੀ ਕੋਈ ਗੱਲ ਨਹੀਂ। ਹਾਂ, ਜੇ ਕਿਸੇ ਨੇ ਕੋਈ ਓਵਰ ਰਿਐਕਟ ਕਰਕੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਕੀਤਾ ਕਿ ਧਰਮ ਦੇ ਨਾਂ ਤੇ ਕੋਈ ਵੋਟਾਂ ਵਟੋਰਨ ਦੀ ਖਾਤਰ ਕੋਈ ਇਸ ਤਰ੍ਹਾਂ ਦਾ ਐਕਸਟਰਾ ਆਰਡੀਨਰੀ ਕੰਮ ਕਰਦੇ ਆ, ਤਾਂ ਮੇਰਾ ਖਿਆਲ ਉਹ ਇੱਕ ਸੈਕੂਲਰ ਪਾਰਟੀ ਦੇ ਵਿੱਚ ਨਹੀਂ। ਸਾਰੇ ਧਰਮਾਂ ਦਾ ਸਤਿਕਾਰ ਹੈ, ਸਾਰੇ ਧਰਮਾਂ ਦਾ ਬੜਾ ਮਾਨ ਸਨਮਾਨ ਹੈ, ਔਰ ਜਿਹੜੇ ਗੁਰੂ ਪੀਰ ਹੈ ਸਾਡੇ ਦਿਲਾਂ ਦੇ ਵਿੱਚ ਹੈ। ਸਿਰਫ ਇਮਾਨਦਾਰੀ ਨਾਲ ਕੰਮ ਕਰਨਾ, ਉਹਨਾਂ ਦਾ ਕੀ ਹੈ ਸਾਡੇ ਲਈ ਦੱਸੋ, ਉਪਦੇਸ਼ ਕੀ ਦਿੱਤੇ ਆ ਵੀ ਸੱਚ ਬੋਲੋ, ਇਮਾਨਦਾਰੀ ਨਾਲ ਕੰਮ ਕਰੋ, ਕਿਸੇ ਨਾਲ ਧੋਖਾ ਨਾ ਕਰੋ, ਕਰਪਸ਼ਨ ਨਾ ਕਰੋ। ਉਹਨਾਂ ਕੰਮਾਂ ਨੂੰ ਅਪਣਾਉਣ ਦੀ ਲੋੜ ਹੈ, ਉਹਨਾਂ ਕੰਮਾਂ ਨੂੰ ਅਪਣਾਉਣ ਦੀ ਲੋੜ ਹੈ, ਨਾ ਕਿ ਇੱਕ ਐਕਸਟਰਾ ਆਰਡੀਨਰੀ ਕੋਈ ਇਦਾਂ ਦਾ ਆਪਾਂ ਕਰਕੇ ਵੋਟਾਂ ਪਾਉਣ ਦੀ ਗੱਲ ਕਰੀਏ। ਸੈਕੂਲਰ ਪਾਰਟੀਆਂ ਬਿਲਕੁਲ ਜੀਦਾ ਸਾਹਿਬ, ਤੁਸੀਂ ਵਧੀਆ ਗੱਲ ਕੀਤੀ ਹੈ। ਸੈਕੂਲਰ ਪਾਰਟੀ ਹੈ, ਸਾਰੀਆਂ ਹੀ ਸੈਕੂਲਰ ਪਾਰਟੀਆਂ ਜਿਹੜੀਆਂ ਚੋਣਾਂ 'ਚ ਹਿੱਸਾ ਲੈਂਦੀਆਂ। ਵੀ ਆਪਾਂ ਕੇਜਰੀਵਾਲ ਸਾਹਿਬ ਆਉਂਦੇ ਨੇ, ਮਾਨ ਸਾਹਿਬ ਬੋਲਦੇ ਨੇ, ਕੋਈ ਹੋਰ ਲੀਡਰ ਬੋਲਦਾ ਪੰਜਾਬ ਦਾ, ਉਹ ਜਦੋਂ ਸਟੇਜ ਤੋਂ ਜਿਹੜਾ ਬੋਲਿਆ ਜਾਂਦਾ ਹੈ ਬੰਦੇ ਮਾਤਰਮ, ਇਨਕਲਾਬ ਜਿੰਦਾਬਾਦ, ਕੀ ਤੀਜਾ ਨਾਰਾ ਬੋਲਣ ਨਾਲ ਆਪਣੇ ਸੈਕੂਲਰ ਨੂੰ ਠੇਸ ਪਹੁੰਚਦੀ ਹੈ? ਬੋਲੇ ਸੋ ਨਿਹਾਲ ਬੋਲਣ ਨਾਲ ਇਹ ਮੈਂ ਦੱਸਦਾ ਜੀ, ਕਿਉਂਕਿ ਇਹ ਜਿਹੜਾ ਦਿੱਲੀ ਕਲਚਰ ਹੈ ਨਾ ਜੀ, ਦਿੱਲੀ ਕਲਚਰ ਦੇ ਵਿੱਚ ਵੰਦੇ ਮਾਤਰਮ ਬੋਲਿਆ ਜਾਂਦਾ ਹੈ, ਤੇ ਇਹਨਾਂ ਦਾ ਜਿਹੜਾ ਇੰਪੈਕਟ ਤੇ ਪ੍ਰਭਾਵ ਹੈ, ਜਿਹੜੀ ਇਹਨਾਂ ਦੀ ਉੱਪਰਲੀ ਲੀਡਰਸ਼ਿਪ ਆ ਉਹ ਹੈ। ਇਹ ਤਾਂ ਅਸੀਂ ਜੀਦਾ ਸਰ ਨੂੰ ਹੀ ਰਿਕੁਐਸਟ ਕਰਾਂਗੇ ਵੀ ਜਿਹੜਾ ਲੋਕ ਹੈ ਉਹਨਾਂ ਦਾ ਜਿਹੜਾ ਜਦੋਂ ਵੰਦੇ ਮਾਤਰਮ ਬੋਲਿਆ ਜਾਂਦਾ ਉਹਨਾਂ ਦਾ ਫੇਸ ਰੀਡਿੰਗ ਕੀਤੀ ਜਾਵੇ, ਤਾਂ ਉਹ ਐਕਸਪੈਕਟ ਕਰਦੇ ਆ ਕਿ ਇਹ ਗੱਲ ਕਹੀ ਜਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਰ ਸਾਹਿਬ, ਜਦੋਂ ਅਸੀਂ ਕਿਤੇ ਲੈਕਚਰ ਦਿੰਦੇ ਆ, ਅਸੀਂ ਬਿਲਕੁਲ ਫਤਿਹ ਬੁਲਾਉਂਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਿਲਕੁਲ ਬੋਲੇ ਸੋ ਨਿਹਾਲ ਕਰਦੇ ਆ। ਪਰ ਜੇ ਕਿਸੇ ਮੈਂ ਉਹੀ ਗੱਲ ਕਰਦਾ ਵੀ ਆਪਾਂ ਕਿਸੇ ਨੂੰ ਜਿਹੜਾ ਆਪਾਂ ਦੇਖੋ, ਇੱਕ ਹਿੰਦੁਸਤਾਨ ਦੇ ਵਿੱਚ ਸਾਰੇ ਧਰਮਾਂ ਦੇ ਲੋਕ, ਇੱਕ ਬੜੀ ਵੱਡੀ ਪਾਰਟੀ ਹੈ, ਨੈਸ਼ਨਲ ਪਾਰਟੀ ਹੈ। ਜੇ ਆਪਾਂ ਨੂੰ ਇੱਕ ਸਟੇਟ ਵਾਈਜ਼ ਆਪਾਂ ਉਹਨੂੰ ਦੇਖੋ, ਅਸੀਂ ਪਾਰਟੀ ਪੰਜਾਬ 'ਚ ਤਾਂ ਲਾ ਸਕਦੇ ਹਾਂ। ਨਹੀਂ ਪੰਜਾਬ 'ਚ ਤਾਂ ਅਸੀਂ ਬਿਲਕੁਲ ਲੱਗਣਾ ਚਾਹੀਦਾ। ਮਾਨ ਸਾਹਿਬ ਦੇ ਮੂੰਹੋਂ ਕਿਸੇ ਦਿਨ ਤੁਸੀਂ ਮੈਨੂੰ ਦਿਖਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਨਹੀਂ ਬੋਲੇ ਸੋ ਨਿਹਾਲ, ਜਦੋਂ ਆਪਾਂ ਜਕਾਰਾ ਲਾਉਨੇ ਆ, ਬੰਦੇ ਮਾਤਰਮ, ਇਨਕਲਾਬ ਜਿੰਦਾਬਾਦ, ਇਹ ਦੋ ਨਾਰੇ ਆਪਾਂ ਲਾਉਨੇ, ਤੀਜਾ ਨਾਰਾ ਲਾਉਣ ਨਾਲ ਆਪਾਂ ਨੂੰ ਕੀ ਫਰਕ ਪੈਂਦਾ? ਨਹੀਂ, ਜ਼ਰੂਰ ਲਾਉਣਾ ਚਾਹੀਦਾ, ਕਿਉਂਕਿ ਜਦੋਂ ਜੇ ਮੈਜੋਰਟੀ ਨੂੰ ਸਲਾਮ ਆ ਤਾਂ ਫਿਰ ਇਹ ਲੱਗਣਾ ਚਾਹੀਦਾ। ਅਸੀਂ ਬਿਲਕੁਲ ਮਾਨ ਸਤਿਕਾਰ ਕਰਦੇ ਹਾਂ ਸਭ ਦਾ, ਸਾਰੇ ਧਰਮ। ਚਲੋ ਕੋਈ ਗੱਲ ਨਹੀਂ, ਅਸੀਂ ਜੀਦਾ ਸਾਹਿਬ ਅਸੀਂ ਜਿਹੜੇ ਆਪਾਂ ਗੱਲ ਕਰਦੇ ਆ ਨਾ ਕਿ ਠੀਕ ਹੈ, ਭਗਤ ਸਿੰਘ ਸ਼ਹੀਦ ਹੋਏ ਨੇ, ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ, ਪਰ ਜੇ ਆਪਾਂ ਪਿੱਛੇ ਜਿਹੜਾ ਤਾਂ ਇਹਨਾਂ ਨੇ ਆਪਦਾ ਮਤਲਬ ਸ਼ਹੀਦੀ ਦਿੱਤੀ, ਤਾਂ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੀਏ, ਉਹਨਾਂ ਨੇ ਤਾਂ ਪਰਿਵਾਰ ਹੀ ਵਾਰਤਾ।
ਠੀਕ ਹੈ। ਫਿਰ ਉਹਨਾਂ ਨੂੰ ਜਾਂ ਹੋਰ ਸਿੱਖ ਗੁਰੂਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਵੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਕਿਉਂ ਨਹੀਂ ਯਾਦ ਕੀਤਾ ਜਾਂਦਾ ਸਟੇਜਾਂ ਤੋਂ, ਉਹਨਾਂ ਬਾਰੇ ਮਤਲਬ ਉਹ ਸ਼ਬਦ ਘੱਟ ਕਿਉਂ ਪੈ ਜਾਂਦੇ ਆ, ਇਹ ਕਹਿ ਰਹੇ ਆ ਇਹ। ਮਤਲਬ ਉਹ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਇਸ ਬਾਰੇ। ਜ਼ਮੀਨਾਂ ਦੇ ਹੱਕ ਕਿਹਨੇ ਲੈ ਕੇ ਦਿੱਤੇ? ਬਾਬਾ ਬੰਦਾ ਸਿੰਘ ਬਹਾਦਰ ਨੇ। ਬਿਲਕੁਲ 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 ਤੇ ਬੰਦਾ ਸਿੰਘ ਬਹਾਦਰ ਕੌਣ ਸੀ? ਸਾਡੇ ਸਿੱਖਾਂ ਦਾ ਲੀਡਰ ਸੀ। ਹਾਂਜੀ ਹਾਂਜੀ ਸਾਡੀ ਆਮ ਆਦਮੀ ਪਾਰਟੀ ਸਿੱਖ ਧਰਮ ਨਾਲ ਵੀ ਸਤਿਕਾਰਯੋਗ ਬੜੇ ਮੈਂਬਰ ਸਾਹਿਬਾਨ, ਲੀਡਰ ਸਾਹਿਬਾਨ ਅਟੈਚ ਹੈ। ਹਿੰਦੂ ਧਰਮ ਨਾਲ ਜਿਹੜੇ ਸਾਰੇ ਸਤਿਕਾਰਯੋਗ ਸਾਰੇ ਅਟੈਚ ਹੈ। ਸਾਰੇ ਧਰਮਾਂ ਦੇ ਲੋਕ ਹੈ, ਆਪਦੇ ਧਰਮ ਨੂੰ ਹਰ ਇੱਕ ਸਤਿਕਾਰ ਸਤਿਕਾਰ ਦਿੰਦਾ ਹੈ। ਮੈਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦਾ ਹੈ। ਜਿੱਦਾਂ ਸਾਹਿਬ ਅਸੀਂ ਤਾਂ ਇੰਨੀ ਮੰਗ ਕੇ ਰੱਖੀ ਹੈ ਵੀ ਅਸੀਂ ਬੋਲਦੇ ਆ ਜੀ, ਬਿਲਕੁਲ ਬੋਲਦੇ ਨਹੀਂ ਆ। ਜੀਤਾ ਸਾਹਿਬ ਤੁਸੀਂ ਇਹ ਕਹਿ ਲਓ ਨਾ ਵੀ ਇਹ ਹਾਈ ਕਮਾਂਡ ਤਾਈਂ ਪਹੁੰਚਾਵਾਂਗੇ, ਵੀ ਸਟੇਜ 'ਚ ਬੋਲਿਆ ਜਾਵੇ, ਬੋਲਦੇ ਆ ਕੋਈ ਵੀ ਸਟੇਜ ਤੇ ਅੱਜ ਤੋਂ ਬਾਅਦ ਹੀ ਕਵਾਂਗੇ ਇੰਨਾ ਤਾਂ ਕਨਫੈਸ ਕਰ ਲਓ। ਚਲੋ ਇਹਦੇ 'ਚ ਤਾਂ ਹਾਈ ਕਮਾਂਡ ਤੁਹਾਨੂੰ ਕੁਝ ਨਹੀਂ ਕਹੂਗੀ। ਨਹੀਂ, ਵਧੀਆ। ਵੱਡੇ ਲੀਡਰ ਮੈਂ ਮੈਨੂੰ ਰਾਏ ਦੇਵਾਂ, ਮੇਰਾ ਖਿਆਲ ਵੀ ਮੈਂ ਤਾਂ ਆਪਣੇ ਆਪ ਨੂੰ ਏਡਾ ਵੱਡਾ ਕਾਬਲ ਨਹੀਂ ਸਮਝਦਾ ਕਿ ਮਾਨ ਸਾਹਿਬ ਨੂੰ ਮੈਂ ਵੀ ਗੱਲ ਸਮਝਾਵਾਂ। ਨਹੀਂ ਚਲੋ ਵਧੀਆ ਗੱਲ ਹੈ ਜੀਤਾ ਸਾਹਿਬ, ਜੇ ਹਾਈ ਕਮਾਂਡ ਤੱਕ, ਤੁਹਾਡੀ ਹਾਈ ਕਮਾਂਡ ਤੱਕ ਸਾਡੀ ਇਹ ਰਿਕੁਐਸਟ ਪਹੁੰਚ ਜੇ ਕਿ ਉਹ ਸਿੱਖ ਧਰਮ ਨੂੰ ਵੀ ਵਾਰ-ਵਾਰ ਯਾਦ ਕੀਤਾ ਜਾਵੇ। ਤਾਂ ਸਰ ਮੈਂ ਇੱਕ ਕੁਐਸਚਨ ਨਾ, ਮਤਲਬ ਕਈ ਵਾਰੀ ਚਰਚਾ 'ਚ ਹੁੰਦਾ ਭੋਲਾ ਜੀ, ਵੀ ਜਿਹੜਾ ਹੁਣ ਦਿੱਲੀ ਹੈ, ਆਮ ਆਦਮੀ ਪਾਰਟੀ ਕੋਲ ਦਿੱਲੀ ਹੈ, ਉਹ ਦਿੱਲੀ ਪੂਰੀ ਨਹੀਂ ਹੈਗੀ ਹੈ ਕਿਉਂਕਿ ਬਹੁਤ ਸਾਰੀਆਂ ਤਾਕਤਾਂ ਉਹਨਾਂ ਕੋਲ ਹੈ ਨਹੀਂ। ਪੰਜਾਬ ਜਿਹੜਾ ਹੈਗਾ ਇੰਡੀਵਿਜੂਅਲ ਸਟੇਟ ਹੈ, ਇੱਥੇ ਹਰੇਕ ਤਰ੍ਹਾਂ ਦੀ ਤਾਕਤ ਜਿਹੜੀ ਹੈਗੀ ਹੈ ਗਵਰਨਮੈਂਟ ਕੋਲੇ ਹੁੰਦੀ ਹੈ। ਤਾਂ ਇਹ ਚਰਚਾ ਅਕਸਰ ਚੱਲਦੀ ਰਹਿੰਦੀ ਹੈ ਕਿ ਜਿਹੜਾ ਕੇਜਰੀਵਾਲ ਦਾ ਨਿਸ਼ਾਨਾ ਹੈਗਾ ਉਹ ਪੀਐਮ ਦੀ ਕੁਰਸੀ ਹੈ, ਉਹ 2024 ਹੋਵੇ ਭਾਵੇਂ ਉਹ 2029 ਹੋਵੇ, ਉਸ ਟਾਈਮ ਆਪਦੇ ਆਪ ਨੂੰ ਇਸ ਹਿਸਾਬ ਨਾਲ ਪ੍ਰੋਜੈਕਟ ਕਰਨਾ ਚਾਹੁੰਦੇ ਆ ਹੋਰ ਸੂਬਿਆਂ 'ਚ, ਵੀ ਅਸੀਂ ਉਮੀਦ ਕਰ ਸਕਦੇ ਹਾਂ ਪੰਜਾਬ ਵਾਲੇ ਕਿ ਜਿਹੜਾ ਪੰਜਾਬ ਨੂੰ ਇੱਕ ਮਾਡਲ ਬਣਾ ਕੇ ਬਾਕੀ ਕੰਟਰੀ ਦੇ ਵਿੱਚ ਪੇਸ਼ ਕਰਨਗੇ ਅਤੇ ਉਹਦੀ ਜਿਹੜਾ ਨਿਸ਼ਾਨਾ ਹੈ ਪੀਐਮ ਤੱਕ ਪਹੁੰਚਣ ਦਾ, ਕੇਜਰੀਵਾਲ ਉਸ ਨੂੰ ਉਧਰ ਵੱਲ ਨੂੰ ਜਾ ਰਿਹਾ ਹੈ। ਕੀ ਇਸ 'ਤੇ ਵਿਚਾਰ ਹੋ ਰਿਹਾ ਕੁਛ? ਦੇਖੋ ਹਜੇ ਉਹੀ ਗੱਲ ਹੈ ਵੀ ਆਪਾਂ ਸਮੇਂ ਤੋਂ ਪਹਿਲਾਂ ਥੋੜਾ ਜਿਹਾ ਇਹ ਗੱਲ ਕਹਿਣੇ ਠੀਕ ਨਹੀਂ ਸਮਝਦੇ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਦਿੱਲੀ ਤੇ ਪੰਜਾਬ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਹਾਂਜੀ, ਦਿੱਲੀ 'ਚ ਮਲਟੀਕਲਚਰ ਲੋਕ ਰਹਿੰਦੇ ਨੇ, ਹਾਂਜੀ, ਪੰਜਾਬ ਦੇ ਵਿੱਚ ਇੱਕੋ ਟਾਈਪ ਦੇ ਲੋਕ, ਟ੍ਰੈਡੀਸ਼ਨਲ ਇੱਕੋ ਪਰੰਪਰਾ ਦੇ ਲੋਕ ਰਹਿੰਦੇ ਨੇ। ਇਹਨਾਂ ਲੋਕਾਂ ਦੀ ਸੋਚ, ਅਣਖ, ਗੈਰਤ ਦਿੱਲੀ ਨਾਲੋਂ ਵੱਖਰੀ ਹੈ। ਇਹ ਲੋਕ ਚੜਾ ਕੇ ਹਾਥੀ ਤੇ ਲਿਆਉਂਦੇ ਆ ਤੇ ਜਦੋਂ ਭੇਜਦੇ ਆ ਫਿਰ ਗਧਾ ਵੀ ਨਹੀਂ ਦਿੰਦੇ ਅਗਲੇ ਨੂੰ। ਹਾਂ, ਇਸ ਕਰਕੇ ਇਹ ਗੱਲ ਮਤਲਬ ਨਾ ਹੋਵੇ ਕਿ ਪੰਜਾਬੀ ਜਿਹੜੇ ਹੈਗੇ ਨੇ ਇਹ ਕਿਸੇ ਗੱਲ ਨੂੰ ਬਰਦਾਸ਼ਤ ਕਰਨਗੇ। ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਮਜ਼ਾ ਚਖਾਇਆ ਨਾ, ਇਹ 70 ਸਾਲਾਂ ਦਾ ਉਹਨਾਂ ਨੂੰ ਹਾਥੀ ਦੇ ਚੜਾ ਲਿਆਉਂਦੇ ਰਹੇ ਆ ਸਾਡੇ ਲੋਕ। ਹਾਂਜੀ ਹਾਂਜੀ, ਤੇ ਐਤਕੀ ਜੇ ਉਹਨਾਂ ਨੂੰ ਗਧੇ ਤੇ ਭੇਜਿਆ ਤੇ ਇਸੇ ਕਰਕੇ ਭੇਜਿਆ ਲੋਕਾਂ ਤਾਂ ਮੈਨੂੰ ਲੱਗਦਾ ਗਧਾ ਵੀ ਨਹੀਂ ਦਿੱਤਾ ਜੀ ਇਸ ਵਾਰ। ਗਿਲਪਤੀ ਸਾਹਿਬ ਦੀਆਂ ਗੱਲਾਂ ਸਹਿਮਤ ਨਹੀਂਗਾ ਤੁਹਾਡੀ ਨਾਲ। ਵੀ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਕੇਜਰੀਵਾਲ ਸਾਹਿਬ ਪੀਐਮ ਦਾ ਸੁਪਨਾ ਲੈਂਦੇ ਆ, ਲੈਣ ਜੀ ਮਾੜੀ ਗੱਲ ਨਹੀਂ ਹਾਂ ਉਹ 'ਚ ਕੀ ਮਾੜੀ ਗੱਲ ਹੈ? ਕੋਈ ਮਾੜੀ ਗੱਲ ਨਹੀਂ। ਜੇ ਉਹ ਦੇਸ਼ ਨੂੰ ਚੰਗੇ ਤਰੀਕੇ ਨਾਲ ਚਲਾਉਣਾ ਚਾਹੁੰਦਾ, ਸਾਨੂੰ ਵੀ ਇਤਰਾਜ਼ ਹੈ। ਡਿਵੈਲਪਮੈਂਟ ਕਰਨਾ ਚਾਹੁੰਦਾ, ਦੇਸ਼ ਨੂੰ ਕਿਸੇ ਚੰਗੇ ਪਾਸੇ ਲਾਉਣਾ ਚਾਹੁੰਦੇ ਆ ਤਾਂ ਉਹ 'ਚ ਕੀ ਮਾੜੀ ਗੱਲ ਹੈ? ਜਦੋਂ ਅਸੀਂ ਮੈਂ ਕਰ ਸਕਦੇ ਆ, ਹੋਰ ਕਰ ਸਕਦੇ ਤਾਂ ਮੇਰਾ ਖਿਆਲ ਹੈ ਕੁਐਸਚਨ ਦੇਖੋ, ਇਹ ਇੱਕ ਰਾਜਨੀਤਿਕ ਪਾਰਟੀ ਆ ਆਮ ਆਦਮੀ ਪਾਰਟੀ, ਤੇ ਔਰ ਆਮ ਆਦਮੀ ਪਾਰਟੀ ਦਾ ਬਿਲਕੁਲ ਅਸੀਂ ਤਾਂ ਤੁਸੀਂ ਤਾਂ ਕਹਿੰਦੇ ਵੀ ਉਹ ਸੋਚਦੇ ਆ। ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਵੀ ਜਿਹੜੇ ਅਗਲੇ 2014 ਚ ਪੀਐਮ ਹੋਣਗੇ ਸਾਡੇ ਸ਼੍ਰੀ ਕੇਜਰੀਵਾਲ। ਦੇਖੋ ਮੈਂ ਤੁਹਾਡੇ ਨਾਲ ਇੱਕ ਇਸ ਵਿਸ਼ੇ ਤੇ ਮੈਂ ਥੋੜਾ ਜਿਹਾ ਆਪਦੇ ਪੱਖ ਰੱਖਣਾ ਚਾਹੁੰਦਾ ਜੀਤਾ ਸਾਹਿਬ, ਕਿ ਉਹ ਜੇ ਬੀਜੇਪੀ ਗੁਜਰਾਤ ਮਾਡਲ ਪੇਸ਼ ਕਰਕੇ ਪੀਐਮ ਦੀ ਕੁਰਸੀ ਤੱਕ ਆ ਸਕਦੀ ਹੈ ਤੇ ਇਹ ਤਾਂ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਜੀਤਾ ਸਰ ਤੁਹਾਡੇ ਲਈ। ਤੇ ਗਿਲਪਤੀ ਸਾਹਿਬ ਆਪਾਂ ਨੂੰ ਫਖਰ ਕਰਨਾ ਚਾਹੀਦਾ ਕਿ ਜੇ ਪੰਜਾਬੀਅਤ ਜਾਂ ਗੁਰਮਤਿ ਦੇ ਫਲਸਫੇ ਦਾ ਸਹਾਰਾ ਲੈ ਕੇ ਉਹ ਪੌੜੀ ਚੜ੍ਹ ਕੇ ਜਿਹੜੀ ਮਾਨਵਤਾ ਦਾ ਸੰਦੇਸ਼ ਦਿੰਦੀ ਹੈ, ਉਸ ਪੌੜੀ ਦੇ ਰਾਹੀਂ ਜੇ ਇਹ ਦਿੱਲੀ ਤੱਕ ਪਹੁੰਚਣਾ ਚਾਹੁੰਦੇ ਪੀਐਮ ਤੱਕ, ਤਾਂ ਇਹ ਪੰਜਾਬੀਆਂ ਵਾਸਤੇ ਤਾਂ ਸਿੱਖਾਂ ਗੁਰਮਤਿ ਦੇ ਫਲਸਫੇ ਦੇ ਧਰਮ ਵਾਲਾ ਮੈਂ ਬੋਲੇ ਨਾ ਕਰਦੀ ਹੋਰ ਕੀ ਗੱਲ ਕੀਤੀ ਦੇਖੋ ਇੱਕ ਮਿੰਟ ਗਿਲਪਤੀ ਸਾਹਿਬ, ਮੈਂ ਇੱਕ ਮਿੰਟ ਮੇਰੀ ਮਾੜੀ ਜਿਹੀ ਰਿਕੁਐਸਟ ਆ, ਉਹਨੂੰ ਪੂਰਾ ਕਰਨ ਦਿਓ ਵੀ ਇਹਨਾਂ ਨੂੰ 90 ਦਿਨਾਂ ਤੱਕ ਵਾਚ ਕਰੋ। ਤੇ ਜਿਹੜਾ ਤੁਸੀਂ ਸੁਝਾਅ ਦਿੱਤਾ ਉਹ ਜੀਤਾ ਜੀ ਹਾਈ ਕਮਾਂਡ ਨੂੰ ਵੀ ਕਹਿ ਸਕਦੇ, ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋਊਗਾ। ਨਹੀਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋਊਗਾ ਜਦੋਂ ਇਹ ਕਹਿਣਗੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਿਹੜਾ ਸਲੋਗਨ ਹੈ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤਾ ਗਿਆ, ਤੇ ਜਿਹੜੀ ਸਿੱਖ ਅਰੇਂਜਮੈਂਟ ਆ ਉਹਦਾ ਸਲੋਗਨ ਹੀ ਹੈ ਦੇਸ਼ ਯੁਵਾਵਰ ਮੋਹੇ ਸ਼ੁਭ ਕਰਮਨ ਤੇ ਕਬਹੂ ਨਾ ਡरूं और सो जब जाए लरूं निश्चय करे अपनी जीत करूं और सिखूं अपने ही मन को है लालच है गुण तोय चरूं जब आप की और निदान बने अत ही रन में तब जूझ मरूं बोले सो निहाल सत श्री अकाल। ਇਹ ਸਲੋਗਨ ਉਹਦੇ ਵਿੱਚੋਂ ਚੱਕਿਆ ਗਿਆ, ਇਹ ਸਾਡਾ ਸੰਵਿਧਾਨਿਕ ਸਲੋਗਨ ਹੈ, ਇਹਨੂੰ ਕਿਊਮਿਨਲ ਜਾਂ ਸ਼ਾਈ ਫੀਲ ਨਹੀਂ ਕਰਨਾ ਚਾਹੀਦਾ। ਜੀਤਾ ਜੀ ਹੁਣੇ
ਕਨਫੈਸ ਕਰਨਗੇ ਕਿ ਇਹ ਮੈਂ ਪਾਰਟੀ ਵੱਲੋਂ ਹਾਈ ਕਮਾਂਡ ਤੋਂ ਬਿਨਾਂ ਹੀ ਇਹ ਕਹਿਣਾ ਕਿ ਅੱਗੇ ਤੋਂ ਹਰ ਸਟੇਜ ਦੇ ਉੱਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਸਲੋਗਨ ਗੂੰਜੂਗਾ। ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ ਜੀ, ਕਿਉਂਕਿ ਜੇ ਇਹ ਗੱਲ ਭੋਲਾ ਜੀ ਅੱਜ ਤੁਸੀਂ ਫੜ ਰਹੇ ਹੋ ਜਾਂ ਕੁਝ ਹੋਰ ਲੋਕ ਵਿਚਾਰ ਕਰ ਰਹੇ ਇਸ ਤੇ, ਤਾਂ ਆਉਣ ਵਾਲੇ ਟਾਈਮ 'ਚ ਇਹ ਤਾਂ ਹਰੇਕ ਸਟੇਜ ਦੇ ਸਾਹਮਣੇ 20 50 100 ਬੰਦੇ ਆਪ ਖੜੇ ਹੋ ਜਾਇਆ ਕਰਨਗੇ ਕਿ ਆ ਵੀ ਬੋਲਿਆ ਜਾਣਾ ਚਾਹੀਦਾ ਹੈ, ਸਿੱਖ ਧਰਮ ਨੂੰ ਕਿਉਂ ਛੱਡਿਆ ਜਾ ਰਿਹਾ। ਜਿਵੇਂ ਫੁੱਲ ਤੇ ਕੰਡੇ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਹਾਂਜੀ, ਪੰਜਾਬ ਦੀ ਰੂਹ ਦੇ ਵਿੱਚੋਂ ਬੋਲੇ ਸੋ ਨਿਹਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵੱਖ ਨਹੀਂ ਕੱਢਿਆ ਜਾ ਸਕਦਾ। ਹਾਂਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਾਮਰੇਡਾਂ ਦੇ ਪੰਜਾਬ ਚੋਂ ਕਿੰਨੇ ਐਮਐਲਏ ਬਣਦੇ ਸੀ? ਸੀਪੀਆਈ ਸੀਪੀਐਮ ਦੇ 19 20 ਐਮਐਲਏ ਹੁੰਦੇ ਸੀ, ਬਣਦੇ ਅੱਜ ਦੱਸੋ ਕਿੰਨੇ ਆ? ਅੱਜ ਤਾਂ ਜ਼ੀਰੋ ਹੋ ਗਈ। ਇੱਥੇ ਹੀ ਰੌਲਾ ਇਹੀ ਗੱਲ ਹੈ ਜੀ, ਇਸੇ ਗੱਲ ਨਾਲ ਰੌਲਾ ਸੀ ਉਹਨਾਂ ਦਾ। ਮੈਨੂੰ ਐ ਲੱਗਦਾ ਵੀ ਤੁਸੀਂ ਥੋੜਾ ਜਿਹਾ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵੀ ਬਹੁਤ ਵਾਰ ਬੋਲੇ ਸੋਹਣੇ ਹਾਲ ਸਤਿ ਸ਼੍ਰੀ ਅਕਾਲ ਦੀ ਗੱਲ ਕਹੀ ਹੈ, ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਸੀ ਵਾਹਿਗੁਰੂ ਜੀ, ਕਿਉਂਕਿ ਸਾਡੇ ਲਈ ਸਤਿਕਾਰਯੋਗ ਨੇ, ਸਾਡੇ ਬਿਲਕੁਲ ਸਾਡੇ ਸੀਐਮ ਸਾਹਿਬ ਸਤਿਕਾਰਯੋਗ ਆ, ਉਹਨਾਂ ਤੋਂ ਪਾਸੇ ਹਟ ਕੇ ਤਾਂ ਅਸੀਂ ਜੌਨ ਬਾਰੇ ਸੋਚ ਵੀ ਨਹੀਂ ਸਕਦੇ। ਰਾਜਨੀਤੀ ਤਾਂ ਬਹੁਤ ਦੂਰ ਦੀਆਂ ਗੱਲਾਂ ਹੈ। ਚਲੋ ਇਹ ਤਾਂ ਲੰਬਾ ਹੋ ਗਿਆ। ਚਲੋ ਵਧੀਆ ਗੱਲ ਹੈ। ਅੱਛਾ ਜੀਦਾ ਸਾਹਿਬ, ਮੈਂ ਭੋਲਾ ਜੀ ਤੁਸੀਂ ਥੋੜਾ ਜਿਹਾ ਕਲੀਅਰ ਕਰ ਦਿਓ ਮੈਨੂੰ ਕਿ ਜਿਵੇਂ ਦਿੱਲੀ ਦੇ ਵਿੱਚ, ਦਿੱਲੀ ਕਿਉਂਕਿ ਮਤਲਬ ਇੰਡੀਆ ਦੀ ਕੈਪੀਟਲ ਹੈ, ਮੈਂ ਕਹਿੰਦਾ ਕਿ ਇੰਡੀਆ ਦੀ ਨਹੀਂ, ਕਿਉਂਕਿ ਵਰਲਡ ਦਾ ਬਹੁਤ ਵੱਡਾ ਹਿੱਸਾ ਉੱਥੇ ਵਪਾਰ ਨਾਲ ਜੁੜਿਆ ਹੋਇਆ, ਤਾਂ ਉੱਥੇ ਟੈਕਸਸ ਵੀ ਬਹੁਤ ਆਉਂਦੇ ਨੇ, ਬਹੁਤ ਪੈਸਾ ਆ ਰਿਹਾ ਉੱਥੇ ਦਿੱਲੀ ਦੇ ਵਿੱਚ, ਤੇ ਉੱਥੇ ਕੰਮ ਵੀ ਕਹਿੰਦੇ ਬਹੁਤ ਹੋਏ ਨੇ, ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਜਾਂਦੇ ਬਹੁਤ ਵੱਡੇ ਕੰਮ ਹੋ ਰਹੇ, ਸਕੂਲ ਹੋ ਰਹੇ ਜੀ, ਹੈਲਥ ਦੇ ਸਹੂਲਤਾਂ ਦਿੱਤੀਆਂ ਜਾ ਰਹੀਆਂ। ਪਰ ਪੰਜਾਬ 'ਚ ਤਾਂ ਇੰਨਾ ਰੌਲਾ ਆਪਣੇ ਬਠਿੰਡੇ ਦੇ ਨੇ ਕਿ ਸਾਡੇ ਦਾ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹਮੇਸ਼ਾ ਹੁੰਦਾ, ਤੇ ਇੰਨਾ ਕਰਜ਼ਾ ਹੈ, ਫਿਰ ਇਹ ਕਿਵੇਂ ਪੋਸੀਬਲ ਹੋਏਗਾ ਕਿ ਉੱਥੋਂ ਵਾਲੀ ਇਹ ਗੱਲਬਾਤ ਇੱਥੇ ਵੱਧ ਹੋ ਜੂ? ਇਹ ਗੱਲ ਸਮਝੋ ਹਾਂਜੀ ਕਿ ਦਿੱਲੀ ਦੇ ਵਿੱਚ 90 ਤੋਂ 95% ਲੋਕ ਮੁਲਾਜ਼ਮਤ ਨੇ ਜਾਂ ਬਿਜ਼ਨਸਮੈਨ ਨੇ। ਹਾਂਜੀ, ਉਹ ਟੈਕਸ ਪੰਜਾਬ ਦੇ ਵਿੱਚ 85% ਲੋਕ ਖੇਤੀਬਾੜੀ ਨੇ। ਹਾਂਜੀ, ਦੋਨਾਂ ਦਾ ਵੱਖਰਾ ਕਲਚਰ ਹੈ, ਦੋਨਾਂ ਦੀਆਂ ਵੱਖਰੀਆਂ ਸਮੱਸਿਆਵਾਂ ਨੇ, ਦੋਨਾਂ ਦੇ ਵੱਖਰਾ ਸੋਚਣ ਦਾ ਢੰਗ ਹੈ। ਪੰਜਾਬ ਦਾ ਦੱਸੋ ਕਿਹੜੇ ਕਿਸਾਨ ਦੇ ਸਿਰ ਕਰਜ਼ਾ ਨਹੀਂ? ਹਾਂ ਕਰਜ਼ਾ ਨਹੀਂ ਸਰ, ਮੈਂ ਤਾਂ ਉਹ ਵੀ ਕਹਿ ਰਿਹਾ ਕਿ ਟੈਕਸਸ ਉੱਥੋਂ ਦੇ ਲੋਕ ਤਾਂ ਵੱਡੇ ਪੱਧਰ ਤੇ ਟੈਕਸ ਭਰਦੇ ਨੇ, ਆਪਣੇ ਲੋਕ ਵੱਡੇ ਪੱਧਰ ਤੇ ਟੈਕਸ ਨਹੀਂ ਭਰਦੇ। ਨਹੀਂ ਟੈਕਸ ਭਰਨਗੇ ਕਿਤੋਂ? ਕਿਉਂਕਿ ਖੇਤੀਬਾੜੀ ਹੈ ਨਾ, ਕਿਉਂਕਿ ਖੇਤੀਬਾੜੀ ਨੂੰ ਟੈਕਸ ਨਹੀਂ ਲੱਗਦਾ, ਖੇਤੀਬਾੜੀ ਦਾ ਟੈਕਸ ਨਹੀਂ ਹੈਗਾ। ਮੈਂ ਤਾਂ ਉਹੀ ਕਹਿਣਾ ਵੀ ਫਿਰ ਪੈਸਾ ਇੰਨਾ ਜ਼ਿਆਦਾ ਪੈਸਾ ਕਿੱਥੋਂ ਆਏਗਾ? ਜਿਸ ਤਰ੍ਹਾਂ ਜਿਹੜਾ ਮਾਫੀਆ ਰਾਜ ਪੈਦਾ ਕੀਤੇ ਗਏ, ਇਹਨੇ ਜੋ ਖਤਮ ਕਰਤਾ ਨਾ, ਕਰਪਸ਼ਨ ਖਤਮ ਕਰਤੀ, ਲੀਕੇਜ ਜਿਹੜੀ ਬੰਦ ਕਰਕੇ ਸਿੱਧਾ ਖਜ਼ਾਨੇ ਨੂੰ ਪੈਸਾ ਜਾਣ ਲੱਗ ਗਿਆ। ਸਾਨੂੰ ਦੇਖੋ ਲੋਕਾਂ ਨੇ ਆਪਦਾ ਫਤਵਾ ਦੇਤਾ, ਹੁਣ ਸਾਡੇ ਦੇ ਆਮ ਆਦਮੀ ਪਾਰਟੀ ਦੀ ਛੱਡੋ ਨਾ, 6 ਮਹੀਨੇ ਸਾਲ ਦੇਖੋ ਉਹ ਤਾਂ ਹਾਂ, ਕਿਵੇਂ ਅਸੀਂ ਉਹ ਤਾਂ ਲੋਕਾਂ ਨੇ ਛੱਡ ਹੀ ਦਿੱਤਾ ਜੀ, ਕਿਵੇਂ ਜਿਹੜਾ ਸਿਸਟਮ ਚਲਾਉਣੇ ਆ, ਕਿਵੇਂ ਕਰਦੇ ਆ, ਟਾਈਮ ਦਿਓ, ਬਸ ਟਾਈਮ ਤਾਂ ਦੇਣਾ। ਪਰ ਲੱਗਦਾ ਨਹੀਂ ਕਿ ਲੀਕੇਜ ਇੰਨੇ ਪੱਧਰ ਤੇ ਬੰਦ ਹੋ ਜੂ। ਸਹਿਮਤ ਹੋਊਂਗਾ ਕਿ ਜਿਹੜਾ ਜੀਐਸਟੀ ਹੈ ਪ੍ਰੋਪਰ ਜੀਐਸਟੀ ਹੈ, ਆਪਦੇ ਪੋਲੀਟੀਕਲ ਇੰਟਰਸਟ ਤੋਂ ਸੈਂਟਰ ਜਾਂ ਆਪਣੀ ਖਿੱਚ ਤੋਂ ਵੀ ਕਿਸਾਨ ਅੰਦੋਲਨ ਦੇ ਵਿੱਚ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਸਾਡੇ ਨਾਲ ਜਾਂ ਹਰਿਆਣੇ ਨੇ ਕੀ ਕੀਤਾ, ਜਾਂ ਖੱਟਰ ਸਾਹਿਬ ਤੋਂ ਇੱਕ ਬਿਆਨ ਦਵਾਤਾ ਕਿ ਸਾਡਾ SYL ਤੇ ਚੰਡੀਗੜ੍ਹ ਸਾਡਾ ਬੰਦ ਹੈ। ਡੀਪਲੀ ਇਸ ਨੂੰ ਵਿਚਾਰਨ ਦੀ ਲੋੜ ਹੈ ਵੀ ਆਪਾਂ ਨੂੰ ਸਿੱਧਾ ਸ਼ਾਊਟ ਵੀ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਉਹ ਪਾਇਆ ਕਿ ਜਿਹੜਾ 60-40 ਦੀ ਰੇਸ਼ੋ ਹੈ ਉਸ ਤੇ ਦਿੱਲੀ ਦੇ ਵਿੱਚ ਜਿਹੜੀ ਮੁਲਾਜ਼ਮਤ ਹੈ ਜਾਂ ਅਧਿਕਾਰ ਆ ਉਹ ਹੋਣਾ ਚਾਹੀਦਾ। ਤੇ ਪਰ ਜਿਹੜੀ ਆਪਾਂ ਕਹਿੰਦੇ ਨਾ ਵੀ ਇਹ ਸਾਡਾ ਐਗਰੀਕਲਚਰ ਪ੍ਰਧਾਨ ਹੈ, ਜਿਹੜਾ GST ਹੈ ਜੇ ਉਸ ਨੂੰ ਪ੍ਰੋਪਰਲੀ ਵੀ ਇਹ ਮੇਨਟੇਨ ਕਰਨਗੇ ਨਾ ਗਿਲਪੱਤੀ ਸਾਹਿਬ, ਤਾਂ ਇਹ ਜਿਵੇਂ ਇਹ ਕਹਿੰਦੇ ਵੀ ਲੀਕੇਜ ਬੰਦ ਹੋ ਗਈ, ਜਾਂ ਜਿਹੜਾ ਤੁਹਾਡਾ ਰੇਤ ਮਾਫੀਆ ਹੈ ਜਾਂ ਲੀਕਰ ਮਾਫੀਆ ਹੈ ਜਾਂ ਜਿਹੜੀ ਕਰਪਸ਼ਨ ਹੈ ਉਸ ਦੀ ਜਿਹੜੀ ਉਹਨੂੰ ਸਿਸਟਮਾਈਜ਼ ਕਰਕੇ ਵਾਈਟਲੀ ਸਿਸਟਮ 'ਚ ਲਿਆ ਕੇ ਉਸ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰਨਗੇ, ਜਾਂ ਜਿਹੜਾ MLAs ਦਾ ਇਹਨਾਂ ਨੇ ਪੰਜਾਬ ਦੀ ਪਬਲਿਕ ਨੇ ਭੋਗ ਪਾਇਆ ਵੀ ਜਿਨ੍ਹਾਂ ਦੇ ਆਪਦੇ ਫੰਡਿੰਗਸ ਚੱਲਦੀ ਸੀ, ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਕੈਡਰ ਹੈ ਫਰੈਸ਼ ਹੈ। ਨਹੀਂ ਸਰਦਾਰ ਕੁਲਦੀਪ ਸਿੰਘ ਜੀ, ਮੈਂ ਜਿਹੜੀ ਜਿਹਦਾ ਸਾਹਿਬ ਨੇ ਗੱਲ ਕੀਤੀ ਹੈ ਨਾ ਵੀ ਅਸੀਂ ਜਿਹੜੀਆਂ ਲੀਕੇਜ ਹੈ, ਜਿਹੜੇ ਕਰਪਟ ਹੈ ਸਿਸਟਮ ਹੈ, ਉਹਨੂੰ ਅਸੀਂ ਬੰਦ ਕਰਕੇ ਫੰਡਸ ਹੈ ਜਿਹੜੇ ਉਹ ਕਰਾਂਗੇ। ਮੈਂ ਇੱਕੋ ਹੀ ਬੇਨਤੀ ਕਰਦਾ ਕਿ ਕਹਿੰਦੇ ਜੇ ਘਰ ਸਾਫ਼ ਹੋਵੇ ਤਾਂ ਬੰਦਾ ਫਿਰ ਗਲੀ ਸਾਫ਼ ਕਰਨ ਦੀ ਗੱਲ ਕਰਦਾ ਹੈ, ਜੇ ਗਲੀ ਸਾਫ਼ ਕਰੇ ਫਿਰ ਬੰਦਾ ਮੁਹੱਲਾ ਸਾਫ਼ ਕਰਨ ਦੀ ਗੱਲ ਕਰਦਾ ਹੈ, ਜੇ ਮੁਹੱਲਾ ਸਾਫ਼ ਕਰੇ ਤਾਂ ਫਿਰ ਬੰਦਾ ਹਲਕਾ ਸਾਫ਼ ਕਰਨ ਦੀ ਗੱਲ ਕਰਦਾ। ਆਪਾਂ ਬਠਿੰਡੇ 'ਚ ਹੀ ਲਾ ਲਈਏ, ਜਿਹੜਾ ਅਕਾਲੀ ਦਲ ਨੇ ਬਠਿੰਡੇ ਸ਼ਹਿਰ 'ਚ ਟਾਈਲ ਸਿਸਟਮ ਲੈ ਕੇ ਆਂਦਾ, ਹਾਂਜੀ ਸੜਕਾਂ ਚੰਗੀਆਂ ਭਲੀਆਂ ਪਟ ਕੇ ਟਾਈਲਾਂ ਲਾਈਆਂ, ਉਹ ਟਾਈਲ ਸਿਸਟਮ ਕਿਉਂ ਲਿਆਂਦਾ? ਕਰਪਟ ਸੀ ਨਾ ਸਿਸਟਮ। ਤੇ
ਕਾਂਗਰਸ ਨੇ 5 ਸਾਲ ਉਹਨੂੰ ਡਬਲ ਕਰਤਾ। ਮੇਰੀ ਬੇਨਤੀ ਹੈ ਕਿ ਮਹੀਨਾ ਕੀ ਹੋਇਆ, ਕੰਮ ਤੁਹਾਡਾ ਵੀ ਉਵੇਂ ਹੀ ਚੱਲੀ ਜਾਂਦਾ ਹੈ, ਉਹਨੂੰ ਬੰਦ ਕਰ ਲਓ। ਤੁਹਾਡਾ ਬਠਿੰਡੇ ਦੀ ਮਿਊਨਿਸਪੈਲਿਟੀ ਦੀ ਕਰਪਸ਼ਨ ਬੰਦ ਕਰ ਲਓ। ਲੋਕ ਤਰਾਹ ਹਜੇ ਕਰੀ ਜਾਂਦੇ ਆ ਕਰਪਸ਼ਨ ਮਿਊਨਿਸਪੈਲਿਟੀ ਦੇ ਵਿੱਚ ਐਜ ਇਟ ਉਸੇ ਤਰ੍ਹਾਂ ਹੈ। ਚਲੋ ਅਸੀਂ ਸਮਾਂ ਤੁਹਾਨੂੰ ਹੋਰ ਦਿੰਨੇ ਆ, ਤੇ ਪਹਿਲਾਂ ਘਰ ਸਾਫ਼ ਕਰ ਲਈਏ ਆਪਾਂ, ਉਸ ਤੋਂ ਬਾਅਦ ਪੰਜਾਬ ਬਾਰੇ ਗੱਲ ਫੇਰ ਕਰ ਲਾਂਗੇ। ਪਰ ਤੁਸੀਂ ਮਤਲਬ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਐਮਸੀ ਹੈ ਜਿਹੜੀ ਪਾਰਟੀ ਦੇ ਬੈਠੇ ਹੋ ਚ ਕਾਂਗਰਸ ਦੇ, ਉਹਨਾਂ ਨੂੰ ਸਮਝਾਉਣ ਲਈ, ਉਹਨਾਂ ਨੂੰ ਸੈੱਟ ਕਰਨ ਲਈ ਕੁਝ ਸਮਾਂ ਤਾਂ ਲੱਗਦਾ ਹੀ ਹੈ ਨਾ। ਜਿਹੜੇ ਪਿਛਲੇ ਕਿੰਨੇ 5 ਸਾਲਾਂ ਦੀ ਗੱਲ ਨਹੀਂ, ਸਮਝ ਜਾਣਗੇ ਜੀ। ਉਹਦਾ ਬੜਾ ਸਮਝ ਜਾਣਗੇ। ਨਾ ਦੇਖੋ ਜੀ, ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਪਿਆਰ ਨਾਲ ਬੋਲੋ, ਸਮਝਾਓ ਵੀ ਆਮ ਆਦਮੀ ਪਾਰਟੀ ਕਰਪਸ਼ਨ ਨਹੀਂ ਚੱਲੂਗੀ, ਆਮ ਆਦਮੀ ਪਾਰਟੀ ਹੈ ਤੇ ਕੰਮ ਸਹੀ ਕਰਨੇ ਪੈਣਗੇ। ਜੇ ਫਿਰ ਵੀ ਨਹੀਂ ਸਮਝਦੇ ਤਾਂ ਫਿਰ ਜਿਹੜਾ ਪਾਰਟੀ ਦਾ ਆਪਦਾ ਕੋਈ ਲਾਅ ਐਂਡ ਆਰਡਰ ਦੀ ਗੱਲ ਹੈ ਜਾਂ ਪਾਰਟੀ ਦਾ ਕੋਈ ਸਿਸਟਮ ਹੈ, ਆਪਾਂ ਜਦੋਂ ਉਸ ਤਰੀਕੇ ਦੇ ਨਾਲ ਆਪਾਂ ਜਿੱਦਾਂ ਸਾਹਿਬ ਜਦੋਂ ਆਪਾਂ ਆਉਣ ਤੋਂ ਪਹਿਲਾਂ ਲੋਕਾਂ ਨਾਲ ਇੱਕ ਵਾਅਦੇ, ਜਿੱਥੇ ਆਪਾਂ ਦੂਜੀਆਂ ਗਰੰਟੀਆਂ ਵਾਅਦੇ ਕੀਤੇ ਸੀ, ਉੱਥੇ ਆਪਾਂ ਇਹ ਵੀ ਵਾਅਦੇ ਕੀਤੇ ਸੀ ਜੋ ਘਪਲੇ ਹੋਇਆ ਸੀ ਲੋਕਾਂ ਦੇ ਸਾਹਮਣੇ ਨੰਗੇ ਕਰਾਂਗੇ। ਇਹ ਵੀ ਵਾਅਦਾ ਕੀਤਾ, ਉਹ ਤਾਂ ਹੋਣੇ ਚਾਹੀਦੇ। ਹਾਂ, ਮੇਰੀ ਬੇਨਤੀ ਹੈ ਕਿ ਮਿਊਨਿਸਪੈਲਿਟੀ ਦੇ ਜਿਹੜੇ ਘਪਲੇ ਨੇ ਆਪਾਂ ਐਮਸੀਆਂ ਨੇ ਤਾਂ ਕੱਢਣੇ ਨਹੀਂ, ਉਹ ਤਾਂ ਆਪਾਂ ਹੀ ਕੱਢਣੇ। ਤੁਸੀਂ ਲਾਓ ਵਿਜੀਲੈਂਸ ਜਾਂਚ ਕਿ ਜਿਹੜੇ ਆਫੀਸਰ ਸਾਹਿਬਾਨ ਅਕਾਲੀ ਦਲ ਤੋਂ ਹੁਣ ਤੱਕ ਉਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕਰੋ, ਉਹਨਾਂ ਦੀਆਂ ਫੈਕਟਰੀਆਂ ਚੈੱਕ ਕਰੋ, ਟਾਈਲਾਂ ਕਿੱਥੋਂ ਆਈਆਂ, ਕਿੱਥੇ ਗਈਆਂ, ਘਰ ਟਾਈਲਾਂ ਕਿਵੇਂ ਲੱਗੀਆਂ। ਇਹ ਤਾਂ ਤੁਸੀਂ ਲਾਉਣੀ ਹੈ, ਕਿਸੇ ਨੇ ਹੋਰ ਨਹੀਂ ਲਾਉਣੀ। ਲਾਓ ਮੈਂ ਇਹ ਤਾਂ ਤੁਸੀਂ ਦਿਖਾਓ ਨਾ ਲੋਕਾਂ ਨੂੰ। ਕੁਝ ਕਰਾਂਗੇ, ਇੱਕ ਕੰਮ ਕਰਾਂਗੇ, ਸਾਰੀਆਂ ਜਾਂਚ ਹੋਊਗੀ, ਸਾਰੇ ਕੰਮ ਹੋਣਗੇ। ਜੇ ਕਿਸੇ ਨੇ ਘਪਲੇ ਕੀਤੇ ਬਖਸ਼ੇ ਨਹੀਂ ਜਾਣਗੇ, ਕਿਸੇ ਨੇ ਪੁਰਾਣੇ ਕੀਤੇ ਉਹਨਾਂ ਨੂੰ ਵੀ ਬਖਸ਼ਿਆ। ਇੱਕੋ ਹੀ ਬੇਨਤੀ ਹੈ ਜੀ, ਜਿਹੜੇ ਨਵੇਂ ਕਰਨਗੇ ਇਹ ਸਾਡੇ ਅਕਾਲੀ ਸਮੇਂ ਇੱਕ ਕੰਮ ਐਨ ਦੁੱਧਾ ਦੁੱਧ ਪਾਣੀ ਕਰਕੇ ਛੱਡਾਂਗੇ। ਅਕਾਲੀ ਰਾਜ ਸਮੇਂ ਵੀ ਇਹੀ ਹੁੰਦਾ ਸੀ ਕਿ ਪਿਛਲੇ ਸਾਲ ਇਨਕੁਆਇਰੀਆਂ ਵੀ ਲੱਗ ਜਾਂਦੀਆਂ, ਲਾਸਟ ਸਾਲ ਭ੍ਰਿਸ਼ਟਾਚਾਰ ਤੇ ਸਾਰਾ ਪੁਲਿਸ ਵੀ ਭੱਜ ਲੈਂਦੀ ਹੈ। ਉਹ ਉਦੋਂ ਨੂੰ ਵੋਟਾਂ ਆ ਜਾਂਦੀਆਂ, ਸਰਕਾਰ ਬਦਲ ਜਾਂਦੀ ਹੈ ਤੇ ਉਹ ਸਾਰਾ ਰਫਾ ਦਫਾ ਆ ਸਟਾਰਟਿੰਗ ਕੰਮ ਸਟਾਰਟ ਕੀਤੀ ਹੈ। ਦੇਖੋ ਜਿਹੜੇ ਨਵੇਂ ਟੈਂਡਰ ਹੋਣੇ ਆ ਨਾ ਜੀ, ਕਿਵੇਂ ਦਿੱਲੀ ਬੇਸ ਤੇ ਜਿਹੜੇ ਇਹਨਾਂ ਨੇ ਕਰਪਸ਼ਨ ਫ੍ਰੀ ਪੁਲ ਬਣਾਏ ਸੀ ਕਾਂਗਰਸ ਵੇਲੇ ਬਣਦੇ ਸੀ, ਜਿਹੜੇ ਉਹ ਜੇ ਇਹ 90 ਦਿਨਾਂ ਦੇ ਵਿੱਚ ਉਹਨਾਂ ਟੈਂਡਰਸ ਨੂੰ ਜਾਂ ਉਹਨਾਂ ਨੂੰ ਰਿਵਾਈਵ ਕਰਕੇ, ਜਾਂ ਜਿਨ੍ਹਾਂ ਨੂੰ ਗ੍ਰਾਂਟ ਰਿਲੀਜ਼ ਕਰਨੀ ਆ ਉਹਨਾਂ ਨੂੰ ਰਿਵਾਈਵ ਕਰਕੇ ਵੀ ਇਹਦੇ 'ਚ ਕਿੰਨੀ ਕਰਪਸ਼ਨ ਆ, ਕੀ ਉਹ ਹੈ, ਉਹ ਮਾਰਜਨ ਖਤਮ ਕਰਕੇ ਜੇ ਜੀਦਾ ਸਾਹਿਬ ਜਾਂ ਇਹਨਾਂ ਦੀ ਪਾਰਟੀ ਉਹਨੂੰ ਅੱਗੇ ਲੈ ਕੇ ਜਾਂਦੀ ਹੈ ਤੇ ਮੈਂ ਗਿਲਪੱਤੀ ਸਾਹਿਬ ਆਣਾ ਵੀ ਆਪਾਂ ਉਸ ਤੋਂ ਬਾਅਦ ਕੁਐਸਚਨਾਈਟ ਕਰੀਏ। ਇਸ ਲਈ ਕੱਲਾ ਬਠਿੰਡੇ ਦੀ ਕਰਪਸ਼ਨ ਨਹੀਂ, ਕੱਲੀ ਬਠਿੰਡੇ ਦੀ ਕਰਪਸ਼ਨ ਨੂੰ ਪੰਜਾਬ ਨਾਲ ਉਹਨੂੰ ਅਸੀਂ ਤਾਂ ਪਹਿਲਾਂ ਮਹੱਲਾ ਸਾਫ਼ ਕਰਦੇ ਆ ਜੀ। ਮੈਂ ਤਾਂ ਬੇਨਤੀ ਕਰਦਾ ਕਿ ਬਠਿੰਡਾ ਸ਼ਹਿਰ, ਇਹ ਵੀ ਦੇਖਦੇ ਸੀ ਰੋਜ਼ ਸਾਡੇ ਨਾਲ ਹੀ ਹੁੰਦੇ ਸੀ ਵੀ ਬਠਿੰਡਾ ਸ਼ਹਿਰ ਪਹਿਲਾਂ ਅਕਾਲੀ ਸਮੇਂ ਟਾਈਲਾਂ ਪੱਟ ਕੇ ਉੱਥੇ ਘਾਹ ਲਾਇਆ, ਗ੍ਰੀਨਰੀ ਬਣਾਉਣੀ ਹੈ। ਹਾਂਜੀ, ਗ੍ਰੀਨਰੀ ਨੂੰ ਬਚਾਉਣ ਵਾਸਤੇ ਤਾਰ ਲਾਈ ਤੇ ਕਾਂਗਰਸ ਨੇ ਆ ਕੇ ਉਹ ਘਾਹ ਪੱਟ ਕੇ ਟਾਈਲਾਂ ਲਾਤੀਆਂ। ਕਹਿੰਦੇ ਜੀ ਇਹ ਪਸ਼ੂ ਵੜਦੇ ਆ ਘਾਹ ਖਾਣ ਵਾਸਤੇ, ਇਸ ਕਰਕੇ ਲੋਕਾਂ ਦੇ ਐਕਸੀਡੈਂਟ ਹੁੰਦੇ ਆ। ਤੇ ਤਾਰ ਪੱਟ ਕੇ ਕਹਿੰਦੇ ਜੀ ਇਹਦੀ ਲੋੜ ਨਹੀਂ, ਹੁਣ ਗ੍ਰਿਲ ਲਾਓ ਕਿਉਂਕਿ ਸੁੰਦਰੀਕਰਨ ਕਰਨਾ ਹੈ। ਠੀਕ ਹੈ ਜੀ। ਤੇ ਮਿਊਨਿਸਪੈਲਿਟੀ ਨੂੰ ਟੈਕਸ ਕੌਣ ਦਿੰਦੇ ਆ? ਪੈਸਾ ਕੌਣ ਦਿੰਦਾ ਹੈ? ਅਸੀਂ ਲੋਕ। ਅਸੀਂ ਸੀਵਰ, ਪਾਣੀ, ਹੋਰ ਸਾਰੇ ਟੈਕਸ ਭਰਦੇ ਆ ਨਾ। ਉਹ ਸਾਡੇ ਪੈਸੇ ਦੀ ਬਰਬਾਦੀ ਸਾਡੇ ਸਾਹਮਣੇ ਅੱਖਾਂ ਦੇ ਹੋ ਰਹੀ ਹੈ, ਜੀਦਾ ਸਾਹਿਬ ਦੇ ਸਾਹਮਣੇ ਵੀ ਹੋ ਰਹੀ ਸੀ। ਬਿਲਕੁਲ ਜੀ, ਬਿਲਕੁਲ। ਤੇ ਮੈਂ ਤਾਂ ਕਹਿੰਦਾ ਹੁਣ ਪ੍ਰਮਾਤਮਾ ਨੇ ਤੁਹਾਨੂੰ ਤਾਕਤ ਦਿੱਤੀ ਹੈ ਤੇ ਉਹ ਕਹਿੰਦੇ ਵੀ ਜੇ ਤਾਕਤ ਆਵੇ ਤੇ ਕਲਮ ਲੋਕਾਂ ਦੇ ਹੱਕ 'ਚ ਵਾਹ ਦੇਣੀ ਚਾਹੀਦੀ ਹੈ। ਭੋਲਾ ਜੀ, ਇੱਕ ਨਾ ਮੇਰੇ ਹੁਣ ਤੁਹਾਡੇ ਮਤਲਬ ਕਥਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਕਿ ਮੈਂ ਨਾ ਕਿਤੇ ਛੋਟੀ ਜਿਹੀ ਕਹਾਣੀ ਸੁਣੀ ਸੀ। ਕਹਿੰਦੇ ਵੀ ਕੋਈ ਬੰਦਾ ਸੀ, ਉਹ ਪਿੰਡ ਵਾਲਿਆਂ ਨੂੰ ਬਹੁਤ ਦੁਖੀ ਕਰਦਾ ਸੀਗਾ। ਉਹ ਜਦੋਂ ਮਰਨ ਲੱਗਿਆ ਨਾ, ਉਹਦੇ ਮੁੰਡੇ ਨੂੰ ਕਹਿੰਦਾ ਯਾਰ ਮੈਨੂੰ ਵੀ ਪਿੰਡ ਵਾਲੇ ਬਹੁਤ ਮਾੜਾ ਕਹਿੰਦੇ ਆ, ਤੂੰ ਕੁਝ ਇਹੋ ਜਿਹਾ ਕਰੀ ਕਿ ਪਿੰਡ ਵਾਲੇ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਉਹਨੇ ਜੀ ਜਿਹੜਾ ਉਹ ਗਲਤ ਕੰਮ ਕਰਦਾ ਸੀ ਉਦੋਂ ਵੀ ਗਲਤ ਕਰਨ ਲੱਗ ਗਿਆ। ਉਹ ਲੋਕ ਕਹਿਣਗੇ ਇਦੋਂ ਤਾਂ ਇਹਦਾ ਪਿਓ ਹੀ ਚੰਗਾ ਸੀ ਯਾਰ, ਘੱਟੋ ਘੱਟ ਇੰਨਾ ਕੁ ਮਾੜਾ ਕਰਦਾ ਸੀ। ਉਹ ਜਿਵੇਂ ਗੱਲ ਸਾਹਮਣੇ ਆਈ ਬਾਅਦ 'ਚ, ਹੁਣ ਜਿਵੇਂ ਅਕਾਲੀ ਦਲ ਸਰਕਾਰ ਸੀ, ਅਕਾਲੀਆਂ ਨੂੰ ਬਹੁਤ ਮਾੜਾ ਕਹਿੰਦੇ ਸੀ, ਬਹੁਤ ਮਾੜਾ ਕਹਿੰਦੇ ਸੀ। ਜਦੋਂ ਹੁਣ ਕਾਂਗਰਸ ਦੇ 5 ਸਾਲ ਟੱਪੇ ਤਾਂ ਲੋਕ ਕਹਿਣ ਲੱਗੇ ਇਦੋਂ ਤਾਂ ਅਕਾਲੀ ਚੰਗੇ ਸੀ। ਤਾਂ ਮੈਨੂੰ ਲੱਗਦਾ ਕਿਤੇ ਇਹ ਨਾ ਹੋਵੇ ਕਿ ਆਮ ਆਦਮੀ ਪਾਰਟੀ ਸਰਕਾਰ ਅਗਲੇ 5 ਸਾਲਾਂ ਤੱਕ ਆਪਾਂ ਨੂੰ ਇਹ ਸੁਣਨ ਨੂੰ ਮਿਲੇ ਯਾਰ ਆਪਾਂ ਨੂੰ ਤਾਂ ਰਵਾਇਤੀ ਪਾਰਟੀਆਂ ਹੀ ਚੰਗੀਆਂ ਸੀ, ਅਕਾਲੀ ਕਾਂਗਰਸ ਵੀ ਚੰਗਾ ਹੋਵੇ, ਪ੍ਰਮਾਤਮਾ ਮਿਹਰ ਕਰੇ ਕਿ ਅਸੀਂ ਇਹ ਕੁਛ ਨਾ ਸੁਣਨਾ ਪੈ ਜੇ ਆਪਾਂ ਨੂੰ। ਮੈਂ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਕਰੂੰਗਾ ਅੱਜ। ਹਾਂਜੀ, ਇੱਕ ਗੱਲ ਕਹਿ ਕੇ ਜਾਣਾ, ਇੱਥੇ ਪੁਰਾਣੇ ਲੀਡਰਾਂ ਦੇ ਵਾਂਗੂ ਸਾਡੇ ਚਿੱਟੇ ਕੱਪੜੇ ਤੇ ਕੋਈ ਦਾਗ ਨਹੀਂ ਲੱਗੂਗਾ। ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ। ਮੈਂ ਵਾਰ-ਵਾਰ ਕਹਿਣਾ ਹੈ ਵੀ ਜਿਹੜੇ ਨੇ ਕਰਤਾ ਜਾਂ ਕਰੀ ਜਾਂਦੇ ਜਾਂ ਕਰਨਗੇ, ਬਖਸ਼ਾਂਗੇ ਨਹੀਂ, ਬਿਲਕੁਲ ਬਣਦੀ ਕਾਰਵਾਈ ਕਰਾਂਗੇ। ਕਿਉਂਕਿ ਸਾਡਾ ਤਾਂ ਮੇਨ
ਜਿਹੜਾ ਅਸੀਂ ਸਰਕਾਰੀ ਇਸੇ ਗੱਲਾਂ ਤੇ ਬਣਾਏ ਵੀ ਕਰਪਸ਼ਨ ਖਤਮ ਕੀਤੀ ਜਾਊਗੀ। ਕਰਪਸ਼ਨ ਦਾ ਤਾਂ ਬਿਲਕੁਲ 0% ਟੋਲਰੈਂਸ 0% ਟੋਲਰੈਂਸ ਕਰਪਸ਼ਨ ਦੀ ਤਾਂ ਹੈਗੀ ਹੈ। ਔਰ ਜਿਹਨੇ ਵੱਡੇ ਘਪਲੇ ਕੀਤੇ ਆ ਬਿਲਕੁਲ ਉਹਨਾਂ ਦੀ ਇਨਕੁਆਇਰੀ ਕਰਾ ਕੇ ਤੇ ਸਾਰਾ ਜਿਹੜਾ ਪਰਦਾ ਫਾਸ਼ ਕਰਕੇ ਉਹਨੂੰ ਬਣਦੀ ਜਿਹੜੀ ਸਜ਼ਾ ਵੀ ਦਿੱਤੀ ਜਾਊਗੀ। ਜੀਤਾ ਸਰ ਦੇ ਨੋਟਿਸ 'ਚ ਲਿਆਉਣਾ ਚਾਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਜੋ ਪਿਛਲੀ ਸਰਕਾਰ ਨੇ ਯੂਥ ਨੂੰ, ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਯੂਥ ਹੈ ਤੇ ਯੂਥ ਹਰ ਦੇਸ਼ ਦਾ ਭਵਿੱਖ ਹੁੰਦਾ, ਤੇ ਜੇ ਅਸੀਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਲੈਵਲ ਆ ਜਾਂ ਐਜੂਕੇਸ਼ਨ ਸਿਸਟਮ ਆ ਉਹ ਵਧੀਆ ਸੈਟਅਪ ਕਰਾਂਗੇ, ਉਹਨਾਂ ਨੂੰ ਕਵਾਂਗੇ ਵੀ ਗ੍ਰੈਜੂਏਸ਼ਨ ਕਰੋ, ਐਡਮਿਨਿਸਟ੍ਰੇਸ਼ਨ ਸੈਟਅਪ ਦੇ ਵਿੱਚ ਹਿੱਸਾ ਪਾਓ, ਜੇ ਅਸੀਂ ਇਮਾਨਦਾਰੀ ਨਾਲ ਉਹਨਾਂ ਨੂੰ ਇੱਥੇ ਰੋਜ਼ਗਾਰ ਪੈਦਾ ਕਰਾਂਗੇ, ਪੋਲੀਟੀਕਲ ਡੈਫਿਸਿਟ ਤੋਂ ਪਾਸੇ ਹੋ ਗਏ। ਉਸ ਲਈ ਇੱਕ ਇਹਨਾਂ ਨੂੰ ਹੰਬਲਾ ਮਾਰਨਾ ਚਾਹੀਦਾ ਹੈ, ਸਰਕਾਰ ਨੂੰ ਸੁਝਾਅ ਦੇਣ ਕਿ 90 ਦਿਨਾਂ ਦੇ ਵਿੱਚ ਇੱਕ ਪਲਾਨ ਲੈ ਕੇ ਆਉਣ, ਜਿਹੜੇ ਬਾਹਰ ਗਏ ਉਹ ਵੀ ਵਾਪਸ ਆਉਣ, ਕਿਉਂਕਿ ਜਿਹੜੇ ਬੂਟੇ ਨੂੰ ਅਸੀਂ ਪੌਦੇ ਨੂੰ ਬੂਟਾ ਬਣਾ ਕੇ ਤੇ ਦਰਖਤ ਬਣਾ ਕੇ ਜਦੋਂ ਉਹਦਾ ਫਲ ਦੇਣ ਦਾ ਟਾਈਮ ਆਉਂਦਾ ਤੇ ਉਹ ਬਾਹਰ ਚਲਾ ਜਾਂਦਾ। ਜਿਹੜਾ ਇਹ ਯੂਥ ਹੈ ਨਾ, ਇਹ ਇੱਥੇ ਰਹਿਣਾ ਚਾਹੀਦਾ, ਜਾਣਾ ਨਹੀਂ ਚਾਹੀਦਾ। ਜਿਹੜਾ ਬਾਹਰ ਗਿਆ ਉਹ ਵੀ ਇਹ ਲੋਚੇ ਕਿ ਮੈਂ ਪੁੱਠਾ ਹਾਂ। ਹਾਂਜੀ ਕੁਲਦੀਪ ਸਿੰਘ ਜੀ, ਵੈਸੇ ਤਾਂ ਜੀਦਾ ਸਾਹਿਬ ਇਸ ਦਾ ਜਵਾਬ ਦੇ ਦੇਣਗੇ, ਪਰ ਇਹਦੇ ਸੰਬੰਧ 'ਚ ਨਾ ਮਾਨ ਸਾਹਿਬ ਨੇ ਵੀ ਹੁਣੇ ਇੱਕ ਸਟੇਟਮੈਂਟ ਦਿੱਤੀ ਸੀ ਤੇ ਉਹ ਬਹੁਤ ਵਧੀਆ ਸੀ। ਵੈਸੇ ਜੀਦਾ ਸਾਹਿਬ ਤੁਸੀਂ ਦੱਸੋ ਇਸ ਬਾਰੇ। ਜਿਹੜਾ ਬਾਹਰ ਕਿਉਂ ਜਾ ਰਿਹਾ ਯੂਥ, ਸਾਡਾ ਜਿਹੜਾ ਯੂਥ ਹੈ ਉਹਦੇ ਕਾਰਨ ਹੈ ਨਾ ਬਾਹਰ ਜਾਣ ਦੇ। ਇੱਥੇ ਰੁਜ਼ਗਾਰ ਹੈ ਨਹੀਂ, ਕੋਈ ਨੌਕਰੀ ਨਹੀਂ ਮਿਲਦੀ, ਕੋਈ ਇੱਥੇ ਕੋਈ ਇੰਡਸਟਰੀ ਨਹੀਂ ਆ ਰਹੀ, ਕੋਈ ਹੋਰ ਜਿਹੜਾ ਸਾਰਾ ਸਿਸਟਮ ਇੱਥੇ ਜਿਹੜਾ ਸਿਸਟਮ ਖਰਾਬ ਹੋਣ ਕਰਕੇ ਸਾਡਾ ਯੂਥ ਬਾਹਰ ਭੱਜ ਰਿਹਾ ਹੈ। ਹੁਣ ਦੇਖੋ ਜਿਵੇਂ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ, ਉਹ ਸਾਰੇ ਜਿਹੜੇ ਨੌਕਰੀਆਂ ਦਿੱਤੀਆਂ ਗਈਆਂ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੱਢੀਆਂ ਗਈਆਂ, ਜਦੋਂ ਸੈਸ਼ਨ ਆ ਗਿਆ ਸਾਰਾ ਉਹ ਕਰਕੇ ਨੌਕਰੀਆਂ ਨਾਲ ਦੇ ਨਾਲ ਦਿੱਤੀਆਂ ਜਾਣਗੀਆਂ। ਸੋ ਜਦੋਂ ਯੂਥ ਨੂੰ ਨੌਕਰੀ ਮਿਲਣ ਲੱਗ ਗਈ, ਰੁਜ਼ਗਾਰ ਮਿਲਣ ਲੱਗਾ, ਮੈਂ ਇਹ ਨਹੀਂ ਕਹਿੰਦਾ ਵੀ ਸਾਰਾ ਪੰਜਾਬ ਕੱਲ੍ਹ ਸਰਕਾਰੀ ਨੌਕਰੀ 'ਤੇ ਲੱਗ ਜਾਊਗਾ, ਉਹਨਾਂ ਨੇ ਹੋਰ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ਤਾਂ ਕਿ ਹਰ ਇੱਕ ਦਾ ਆਪਦਾ ਜਿਹੜਾ ਸ਼ਾਮ ਨੂੰ ਜਿਹੜਾ ਢਿੱਡ ਭਰ ਕੇ ਹਰ ਇੱਕ ਇੱਥੇ ਸਾਡਾ ਬੱਚਾ ਜਾਂ ਯੂਥ ਉਹ ਸੌਵੇਂ, ਔਰ ਸਾਡੇ ਜਿਹੜੇ ਘਰ ਹੈ ਉਹਨਾਂ ਦੇ ਚੁੱਲ੍ਹੇ ਬਲਣ ਔਰ ਬੜੇ ਸੁਖੀ ਰਹਿ ਸਕਣ। ਇਸ ਕਰਕੇ ਸਾਡੇ ਨੌਜਵਾਨ ਤਾਂ ਹੀ ਬਾਹਰ ਭੱਜਦੇ ਕਿ ਉਹਨੂੰ ਰੁਜ਼ਗਾਰ ਹੈ ਨਹੀਂਗਾ। ਜਿਵੇਂ ਗਿੱਲਪੱਤੀ ਸਾਹਿਬ ਨੇ ਕਿਹਾ ਕਿ 85% ਖੇਤੀਬਾੜੀ ਹੈ, ਖੇਤੀਬਾੜੀ 'ਚੋਂ ਬਚਦਾ ਕੁਝ ਨਹੀਂਗਾ, ਤਾਂ ਸਾਡਾ ਜਿਹੜਾ ਯੂਥ ਹੈ ਖੇਤੀਬਾੜੀ ਕਰਨ ਨੂੰ ਬਿਲਕੁਲ ਤਿਆਰ ਨਹੀਂ, ਕਿਉਂਕਿ ਉਹਦੇ ਵਿੱਚ ਕੋਈ ਬਚਤ ਵਾਲੀ ਗੱਲ ਨਹੀਂ ਕਿ ਕੋਈ ਫਸਲਾਂ ਦਾ ਸਮੀਕਰਨ ਜਿਹੜਾ ਹੋਇਆ ਹੈ ਕੁਝ ਨਹੀਂ ਹੋਇਆਗਾ। ਮੈਂ ਇਸੇ ਤੇ ਮੈਂ ਸਾਰਾ ਸਿਸਟਮ ਜਿਹੜਾ ਕਰਕੇ ਉਹ ਬਕਾਇਦਾ ਕੀਤਾ ਜੀਦਾ ਸਾਹਿਬ, ਮੈਂ ਇਸੇ ਤੇ ਤੁਹਾਨੂੰ ਸੁਝਾਅ ਦੇਣਾ ਚਾਹੁੰਦਾ ਸੀਗਾ ਵੀ ਇੱਕ, ਕਿਉਂਕਿ ਆਪਣਾ ਸੂਬਾ ਜਿਹੜਾ 85% ਖੇਤੀਬਾੜੀ ਆਧਾਰਿਤ ਹੈ, ਜੇ ਅਸੀਂ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਆ ਤਾਂ ਸਭ ਤੋਂ ਵੱਧ ਸਾਧਨ ਪੈਦਾ ਕਰਨੇ ਪੈਣਗੇ ਖੇਤੀ 'ਚ। ਤਾਂ 12,581 ਕੇ 84 ਪਿੰਡ ਹੈ, ਹਰ ਪਿੰਡ ਦਾ ਇੱਕ ਪਟਵਾਰੀ ਹੈ। ਪਟਵਾਰੀ ਨੇ ਆਪਣੀ ਜ਼ਮੀਨ ਦਾ ਰਿਕਾਰਡ ਰੱਖਣਾ ਹੈ, ਤਾਂ 12,000 ਜ਼ਮੀਨ ਦੇ ਨਾਲ ਪਟਵਾਰੀ ਦੇ ਨਾਲ ਹੀ 12,581 ਜਾਂ 84 ਐਗਰੀਕਲਚਰ ਇੰਸਪੈਕਟਰ ਭਰਤੀ ਕਰੋ। ਹਰ ਪਿੰਡ ਦੇ ਵਿੱਚ ਪਟਵਾਰੀ ਦੇ ਨਾਲ ਐਗਰੀਕਲਚਰ ਇੰਸਪੈਕਟਰ ਬੈਠਾ ਹੋਵੇ। ਇੱਕ ਪਿੰਡ ਦਾ ਪਟਵਾਰੀ ਤੇ ਇੰਸਪੈਕਟਰ ਦੀ ਰਿਸਪੌਂਸਿਬਿਲਟੀ ਹੈ, ਉਹਨੇ ਦੇਖਣੀ ਹੈ ਕਿ ਜੀਦਾ ਸਾਹਿਬ ਦੀ ਜ਼ਮੀਨ 'ਚ ਕੀ ਬੀਜਾਉਣਾ, ਭੋਲਾ ਸਿੰਘ ਦੀ ਜ਼ਮੀਨ 'ਚ ਕੀ ਬੀਜਾਉਣਾ, ਬਲਵਿੰਦਰ ਦੀ ਜ਼ਮੀਨ 'ਚ ਕੀ ਬੀਜਾਉਣਾ। ਉਹ ਜਿਹੜੀ 5 ਪਿੰਡਾਂ ਦਾ ਇੱਕ ਕਲਸਟਰ ਬਣਾਓ, ਕਿੰਨੀ ਫਸਲ ਪੈਦਾ ਹੁੰਦੀ ਹੈ, ਸਰੋਂ ਕਿੰਨੀ ਹੈ, ਕਣਕ ਕਿੰਨੀ ਹੈ, ਬਾਜਰਾ ਕਿੰਨਾ ਹੈ, ਉਹਨੂੰ ਕਿੱਥੇ ਟ੍ਰੇਡਿੰਗ ਕਰਨੀ ਹੈ, ਸਰਕਾਰ ਟ੍ਰੇਡਿੰਗ ਕਰੇ। ਠੀਕ ਹੈ, ਤਾਂ ਕਮਾਈ ਦਾ ਸਾਧਨ ਤਾਂ ਐਦਾਂ ਹੀ ਬਣੂਗਾ, ਫਸਲ ਦੀ ਵਿਭਿੰਨਤਾ ਵੀ ਤਾਂ ਹੀ ਹੋਊਗੀ। ਮੈਂ ਉਹੀ ਕਹਿ ਰਿਹਾ ਕਿ ਮੈਂ ਵਾਰ-ਵਾਰ ਉਹੀ ਗੱਲ ਕਹਿ ਰਿਹਾ ਕਿ ਜਿਹੜੀ ਕਿ ਟਾਈਮ ਦੇ ਦਿਓ, ਹੋ ਚੁੱਕੀ ਹੈ ਸਾਰਾ ਸਿਸਟਮ ਟਾਈਮ ਨਾਲ ਸਭ ਕੁਝ ਹੋਊਗਾ, ਟਾਈਮ ਦਿਓ, ਸਭ ਕੁਝ ਕੀਤਾ ਜਾਊਗਾ। ਔਰ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਜਿਹੜਾ ਪੰਜਾਬ ਹੈ ਉਹੀ ਪੰਜਾਬ ਬਣੇ ਜਿਹਨੂੰ ਸੋਨੇ ਦੀ ਚਿੜੀ ਜਦੋਂ ਜਿਹੜੇ ਪੰਜਾਬ ਦੀਆਂ ਗੱਲਾਂ ਵਰਲਡ ਦੇ ਵਿੱਚ ਕੀਤੀਆਂ ਜਾਂਦੀਆਂ ਸੀ, ਪੰਜਾਬ ਦੇ ਨਾਂ ਤੇ ਉੱਡਦਾ ਪੰਜਾਬ ਆ, ਪੰਜਾਬ ਪਿਕਚਰਾਂ ਬਣਨੀਆਂ ਬੰਦ ਹੋਣ, ਸਾਡਾ ਯੂਥ, ਸਾਡਾ ਵਪਾਰੀ, ਸਾਡਾ ਛੋਟਾ ਦੁਕਾਨਦਾਰ, ਸਾਡਾ ਕਿਸਾਨ ਹਰ ਇੱਕ ਖੁਸ਼ ਹੋਵੇ। ਤਾਂ ਕਹਿੰਦੇ ਹੁੰਦੇ ਜਦੋਂ ਇਨਸਾਨ ਖੁਸ਼ ਹੈ ਤਾਂ ਹੀ ਸਾਰਾ ਕੁਝ ਚੰਗਾ ਲੱਗਦਾ ਹੈਗਾ। ਤਾਂ ਪਹਿਲਾਂ ਤਾਂ ਸਾਡੀ ਜਿਹੜੀ ਲੀਡਰਸ਼ਿਪ ਇਹੀ ਹੈ ਵੀ ਇੱਥੇ ਹਰ ਇੱਕ ਬੰਦਾ ਜਿਹੜਾ ਖੁਸ਼ ਰਹੇ, ਹੱਸ ਕੇ ਸੌਵੇਂ, ਉਹਦੇ ਚਿਹਰੇ ਤੇ ਮੁਸਕਰਾਹਟ ਹੋਵੇ, ਉਹੀ ਪੰਜਾਬ ਨੂੰ ਪੰਜਾਬ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜਿਹੜੇ ਡੇਲੀ ਵੇਜ ਦੇ ਮੁਲਾਜ਼ਮ ਲਾਏ ਹੋਏ ਆ ਪਿਛਲੀਆਂ ਸਰਕਾਰਾਂ ਨੇ, ਚਾਹੇ ਉਹ ਕਿਸੇ ਵੀ ਰਾਜਨੀਤਿਕ ਮਨੋਰਥ ਨਾਲ ਉਹਨਾਂ ਨੂੰ ਰੱਖਿਆ ਗਿਆ, ਅਕਾਲੀਆਂ ਨੇ ਰੱਖਿਆ ਜਾਂ ਕਾਂਗਰਸ ਨੇ ਰੱਖਿਆ, ਪਰ ਉਹ ਹੈ ਤਾਂ ਪੰਜਾਬ ਦੇ ਵਾਸੀ ਨਾ ਜੀ। ਤੇ ਜਦੋਂ ਤੁਸੀਂ ਨੌਕਰੀਆਂ ਦੇਣ ਲੱਗੋ, ਜਿਹੜੀਆਂ ਪੋਸਟਾਂ ਤੇ ਉਹ ਰਹਿੰਦੇ ਆ ਉਹਨਾਂ ਨੂੰ ਰੈਗੂਲਰਾਈਜ਼ ਕਰਕੇ, ਚਾਹੇ ਉਹਨਾਂ ਦੀ ਤਨਖਾਹ ਘੱਟ ਰੱਖੀ ਜਾਵੇ ਪਰ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਵੇ, ਕਿਉਂਕਿ ਉਹਨਾਂ ਦਾ ਭਵਿੱਖ ਹੈ, ਕਿਉਂਕਿ ਉਹ ਓਵਰਏਜ ਹੋ ਗਏ ਆ। ਨਾ ਤਾਂ ਉੱਧਰ ਜਾਂਦੇ ਨਿਊ ਨੌਕਰੀਆਂ ਪੇਸ਼ ਕਰਨ ਦਾ ਮਤਲਬ ਕਿ ਮੋਟਿਵ ਰੱਖਿਆ ਜਾ ਰਿਹਾ, ਪਰ ਜਿਹੜੇ ਡੇਲੀ ਵੇਜ ਤੇ ਰੱਖੇ ਹੋਏ ਆ
ਉਹਨਾਂ ਨੂੰ ਉਜਾੜ ਕੇ ਨਹੀਂ, ਜਿਵੇਂ ਚੰਡੀਗੜ੍ਹ ਦਾ ਵਿਸ਼ਾ ਕਰਦੇ ਸੀ ਨਾ ਵੀ ਚੰਡੀਗੜ੍ਹ ਪੰਜਾਬ ਉਜਾੜ ਕੇ ਵਸਾਇਆ ਗਿਆ ਇੰਨੇ ਪਿੰਡ, ਤੇ ਉਹ ਜਿਹੜੇ ਰੈਗੂਲਰ ਡੇਲੀ ਵੇਜ ਵਾਲੇ ਟੀਚਰਸ ਨੇ ਜਾਂ ਡੇਲੀ ਵੇਜ ਵਾਲੇ PRTC ਦੇ EMPLOYE ਨੇ ਜਾਂ ਕਲਰਕ ਨੇ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਨੇ, ਉਹਨਾਂ ਨੂੰ ਪਹਿਲਾਂ ਰੈਗੂਲਰਾਈਜ਼ ਕੀਤਾ ਜਾਵੇ। ਸਰ ਮੈਂ ਇੱਕ ਲਾਸਟ ਕੁਐਸਚਨ ਜੀਦਾ ਸਾਹਿਬ ਜਾਂ ਭੋਲਾ ਜੀ ਜਾਂ ਕੁਲਦੀਪ ਜੀ, ਤੁਸੀਂ ਮਤਲਬ ਇਸ ਗੱਲ ਤੇ ਥੋੜੀ ਜਿਹੀ ਰੋਸ਼ਨੀ ਪਾ ਦਿਓ ਵੀ ਹੁਣ ਜਿਹੜਾ ਚੰਡੀਗੜ੍ਹ ਦਾ ਮਸਲਾ ਚੱਲ ਰਿਹਾ ਜਾਂ ਭਾਵੇਂ SYL ਦੀ ਗੱਲ ਹੋਣੀ ਆ, ਠੀਕ ਆ, ਉਸ ਮਸਲੇ ਦੇ ਵਿੱਚ ਪੰਜਾਬ ਤੇ ਹਰਿਆਣੇ 'ਚ ਰਿੜਕਾ ਹੈਗਾ। ਚਲੋ ਪੰਜਾਬ ਦਾ CM ਜਿਹੜਾ ਹੈਗਾ ਉਹ ਪੰਜਾਬ ਦੇ ਹੱਕ ਦੀ ਗੱਲ ਕਰੇਗਾ, ਤਾਂ ਉੱਧਰਲਾ ਜੇ ਉੱਧਰ ਕੋਈ ਬੰਦਾ ਹੋਏਗਾ ਹਰਿਆਣੇ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਾਂ ਉੱਥੋਂ ਦੀ ਸਰਕਾਰ ਆ ਉਹ ਉੱਥੋਂ ਦੀ ਗੱਲ ਕਰੇਗੀ। ਪਰ ਕੇਜਰੀਵਾਲ ਵਾਸਤੇ ਦੋਨੇ ਸਟੇਟਾਂ ਹੀ ਜ਼ਰੂਰੀ ਨੇ, ਤਾਂ ਕੇਜਰੀਵਾਲ ਕਿਹੜੇ ਪਾਸੇ ਖੜਨਗੇ ਤੇ ਉਹ ਕੀ ਗੱਲ ਕਰਨਗੇ ਕਿ ਕਿਹੜਾ ਹੱਕ ਚੰਡੀਗੜ੍ਹ ਕਿਹਨੂੰ ਮਿਲੇ ਜਾਂ SYL ਦਾ ਕੀ ਹੋਣਾ ਚਾਹੀਦਾ, ਉਸ ਬਾਰੇ ਫਿਰ ਕੀ ਕੀਤਾ ਜਾਊਗਾ? ਕੇਜਰੀਵਾਲ ਫਿਰ ਕੀ ਬੋਲਣਗੇ ਜਾਂ ਕੁਝ ਨਹੀਂ ਬੋਲਣਗੇ? ਉਹ ਮੈਂ ਪੰਜਾਬ ਨੂੰ ਬਿਲੋਂਗ ਨਹੀਂ ਕਰਦਾ, ਮੇਰੇ ਰਿਸ਼ਤੇ ਸੰਬੰਧ ਹਰਿਆਣੇ ਨਾਲ ਵੀ ਨੇ, ਪੰਜਾਬ ਨਾਲ ਵੀ ਨੇ, ਕਿਉਂਕਿ ਸਾਡੇ ਗ੍ਰਾਸ ਰੂਟਸ ਹੈ ਜਿਹੜੇ। ਸਰ ਮੈਂ ਇਹ ਪੁੱਛ ਰਿਹਾ, ਮੈਂ ਉਹੀ ਕਹਿਣਾ ਚਾਹੁੰਦਾ ਹਾਂਜੀ ਵੀ ਜੇ ਇਹ ਕੇਜਰੀਵਾਲ ਨੂੰ ਸੁਝਾਅ ਹੈ ਵੀ ਜਦੋਂ ਵੀ ਉਹ ਇਸ ਗੱਲ ਦੀ ਗੱਲ ਕਰਨ, ਜਿੰਨੇ ਵੀ ਸਟੇਟ ਭਾਰਤ ਦੇ ਵਿੱਚ ਸਿਰਜੇ ਗਏ ਹੈ, ਜਿਹੜੀ ਪੁਰਾਣੀ ਰਾਜਧਾਨੀ ਹੈ ਜਾਂ ਜਿਹੜੀ 60-40 ਦੀ ਰੇਸ਼ੋ ਹੈ ਜਾਂ ਲੌਂਗੋਵਾਲ ਪੈਕਟ ਹੋਇਆ ਜਾਂ ਉਹ ਤੋਂ ਪਹਿਲਾਂ ਦੇ ਪੈਕਟ ਹੋਇਆ, ਉਹਨਾਂ ਦੇ ਅਨੁਸਾਰ ਵੀ ਇਹ ਜਿਹੜਾ ਚੰਡੀਗੜ੍ਹ ਹੈ ਇਹ ਪੰਜਾਬ ਦਾ ਹੀ ਹਿੱਸਾ ਬਣਦਾ। ਪਰ ਹਰਿਆਣੇ ਨੂੰ ਪੋਲੀਟੀਕਲ ਜੈਸਚਰ ਨਾਲ ਕਾਂਗਰਸ ਵੀ ਵਰਤਣਾ ਚਾਹੁੰਦੀ ਸੀ, ਹੁਣ ਉਸੇ ਰਾਹ BJP ਚੱਲ ਪਈ। ਇਹਨਾਂ ਨੇ ਆ ਜਿਹੜਾ 5 ਤਰੀਕ ਦਾ ਸੈਸ਼ਨ ਛੱਡਿਆ ਉਹ ਸਿਰਫ ਵਿਰੋਧ ਕਰਨ ਵਾਸਤੇ ਜਾਂ ਇਹ ਮਤਲਬ ਕਿ ਇਸ ਪ੍ਰੋਗਰਾਮ ਨੂੰ ਹਾਈਜੈਕ ਕਰਨ ਲਈ ਵੀ ਹੁਣ ਅਸੀਂ ਇਹਦੇ ਲਈ ਜਵਾਬ ਕੀ ਦੇਈਏ, ਉਹ ਲਈ ਕੀਤਾ ਇਹਨਾਂ ਨੇ, ਜਾਂ ਆਮ ਆਦਮੀ ਪਾਰਟੀ ਨੂੰ ਭੰਬਲ ਭੂਸੇ ਪਾਉਣ ਲਈ ਇਹ ਪ੍ਰੋਸੈਸ ਕੀਤੀ ਗਈ ਹੈ। ਜਿਹੜਾ ਚੰਡੀਗੜ੍ਹ ਹਰਿਆਣਾ ਇਹ 35 ਸਾਲ ਦੇ ਨੀਅਰ ਅਬਾਊਟ ਹੋ ਗਿਆ ਬਣੇ ਨੂੰ, ਇਸ ਲਈ ਮੈਂ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਕੇਜਰੀਵਾਲ ਵੀ ਇਸ ਗੱਲ ਦਾ ਸੁਝਾਅ ਲੈ ਕੇ ਕਹਿਣ ਕਿ ਜਿਹੜੀ ਹਰਿਆਣਾ ਉਹਨੂੰ ਇੱਕ ਵੱਖਰੀ ਰਾਜਧਾਨੀ ਦਿੱਤੀ ਜਾਵੇ ਤੇ ਰਾਜਧਾਨੀ ਉਹ ਦਿੱਤੀ ਜਾਵੇ ਜਿਹੜੇ ਹਰਿਆਣੇ ਦਾ ਸੈਂਟਰ ਹੋਵੇ। ਇਹ ਤਾਂ ਸਰ ਤੁਹਾਡੀ ਸਲਾਹ ਹੋਗੀ ਨਾ, ਪਰ ਮੈਨੂੰ ਲੱਗਦਾ ਕਿ ਜਿਹੜੇ ਲੀਡਰ ਹੁੰਦੇ ਨੇ ਜਾਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਉਹ ਇਹ ਨਹੀਂ ਸੋਚਦੀਆਂ, ਉਹ ਰੂਲ ਐਂਡ ਰੈਗੂਲੇਸ਼ਨ ਨਹੀਂ ਸੋਚਦੀਆਂ ਸ਼ਾਇਦ, ਉਹ ਤਾਂ ਇਹ ਦੇਖਦੇ ਆ ਕਿ ਸਾਡਾ ਰਾਜਨੀਤਿਕ ਫਾਇਦਾ ਕਿੱਥੇ ਹੈ। ਕਿਉਂ ਭੋਲਾ ਜੀ, ਮੈਂ ਸਹੀ ਕਹਿ ਰਿਹਾ? ਪਤਾ ਕੀ ਹੈ ਜੀ, ਮਾਨ ਸਾਹਿਬ ਨੇ ਦੇਖੋ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਹਾਂਜੀ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਤੀ, ਬਿਲਕੁਲ ਕਰਤੀ, ਬਣਦੀ ਸੀ ਉਹਨੂੰ ਰੱਦ ਕਰਤਾ ਤੇ ਬਣਦੀ ਵੀ ਸੀ, ਉਹਨੇ ਉਹ ਹੱਕ ਜਾਂ ਉਹ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰਤੀ। ਹਾਂਜੀ ਹੁਣ ਇਸ ਤੋਂ ਅੱਗੇ ਵਧਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਂ ਉੱਥੇ ਸਾਰੇ MLA, ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਕਿ 92 ਦੇ 92 ਜਾਂ 100 ਦੇ 100 ਜਿੰਨੇ MLA ਸਾਹਿਬਾਨ ਹੈ ਉਹ ਸਾਰਿਆਂ ਨੂੰ ਲੈ ਕੇ PM ਦੇ ਬਾਹਰ ਕੇ ਧਰਨਾ ਲਾਓ, ਸਾਰੇ ਇਸ ਗੱਲ ਤੇ ਮਤਲਬ ਮਨਾਓ ਵੀ ਜਿੱਦਾਂ ਮਰਜ਼ੀ ਜੋ ਪ੍ਰੋਟੈਸਟ ਕਰਨਾ ਪਿਆ। ਕਿਸਾਨੀ ਅੰਦੋਲਨ ਵੇਲੇ ਵੀ ਕੀਤਾ। ਇਹ ਤਾਂ ਸਰ ਪੰਜਾਬ ਦੇ MLAs ਦੀ ਜਾਂ CM ਦੀ ਗੱਲ ਹੋਗੀ ਨਾ। ਮੈਂ ਕਹਿੰਦਾ ਵੀ ਕੇਜਰੀਵਾਲ ਬੋਲੂ ਤਾਂ ਕੀ ਬੋਲੂਗਾ? ਹਾਂਜੀ ਤਾਂ ਸਭ ਤੁਸੀਂ ਦੱਸੋ ਵੀ ਕੇਜਰੀਵਾਲ, ਕਿਉਂਕਿ ਜੇ ਪੰਜਾਬ ਦੇ ਹੱਕ 'ਚ ਬੋਲਦਾ ਤੇ ਹਰਿਆਣੇ ਵਾਲੇ ਰੁੱਸਦੇ ਆ, ਜੇ ਹਰਿਆਣੇ ਦੇ ਹੱਕ 'ਚ ਬੋਲਦਾ ਤਾਂ ਪੰਜਾਬ ਵਾਲੇ ਰੁੱਸਦੇ। ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਆ, ਜਿਹੜੇ ਕਿਸੇ ਸੂਬੇ ਦੇ ਹੱਕ ਬਣਦੇ ਆ ਉਸ ਸੂਬੇ ਨੂੰ ਹੱਕ ਦਿੱਤੇ ਜਾਣਗੇ, ਕਿਸੇ ਸੂਬੇ ਦੇ ਹੱਕ ਖੋਏ ਨਹੀਂ ਜਾਣਗੇ, ਕਿਸੇ ਨਾਲ ਸੂਬੇ ਨਾਲ ਧੱਕਾ ਨਹੀਂ ਕੀਤਾ ਜਾਊਗਾ। ਜਿਹੜਾ ਹੱਕ ਕਿਸੇ ਸੂਬੇ ਦਾ ਬਣਦਾ ਬਿਲਕੁਲ ਉਹਨੂੰ ਦਿੱਤੇ ਜਾਣਗੇ। ਔਰ ਇਹ ਗੱਲਾਂ ਮੈਂ ਫਿਰ ਦੁਬਾਰਾ ਕਹਿਣਾ ਕਿ ਜਿਹੜੀ ਹੈ ਆਮ ਆਦਮੀ ਪਾਰਟੀ ਲੀਡਰਸ਼ਿਪ ਬਹੁਤ ਸਿਆਣੀ ਹੈ, ਬਿਲਕੁਲ ਕੋਈ ਵਿਤਕਰਾ ਨਹੀਂ ਹੋਊਗਾ, ਨਾ ਪੰਜਾਬ ਨਾਲ ਵਿਤਕਰਾ ਹੋਊਗਾ। ਹਾਂ, ਜੇ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ ਤਾਂ ਪਾਣੀ ਦੇਵਾਂਗੇ ਕਿੱਥੋਂ? ਜਦੋਂ ਚੰਡੀਗੜ੍ਹ ਪੰਜਾਬ ਦੀ, ਕਿਉਂਕਿ ਪੰਜਾਬ ਦੇ ਕਿੰਨੇ ਪਿੰਡ ਢਾਹ ਕੇ ਚੰਡੀਗੜ੍ਹ ਜੋ ਬਣਾਇਆ ਗਿਆ ਸੀ, ਤਾਂ ਬਿਲਕੁਲ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਕੋਈ ਮੇਰਾ ਖਿਆਲ ਦੋ ਰਾਈ ਹੀ ਨਹੀਂ ਗੀ, ਤਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ। ਜਿਹੜਾ ਹਰ ਇੱਕ ਦਾ ਕੰਮ ਫੇਅਰ ਮੈਂ ਜਿੱਦਾਂ ਸਾਹਿਬ ਉਹੀ ਗੱਲ ਆ ਨਾ ਵੀ ਇਹ ਤਾਂ ਤੁਸੀਂ ਪੰਜਾਬ 'ਚ ਬੈਠੇ ਹੋ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਪਿੰਡ ਢਾਹ ਕੇ ਬਣਾ, ਫਿਰ ਚੰਡੀਗੜ੍ਹ ਉਹ ਹਰਿਆਣੇ ਵੱਲੋਂ ਮੰਗਿਆ ਜਾ ਰਿਹਾ। ਕੇਂਦਰ ਬਲਵਿੰਦਰ ਜੀ, ਉਹ ਕੇਜਰੀਵਾਲ ਸਾਹਿਬ ਨੇ ਥੋੜੇ ਕੀਤਾ, ਉਹਦਾ ਕੇਂਦਰ ਧੱਕਾ ਕਰੀ ਜਾਂਦੀ ਹੈ। ਮੈਂ ਤੁਹਾਨੂੰ ਪਹਿਲੇ ਹੀ ਕਹੀ ਜਾਂਦਾ ਕਿ BJP ਦਾ ਬੁਖਲਾਈ ਪਈ ਹੈ, ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਕੀ ਬੋਲਣਾ ਹੈ, ਕੀ ਕਰਨਾ ਹੈ, ਕਿਵੇਂ ਰਾਤ ਨੂੰ ਪਿਆਨੋ ਸੁਪਨੇ ਆਈ ਜਾਂਦੇ ਆ। ਉਹ ਤਾਂ ਜਿਹੜੇ ਬੁਖਲਾੜ ਦੇ ਵਿੱਚ ਆ ਕੇ ਪੰਜਾਬ ਹਰਿਆਣੇ ਨੂੰ ਲੜਾਉਣ ਤੇ ਚੱਲ ਪਏ ਆ, ਆਮ ਆਦਮੀ ਪਾਰਟੀ ਨੂੰ ਬਦਨਾਮ ਕਰਦੇ ਚੱਲ ਪਏ। ਉਹਨਾਂ ਦਾ ਕੰਮ ਹੈ, ਉਹਨਾਂ ਦਾ ਕਰਨੀ ਇਹ ਕੁਛ ਹੈ, ਕਿਉਂਕਿ ਉਹਨਾਂ ਨੇ ਤਾਂ ਰਾਜਨੀਤੀ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਮੈਂ ਤਾਂ ਸਰ ਸਟੇਟਾਂ ਨੂੰ ਲੜਾ ਦਿਓ, ਧਰਮ ਦੀ ਰਾਜਨੀਤੀ ਕਰ ਲਓ, ਕਰ ਲਓ। ਆਮ ਆਦਮੀ ਪਾਰਟੀ ਦੇ ਰਾਜਨੀਤੀ ਨਹੀਂ ਕਰਦੀ। ਮੈਂ ਤਾਂ ਸਰ ਮੈਂ ਜਿੱਦਾਂ ਸਾਹਿਬ ਮੈਂ ਇਸ ਗੱਲ ਨਹੀਂ ਕਹਿੰਦਾ ਕਿ ਹੋ ਕੀ ਰਿਹਾ, BJP ਕੀ ਕਰਦੀ ਹੈ, ਚਲੋ ਉਹ ਕਰੀ ਜਾਂਦੇ, ਉਹਨਾਂ ਦਾ ਕੰਮ ਹੈ, ਉਹ ਕਰੀ ਜਾਂਦੇ। ਮੈਂ ਤਾਂ ਇਹ ਕਹਿ ਰਿਹਾ ਕਿ ਕੇਜਰੀਵਾਲ ਦਾ ਕੀ ਬਿਆਨ ਆਊਗਾ ਇਸ ਮੁੱਦੇ ਤੇ। ਵੀ ਜੋ ਕੇਜਰੀਵਾਲ ਸਾਹਿਬ ਬੜੇ ਸਿਆਣੇ ਸੂਝਵਾਨ ਸੀਨੀਅਰ ਲੀਡਰ ਹੈ। ਮੈਂ ਤਾਂ ਇਹ ਗੱਲ ਦੇਖੋ, ਮੈਂ ਆਪ ਦੇ ਮੁੱਖ ਤੋਂ ਗੱਲ ਕਹਾਂ ਕੇਜਰੀਵਾਲ ਸਾਹਿਬ ਆਹ ਬਿਆਨ ਦੇ ਦੇਣ ਤਾਂ ਮੈਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀਗੀ। ਉਹ ਕੇਜਰੀਵਾਲ ਸਾਹਿਬ ਨੇ ਦੇਖਣਾ ਹੈ
ਕਿਹੜਾ ਬਿਆਨ ਕਿੱਥੇ ਕਿਵੇਂ ਦੇਣਾ ਹੈ। ਔਰ ਮੈਂ ਇੰਨੀ ਗੱਲ ਕਹਿਣਾ ਹੈ, ਇਹ ਮੈਨੂੰ ਯਕੀਨ ਹੈ ਕਿ ਕੇਜਰੀਵਾਲ ਸਾਹਿਬ ਕਦੇ ਪੰਜਾਬ ਨਾਲ ਧੱਕਾ ਨਹੀਂ ਕਰਨਗੇ, ਪੰਜਾਬ ਦੇ ਹੱਕਾਂ ਨੂੰ ਖੋਣਗੇ ਨਹੀਂ। ਜਿੰਨੇ ਪੰਜਾਬ ਦੇ ਹੱਕ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੇ ਜਾਣਗੇ। ਮੈਂ ਮਹਿਮਾਨਾਂ ਦਾ ਧੰਨਵਾਦ ਕਰਦਾ। ਕੁਲਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਦਾ ਸਾਹਿਬ, ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਬਹੁਤ ਵਧੀਆ ਗੱਲਾਂ ਦੇ ਜਵਾਬ ਦਿੱਤੇ, ਤੇ ਉਮੀਦ ਕਰਦੇ ਹਾਂ ਕਿ ਸਰਕਾਰ ਆਪਦੀਆਂ ਜਿਹੜੀਆਂ ਗਰੰਟੀਆਂ ਜਾਂ ਐਲਾਨ ਆ ਉਹਨਾਂ ਤੇ ਖਰੀ ਉਤਰੇਗੀ। ਬਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਗਿਲਪਤੀ ਸਾਹਿਬ ਦਾ ਧੰਨਵਾਦ, ਤੇ ਕੁਲਦੀਪ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭੋਲਾ ਜੀ, ਬਹੁਤ ਵਧੀਆ ਤੁਸੀਂ ਸਾਥ ਦਿੱਤਾ ਡਿਬੇਟ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ। ਧੰਨਵਾਦ ਜੀ ਤੁਹਾਡਾ ਔਰ ਤੁਹਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਬਣੀ ਨੂੰ ਹਜੇ ਥੋੜ੍ਹੇ ਦਿਨ ਹੋਏ ਆ, ਟਾਈਮ ਦਿਓ, ਜਿਹੜੇ ਵਾਅਦੇ ਕੀਤੇ ਉਹ ਪੂਰੇ ਵੀ ਕੀਤੇ ਜਾਣਗੇ। ਤਾਂ ਹੁਣ 90 ਦਿਨ ਕਹਿੰਦੇ ਵੀ 90 ਦਿਨ ਸਰਕਾਰ ਨੂੰ ਹੋ ਜਾਣ ਤਾਂ ਰਿਜ਼ਲਟ ਵੀ ਸਾਹਮਣੇ ਆਉਣ ਲੱਗ ਜਾਣਗੇ। ਤੇ ਬਾਕੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈਗੀ, ਜਿਵੇਂ ਲੋਕਾਂ ਨੇ ਚੁਣੀ ਹੈ, ਤਾਂ ਲੋਕਾਂ ਦੀ ਉਮੀਦਾਂ ਤੇ ਵੀ ਖਰੀ ਉਤਰੇਗੀ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਲਾਈਕ ਕਰੋ ਸਾਡਾ Facebook ਪੇਜ।